70% कोई नहीं जो बचेगा ये पंजाबी बस। उस तो बाद ਜਿਹੜੇ ਦੂਜੇ ਕਕਾਰ ਆ ਉਹਨਾਂ ਦਾ ਵੀ ਕੋਈ ਮਕਸਦ ਆ, ਉਹਨਾਂ ਦੀ ਮੀਨਿੰਗ ਆ ਕੋਈ। ਜਿੱਦਾਂ ਆਪਣੇ ਵਾਲ ਨੇ, ਵਾਲ ਦਾ ਮਤਲਬ ਵਾਲਾਂ ਨੂੰ ਬੰਨਣਾ, ਵਾਲਾਂ ਦਾ ਮਤਲਬ ਉਹ ਸਾਡੇ ਬਹੁਤ ਵੱਡੇ ਲੈਵਲ ਤੇ ਆ। ਵਾਲ ਬੰਨਣੇ, ਫਿਰ ਉਹਦੇ ਚ ਕੰਘਾ ਫੇਰਨਾ, ਕੰਘਾ ਮਤਲਬ ਬੁੱਧੀ ਦਾ, ਗਿਆਨ ਦਾ ਕੰਘਾ। ਇਸੇ ਹੀ ਤਰ੍ਹਾਂ ਆਪਣੀਆਂ ਇੰਦਰੀਆਂ ਨੂੰ ਬੰਦਾ ਕੰਟਰੋਲ ਕਰਦਾ, ਫਿਰ ਉਹਨਾਂ ਦੇ ਵਿੱਚ ਬੁੱਧੀ ਦਾ ਕੰਘਾ ਫੇਰਦਾ। ਜਿਹੜੀਆਂ ਅੜਚਣਾਂ ਆ ਜਾਂਦੀਆਂ ਨਾ ਸਾਡੇ ਜੀਵਨ ਚ, ਤੁਸੀਂ ਦੇਖੋਗੇ ਸਾਡੇ ਜੀਵਨ ਚ ਕੀ ਉਲਝਣਾਂ ਤੇ ਹੈਗੀਆਂ, ਉਹਨੂੰ ਬੁੱਧੀ ਦੇ ਨਾਲ ਸੋਲਵ ਕਰਨਾ, ਉਹਨੂੰ ਹੱਲ ਕਰਨਾ। ਉਹਨੂੰ ਹੱਲ ਕਰਾਂਗੇ ਤੇ ਸਾਨੂੰ ਕਲੈਰਿਟੀ ਮਿਲੂਗੀ। ਹੁਣ ਤੁਸੀਂ ਇੱਕ ਕੰਮ ਕਰਨਾ ਤੇ ਕਿੱਡਾ ਵਧੀਆ ਹੁੰਦਾ। ਹੁਣ 7-8 ਕੰਮ ਸ਼ੁਰੂ ਕਰਕੇ ਬਹਿ ਜਾਓ, ਕੰਮ ਕੋਈ ਵੀ ਨਿਸਰੇ ਨਹੀਂ ਚੜਨਾ। ਪਰ ਇਸੇ ਲਈ ਬੁੱਧੀ ਕਹਿੰਦੀ ਆ ਕਿ ਇੱਕ ਕੰਮ ਨੂੰ ਇੱਕ ਟਾਈਮ ਤੇ ਕਰ, ਹੌਲੀ ਹੌਲੀ ਕਰ ਤੇ ਸਾਰੇ ਕੰਮ ਤੇਰੇ ਹੋ ਜਾਣ। ਇਹ ਨਾ ਹੋ ਕਿ ਸਾਰੇ ਕੰਮ ਸ਼ੁਰੂ ਕਰਕੇ ਬਹਿ ਜਾ, ਫਿਰ ਕੰਮ ਨਹੀਂ ਨਿਬੜੇਗਾ। ਹਾਂਜੀ, ਇੱਥੇ ਉਹ ਕਹਿ ਰਹੇ ਨੇ ਕਿ ਮਤਲਬ ਜਿਹੜਾ ਤੁਸੀਂ ਜਨੇਊ ਜੀ ਪਾਈ ਫਿਰਦੇ ਨਾ, ਵੈਸੇ ਇੱਕ ਤੁਕ ਹੋਰ ਵੀ ਹੈਗੀ ਹੈ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਹਾਂ, ਬਾਣੀ ਦੇ ਵਿੱਚ ਬਹੁਤ ਕਮਾਲ ਕੀਤਾ ਹੈ, ਪਰ ਬਾਣੀ ਦਾ ਜਿਹੜਾ ਅਰਥ ਆ ਉਹਨੂੰ ਸਮਝਣਾ ਬਹੁਤ ਜ਼ਰੂਰੀ। ਬਾਣੀ ਤੋਂ ਫਿਰ ਕਹਿ ਰਹੇ ਨੇ ਕਿ ਮੱਥੇ ਦੇ ਤਿਲਕ ਲਾਇਆ, ਹੱਥ ਤੋਂ ਮਾਲਾ ਫੇਰੀ ਆ, ਮਾਲਾ ਫੇਰਨ ਦੇ ਨਾਲ ਕੀ ਹੋਊਗਾ? ਪ੍ਰੋਗਰੈਸ ਕੀ ਹੈ? ਤੇਰੇ ਪੱਲੇ ਕੀ ਹੈ ਬਈ? ਤੂੰ ਕੀ ਹੈ? ਲੋਕਾਂ ਤੋਂ ਵੱਖਰਾ ਹੋ ਗਏ ਸੰਸਾਰ ਤੋਂ ਨਾ। ਇਹਦੇ ਸੰਸਾਰ ਨੂੰ ਬਦਲਣ ਦੇ ਚੱਕਰ ਚ ਨਹੀਂ ਪੈ ਗਿਆ। ਕਿਉਂਕਿ ਸੰਸਾਰ ਤੇ ਕੋਈ ਗੜਬੜ ਨਹੀਂ ਸੀ, ਸਾਡੇ ਚ ਗੜਬੜ ਹੈ। ਪਰ ਲੋਕੀ ਏਦਾਂ ਹੀ ਸੋਚਦੇ ਨੇ। ਆਮ ਹੀ ਬੰਦਾ ਤੁਸੀਂ ਵੇਖੋਗੇ ਉਹ ਦੁਨੀਆ ਨੂੰ ਸੁਧਾਰਨ ਤੇ ਲੱਗੇ ਹੁੰਦੇ ਨੇ। ਦੁਨੀਆ ਨਹੀਂ ਜੇ ਸੁਧਰਨੀ ਤੇ ਨਾ ਦੁਨੀਆ ਬਦਲਣੀ ਜੋ। ਹਾਂ, ਇੱਕ ਗੱਲ ਹੈਗੀ ਆ, ਜਿੱਦਣ ਆਪਾਂ ਬਦਲ ਜਾਵਾਂਗੇ ਦੁਨੀਆ ਆਪਣੇ ਆਪ ਹੀ ਬਦਲ ਜਾਏਗੀ। ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਪਊਗੀ। ਇਸ ਲਈ ਬਾਣੀ ਤੇ ਵਿੱਚ ਖਾਸ ਕਰਕੇ ਇਸ ਗੱਲ ਨੂੰ ਉਹਨਾਂ ਨੇ ਬਹੁਤ ਧਿਆਨ ਦੇ ਨਾਲ ਵਿਚਾਰਿਆ ਹੈ, ਔਰ ਉਸੇ ਕਰਕੇ ਇੱਕ ਤੁਕ ਲਿਖੀ ਗਈ ਹੈ, ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਏ। ਕਿਉਂ? ਬੰਦਾ ਸੋਚਦਾ ਮੈਂ ਸਹੀ ਹਾਂ, ਮੇਰੇ ਵਾਂਗੂ ਦੁਨੀਆ ਚੱਲੇ, ਔਰ ਜੇ ਮੈਨੂੰ ਕਿਸੇ ਚ ਔਗਣ ਦਿਖਦੇ ਆ ਉਹ ਮੈਂ ਇਹਨੂੰ ਦੱਸੂਗਾ ਕਿ ਤੇਰੇ ਚ ਆ ਔਗਣ ਹੈਗੇ ਤਾਂ ਉਹ ਸਹੀ ਕਰ। ਹੁਣ ਜਿੱਥੇ ਸਹੀ ਕਰ ਲੈ ਤਾਂ ਵਧੀਆ, ਪਰ ਜੇ ਨਹੀਂ ਬਦਲਦਾ ਫਿਰ ਮੈਨੂੰ ਬੜਾ ਪਛਤਾਵਾ ਹੋਣਾ, ਬੜਾ ਦੁੱਖ ਲੱਗਣਾ ਵੀ ਉਹ ਮੇਰਾ ਕਹਿਣਾ ਨਹੀਂ ਮੰਨਦਾ। ਠੀਕ ਹੈ ਜੀ ਸਾਹਿਬ? ਬਿਲਕੁਲ। ਹੁਣ ਇਹਦੇ ਵਿੱਚ ਵੀ ਬਾਣੀ ਦੇ ਵਿੱਚ ਖਾਸ ਕਰਕੇ ਇਹ ਚੀਜ਼ ਦੀ ਜ਼ਿਆਦਾ ਨਜ਼ਰ ਰੱਖੀ ਗਈ ਆ ਕਿ ਜੋ ਵੀ ਤੁਸੀਂ ਕਰਨਾ ਤੁਹਾਨੂੰ ਖੁਦ ਸ਼ੁਰੂਆਤ ਆਪਣੇ ਤੋਂ ਕਰਨੀ ਪਊ। ਫਿਰ ਜਦੋਂ ਤੁਸੀਂ ਖੁਦ ਕਰੋਗੇ ਨਾ ਇੱਕ ਚੀਜ਼, ਜਸਟ ਛੋਟੀ ਜਿਹੀ ਗੱਲ, ਫਿਰ ਹੁੰਦਾ ਕੀ ਆ, ਜਦੋਂ ਆਪਾਂ ਖੁਦ ਕਰਦੇ ਆ ਨਾ ਫਿਰ ਆਪਾਂ ਦੂਜਿਆਂ ਨੂੰ ਕਵਾਂਗੇ ਤੇ ਸਾਡੀ ਗੱਲ 'ਚ ਵਜਨ ਆਊਗਾ। ਬਾਣੀ ਚ ਫਿਰ ਉਸੇ ਗੱਲ ਨੂੰ ਰੋਕਿਆ, ਅਵਰ ਉਪਦੇਸ਼ੇ ਆਪ ਨਾ ਕਰੇ ਨਾ ਆਵਤ ਜਾਵਤ ਜਨਮੇ ਮਾਰੇ। ਹਾਂ, ਮਨਾ ਕਰਦੇ ਉਹ ਚੀਜ਼। ਕਹਿੰਦੇ ਜੋ ਚੀਜ਼ ਤੇਰੇ ਕੋਲ ਨਹੀਂ ਹੈ ਤੂੰ ਕਿਉਂ ਲੋਕਾਂ ਨੂੰ ਕਹਿੰਦਾ? ਤੂੰ ਲੋਕਾਂ ਨੂੰ ਕਹਿੰਦਾ ਝੂਠ ਨਾ ਬੋਲੋ। ਠੀਕ ਹੈ, ਕੋਈ ਗੱਲ ਨਹੀਂ, ਬੜੀ ਵਧੀਆ ਗੱਲ ਹੈ, ਪਰ ਤੂੰ ਸੱਚ ਬੋਲਦਾ? ਜਸਟ ਦੇਖੋ ਸਾਧ ਸੰਗਤ ਜੀ, ਬੜੀਆਂ ਗੱਲਾਂ ਕੰਮ ਦੀਆਂ ਲਿਖੀਆਂ ਨੇ, ਪਰ ਸਾਡੇ ਲੋਕਾਂ ਨੇ ਦੱਸੀਆਂ ਨਹੀਂ। ਬਾਣੀ ਨੇ ਪੁਆਇੰਟ ਟੂ ਪੁਆਇੰਟ ਗੱਲ ਕੀਤੀ ਹੈ, ਉਹਨਾਂ ਚ 2-4 ਪੁਆਇੰਟ ਤੁਸੀਂ ਆਪਣੇ ਜੀਵਨ ਚ ਲੈ ਕੇ ਵੇਖ ਲਓ, ਤੁਹਾਨੂੰ ਪਤਾ ਲੱਗ ਜਾਊਗਾ। ਆਮ ਤੌਰ ਤੇ ਆਪਾਂ ਕਹਿੰਦੇ ਆ ਉਹ ਜੀ ਫਲਾਨਾ ਬੰਦਾ ਜੀ ਬੜੀ ਸੇਵਾ ਕਰਦਾ, ਘਰ ਬਣਾ ਕੇ ਦੇ ਰਿਹਾ, ਲੋਕਾਂ ਨੂੰ ਹਸਪੀਟਲ ਬਣਾ ਕੇ ਦਿੱਤੇ ਆ। ਇਹ ਏਦਾਂ ਨਹੀਂ ਆ, ਉਹ ਬੰਦਾ ਨਹੀਂ ਕਰ ਸਕਦਾ। ਇਹੋ ਤੇ ਗੜਬੜ ਹੈ। ਜੇ ਤੂੰ ਬੰਦਾ ਕਰਦਾ ਤੇ ਫਿਰ ਹਉਮੈ ਆ ਜਾਣੀ ਜੇ ਤੁਹਾਡੇ ਅੰਦਰ, ਬਿਲਕੁਲ ਹਉਮੈ ਆ ਜਾਣੀ। ਤੇ ਜੇ ਤੁਸੀਂ ਕਹੋ ਇੱਕ ਹੋਰ ਲਾਈਨ ਵਰਤੋ, ਤੁਸੀਂ ਕਹੋ ਕਿ ਪਰਮਾਤਮਾ ਨੇ ਮੈਨੂੰ ਇਸ ਲਾਇਕ ਬਣਾਇਆ ਕਿ ਮੈਂ ਕਿਸੇ ਦੀ ਮਦਦ ਕਰ ਰਿਹਾ, ਫਿਰ ਨਹੀਂ ਹਉਮੈ ਆਊ। ਤੇ ਜੇ ਤੁਸੀਂ ਕਹਤਾ ਮੈਂ ਮਦਦ ਕਰਦਾ ਵਾਂ, ਫਿਰ ਹਉਮੈ ਜੇ। ਦੇਖੋ ਇਹ ਧਨ ਕਿੱਥੋਂ ਮਿਲਦਾ? ਇਹ ਦਿੰਦਾ ਉਹ ਆ ਤੇ ਤਾਂ ਹੀ ਮਿਲਦਾ ਵਾ। ਸਾਰੀ ਦੁਨੀਆ ਨੂੰ ਨਹੀਂ ਜੇ ਮਿਲਿਆ। ਜੇ ਤੁਹਾਨੂੰ ਕੁਝ ਪਾਵਰ ਮਿਲੀ ਹੈ ਨਾ, ਤੁਹਾਡਾ ਧਰਮ ਆ ਉਸ ਪਾਵਰ ਨੂੰ ਸਹੀ ਤਰ੍ਹਾਂ ਇਸਤੇਮਾਲ ਕਰਨਾ। ਤੁਸੀਂ ਇੱਕ ਤੇ ਹੁੰਦਾ ਨਾ ਕੌਨਫੀਡੈਂਸ, ਤੇ ਇੱਕ ਹੁੰਦਾ ਓਵਰ ਕੌਨਫੀਡੈਂਸ। ਜਿਹਦਾ ਓਵਰ ਹੁੰਦਾ ਨਾ ਉਹ ਬਹੁਤ ਮਾੜਾ ਹੁੰਦਾ, ਔਰ ਖਾਸ ਕਰਕੇ ਬੰਦੇ ਚ ਪ੍ਰੋਬਲਮ ਹੈ, ਬੰਦਾ ਓਵਰ ਰਿਐਕਟ ਕਰਦਾ ਬੰਦਾ। ਕਿਉਂਕਿ ਆਪਾਂ ਸਪੈਸ਼ਲ ਨਹੀਂ ਹੈਗੇ ਆ। ਇਹ ਜਸਟ ਆਪਣੇ ਮਨ ਚ ਘੁਬਾ ਕੇ ਰੱਖਣਾ ਚਾਹੀਦਾ ਕਿ ਕਈ ਵਾਰੀ ਸਾਡੇ ਮਨ ਚ ਆ ਜਾਂਦਾ ਕਿ ਬਹੁਤ ਸਪੈਸ਼ਲ ਆ, ਸਾਡੀ ਕੈਪੇਬਿਲਿਟੀ ਆ, ਸਾਡੀ ਕੁਆਲੀਫਿਕੇਸ਼ਨ ਆ, ਅਸੀਂ ਆਹ ਸਾਰਾ ਕੁਝ ਚੁੱਕੀ ਫਿਰਦੇ ਆ। ਨਹੀਂ, ਕੁਆਲੀਫਿਕੇਸ਼ਨ ਦੇ ਸਿਰ ਤੇ ਕੁਛ ਨਹੀਂ ਜੋ ਮਿਲਦਾ।
ਤੁਹਾਨੂੰ ਚੰਗੇ ਚੰਗੇ ਬੰਦੇ ਮਿਲਣਗੇ, ਬਹੁਤ ਥੋੜੀ ਥੋੜੀ ਤਨਖਾਹ ਤੇ ਕੰਮ ਕਰ ਰਿਹਾ, ਉਹਨਾਂ ਕੋਲ ਕੁਆਲੀਫਿਕੇਸ਼ਨ ਦੀ ਕਮੀ ਨਹੀਂ ਹੈ। ਤੁਹਾਨੂੰ ਅਨਪੜ੍ਹ ਬੰਦੇ ਮਿਲਣਗੇ, ਬੜੇ ਬੜੇ ਵੱਡੇ ਉਹਨਾਂ ਦੇ ਕਾਰੋਬਾਰ ਨੇ, ਬਿਜ਼ਨਸ ਹੈਗੇ। ਇਹ ਜਸਟ ਸੋਚੋ, ਇਹਦਾ ਮਤਲਬ ਕਿ ਇਹ ਕੁਆਲੀਫਿਕੇਸ਼ਨ ਤੋਂ ਇਲਾਵਾ ਵੀ ਕੁਝ ਕੰਮ ਕਰਦੇ ਆ ਜੀ, ਉਹ ਉਹਦੀ ਕਰਕੇ ਆ, ਔਰ ਉਹਦੇ ਸੰਸਕਾਰ ਹੈਗੇ ਨੇ, ਉਹਦੀ ਪੂਰਵਜ ਕੁਝ ਨੇ ਕੀਤਾ ਹੈ ਜਿਹਦੇ ਕਰਕੇ ਉਹਨੂੰ ਮਿਲਦਾ ਹੈ। ਭਾਵੇਂ ਕੋ ਪੜ੍ਹਾਈ ਦੀ ਕੁਆਲੀਫਿਕੇਸ਼ਨ ਨਹੀਂ ਹੈਗੀ, ਪਰ ਫਿਰ ਵੀ ਉਹਨੂੰ ਰਿਜ਼ਕ ਮਿਲੇਗਾ। ਇੱਥੇ ਫਿਰ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਜਿਹੜਾ ਸੂਤ ਤੂੰ ਗਲ ਦੇ ਵਿੱਚ ਪਾਇਆ ਹੈ ਨਾ, ਉਹ ਸਾਡੇ ਘਰ ਕੁਇੰਟਲਾਂ ਦੇ ਹਿਸਾਬ ਨਾਲ ਪਿਆ ਹੋਇਆ ਤੇ ਕੀ ਸਾਡੇ ਘਰ ਰੱਖਣ ਦੇ ਨਾਲ ਉਹ ਸਾਡਾ ਕੰਮ ਰੋਕ ਆ ਜਾਊਗਾ? ਤੂੰ ਤੇ ਤਿੰਨਾ ਧਾਗਾ ਦਾ ਪਾਇਆ ਨਾ, ਸਾਡਾ ਜੀਵਨ ਹੀ ਉੱਥੇ ਲੰਘਿਆ। ਅਸੀਂ ਤੇ ਬਣਾਉਨੇ ਆ ਮੈਨੂਫੈਕਚਰਰ, ਨਿੱਜਰ ਸਾਹਿਬ। ਬਿਲਕੁਲ। ਤੇ ਜਿਹਨੂੰ ਤੂੰ ਦੋ ਕੁ ਧਾਗੇ ਪਾਈ ਫਿਰਦਾ, ਇਹਨੂੰ ਵਿਚਾਰਨ ਕਰਨ ਦੀ ਲੋੜ ਹੈ। ਨਿੱਜਰ ਸਾਹਿਬ ਇਹ ਕਹਿ ਰਹੇ ਨੇ ਕਿ ਜੋ ਵੀ ਆਪਾਂ ਬਾਹਰੀ ਵਸਤਰ ਪਾ ਰਹੇ ਹਾਂ ਫੈਕਟਰੀਆਂ 'ਚ ਬਣ ਰਹੇ ਨੇ। ਜੇ ਫੈਕਟਰੀਆਂ 'ਚ ਬਣ ਰਹੇ ਨੇ ਤੇ ਇਹਦਾ ਮਤਲਬ ਨਹੀਂ ਹੈ ਕਿ ਉਹ ਸਾਰੇ ਬ੍ਰਹਮ ਗਿਆਨੀ ਬਣ ਗਏ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਤੂੰ ਵੀ ਆਪਣੇ ਆਪ ਨੂੰ ਧੋਖਾ ਨਾ ਦੇ। ਇਸ ਕਰਕੇ ਉਹ ਸਾਨੂੰ ਇਸ਼ਾਰਾ ਕਰ ਰਹੇ ਨੇ ਕਿ ਜੇ ਤੂੰ ਬਾਹਰੀ ਪਹਿਰਾਵੇ ਦੇ ਵਿੱਚ ਸੋਚ ਰਿਹਾ ਨਾ ਕਿ ਗੱਲ ਖਤਮ ਹੋ ਗਈ, ਗੱਲ ਇੱਥੇ ਖਤਮ ਨਹੀਂ ਹੋਈ, ਗੱਲ ਤੇ ਸ਼ੁਰੂ ਹੋਈ ਹੈ। ਹਜੇ ਤੂੰ ਐਡਮਿਸ਼ਨ ਲਈ ਹੈ ਕਲਾਸ ਦੇ ਵਿੱਚ। ਆਪਾਂ ਪਹਿਲੀ ਕਲਾਸ ਦੇ ਜਦੋਂ ਆਪਾਂ ਦੇਖੀਏ ਸਾਧ ਸੰਗਤ ਜੀ, ਪਤਾ ਕੀ ਪ੍ਰੋਬਲਮ ਆ ਧਰਮ ਦੇ ਵਿੱਚ? ਇੱਕ ਸਭ ਤੋਂ ਵੱਡੀ ਗਲਤੀ ਹੋ ਜਾਂਦੀ ਹੈ, ਪਹਿਲੀ ਕਲਾਸ ਨੂੰ ਬੰਦਾ ਆਖਰੀ ਕਲਾਸ ਸਮਝ ਕੇ ਬਹਿ ਜਾਂਦਾ। ਪ੍ਰਚਾਰਕ ਵੀ ਏਦਾਂ ਹੀ ਕਰਦੇ, ਉਹ ਕਹਿੰਦੇ ਬਈ ਹਾਂਜੀ ਤੁਸੀਂ ਜਸਟ ਸੋਚੋ, ਇੱਕ ਛੋਟਾ ਬੱਚਾ ਤੁਸੀਂ ਸਕੂਲੇ ਭੇਜਿਆ, ਉਹਨੂੰ ਡਰੈਸ ਲੈ ਕੇ ਦੇਤੀ, ਕਿਤਾਬਾਂ ਲੈ ਕੇ ਦੇਤੀਆਂ ਤੇ ਗੱਲ ਖਤਮ ਹੋ ਗਈ? ਨਹੀਂ, ਗੱਲ ਨਹੀਂ ਖਤਮ ਹੋਈ, ਗੱਲ ਤੇ ਸ਼ੁਰੂ ਹੋਈ ਹੈ। ਪਰ ਆਪਾਂ ਕਹਿ ਦਿੰਦੇ ਹਾਂ ਗੱਲ ਖਤਮ ਹੋ ਗਈ। ਅੰਮ੍ਰਿਤ ਛਕ ਲਿਆ, ਉਹ ਕਹਿੰਦੇ ਜਨੇਊ ਪਾ ਲਿਆ, ਦੂਜੇ ਮੁਸਲਮਾਨਾਂ ਚੋਂ ਕਹਿੰਦੇ ਸੁੰਨਤ ਕਰਤੀ, ਚਲੋ ਜੋ ਵੀ ਕੰਮ ਕਰਦਾ। ਹੋਰ ਜਿਹੜੇ ਵੀ ਧਰਮ ਹੋਣਗੇ ਉਹ ਵੀ ਏਦਾਂ ਕਰੀ ਜਾਂਦੇ ਆ। ਪਰ ਗੱਲ ਖਤਮ ਨਹੀਂ ਹੋਈ, ਗੱਲ ਤੇ ਹਜੇ ਸ਼ੁਰੂ ਹੋਈ ਹੈ। ਹਜੇ ਦੇ ਐਡਮਿਸ਼ਨ ਲਈ ਆਪਾਂ, ਹਜੇ ਉਸ ਤੋਂ ਬਾਅਦ ਅੱਗੇ ਚੱਲਣਾ ਹੈ, ਪਰ ਉਹ ਤੇ ਕੋਈ ਚੱਲਣ ਨੂੰ ਤਿਆਰ ਨਹੀਂ ਹੈ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਨਾਲੇ ਇੱਕ ਗੱਲ ਹੋ ਰਿਹਾ, ਦੇਖੋ ਕੈਸੀ ਵਿਡੰਬਨਾ ਹੈਗੀ ਕਿ ਜਿਹੜਾ ਪ੍ਰਚਾਰਕ ਹੈਗਾ ਉਹ 99% ਸਾਧਕ ਨਹੀਂ ਹੈਗਾ। ਹੁਣ ਦੱਸੋ, ਪ੍ਰੈਕਟੀਕਲ ਨਹੀਂ ਹੈਗਾ। ਪ੍ਰੈਕਟੀਕਲ ਕਿੱਥੋਂ? ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਰੱਬ ਹੈਗਾ ਕਿ ਨਹੀਂ ਹੈਗਾ। ਹੁਣ ਅੱਖੇ ਟੂ ਕੀ ਦੱਸਣਾ, ਜਿਹਨੇ ਖੁਦ ਨਹੀਂ ਲੱਭਿਆ ਉਹ ਕਿੱਥੋਂ ਗੱਲ ਕਰੂਗਾ? ਉਹ ਨਹੀਂ ਜੋ ਗੱਲ ਕਰ ਸਕਦਾ। ਇਸ ਲਈ ਸਾਧਕ ਚਾਹੀਦਾ ਪ੍ਰੋਪਰ, ਔਰ ਉਹਨੇ ਉਸ ਵੇਲਣੇ ਦੇ ਵਿੱਚੋਂ ਲੰਘਿਆ ਹੋਣਾ ਚਾਹੀਦਾ। ਜੇ ਵੇਲਣੇ ਚ ਨਹੀਂ ਲੰਘਿਆ ਨਾ, ਗੱਲ ਨਹੀਂ ਚ ਬਣੇ ਕੋਈ। ਬਿਲਕੁਲ। ਪਰ ਇਮਤਿਹਾਨ ਬੜਾ ਦਿੰਦਾ ਜੋ ਪ੍ਰਮਾਤਮਾ। ਉੱਪਰ ਠੋ ਕੇ ਬਰਤਨ ਤੁਸੀਂ ਵੇਖਿਆ ਬਾਜ਼ਾਰ ਜਾ ਕੇ? ਆਪ ਜਸਟ ਸੋਚੋ, ਉੱਥੇ ਬਾਜ਼ਾਰ ਆਪਾਂ 100 ਰੁਪਏ ਦਾ ਭਾਂਡਾ ਲੈਣਾ ਹੋਵੇ, ਟਨਕਾ ਕੇ ਲੈਨੇ ਆਪਾਂ ਨਿੱਜਰ ਸਾਹਿਬ। ਬਿਲਕੁਲ। ਮੈਂ ਉਧਰ ਗਿਆ ਸਾਂ ਤੇ ਉਹ ਆਪਣੀ ਭੈਣ ਨੂੰ ਮਿਲਣ, ਤੇ ਚਲੋ ਉਹਦੇ ਠੀਕ ਨਹੀਂ ਸੀ, ਮੁੜ ਕੇ ਬਾਈ ਦੇ ਅਸੀਂ ਵਾਪਸ ਆ ਰਹੇ ਹਾਂ ਤੇ ਤਰਨਤਾਰਨ ਤੋਂ ਪੱਲੇ ਨਿੱਜਰ ਸਾਹਿਬ ਉਹ ਮਿਲਦੇ ਆ, ਰਾਈਬਰ ਮਿਲਦੇ ਆ ਮਿੱਟੀ ਵਾਲੇ। ਹਾਂਜੀ 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 ਬਿਲਕੁਲ। ਉਹਦਾ ਟੂਟੀ ਟਾਟੀ ਲਾਈ ਤੇ ਉਹ ਕਹਿੰਦੇ ਆ ਹੁਣ ਫਿਰ ਸਾਨੂੰ ਟੈਸਟਿੰਗ ਕਰਨੀ ਸੀ ਉਹਦੀ QC। ਕਹਿੰਦੇ ਪਾਣੀ ਭਰ ਕੇ ਦਿਖਾਉਂਦੇ ਆ ਤੁਹਾਨੂੰ ਨਿੱਜਰ ਸਾਹਿਬ। ਬਿਲਕੁਲ। 250-300 ਰੁਪਏ ਦੀ ਆਈਟਮ ਆ। ਕਹਿੰਦੇ ਆ ਕਿ ਪਾਣੀ ਭਰਾਂਗੇ ਤੇ ਫਿਰ ਉਹਨੂੰ ਵੇਖ ਕੇ ਉਹਦੀ ਪੂਰੀ ਤਸੱਲੀ ਕਰਕੇ ਫਿਰ ਆਪਾਂ ਲਿਆ। ਇਹ ਪ੍ਰਕਿਰਤੀ ਚੋਂ ਵੀ ਉਹੀ ਭਾਂਡਾ ਨਿਕਲੂਗਾ ਜਿਹਦੀ ਪੂਰੀ ਤਰ੍ਹਾਂ ਉਹਦੀ ਚੈਕਿੰਗ ਹੋ ਜਾਊਗੀ। ਜੇ ਲੀਕੇਜ ਹੋਊਗਾ ਤੇ ਉਹ ਗੱਲ ਨਹੀਂ ਜੇ ਬਣੀ, ਉਹ ਤੁਹਾਡੇ ਚ ਅੰਮ੍ਰਿਤ ਨਹੀਂ ਰੁਕੇਗਾ। ਅੰਮ੍ਰਿਤ ਆਏਗਾ ਪਰ ਤੁਹਾਡੀਆਂ ਟੂਟੀਆਂ ਹੀ ਖਰਾਬ ਨੇ, ਕੀ ਕਰ ਲੋਗੇ? ਬਿਲਕੁਲ। ਉਹ ਅੰਮ੍ਰਿਤ ਤੋਂ ਲੀਕ ਹੋ ਜਾਣਾ। ਇਸ ਕਰਕੇ ਬਰਤਨ ਨੂੰ ਬੜਾ ਚੰਗੀ ਤਰ੍ਹਾਂ ਆਪਾਂ ਸੰਭਾਲਣਾ ਵੀ ਹੈ। ਇਹ ਜਿਹੜੇ ਆਪਾਂ ਨੂੰ ਕਕਾਰ ਦਿੱਤੇ ਨਾ, ਇਹ ਕੇਵਲ ਟੂਟੀਆਂ ਬੰਦ ਕਰਨ ਵਾਸਤੇ ਦਿੱਤੇ ਆ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ। ਇਹ ਨਹੀਂ ਹੈ ਕਿ ਟੂਟੇ ਪਾਲੇ ਤੇ ਗੱਲ ਖਤਮ ਹੋ ਗਈ। ਉਸ ਤੋਂ ਬਾਅਦ ਉਹਨਾਂ ਦੇ ਕੰਮ ਹੈਗੇ ਨੇ, ਉਹ ਉਹਨਾਂ ਨੂੰ ਸਾਨੂੰ ਫੋਲੋ ਕਰਨਾ ਪਊ। ਉਹ ਇੱਕ, ਔਰ ਜੇ ਫੋਲੋ ਹੁੰਦੇ ਤਾਂ ਬਹੁਤ ਵਧੀਆ। ਉਹਦੇ ਚ ਫਿਰ 2 ਆਪਸ਼ਨ ਹੈਗੇ ਆ। ਇੱਕ ਹੋਰ ਆਪਸ਼ਨ ਹੈ, ਜੇ ਸਾਡੇ ਕੋਲ ਨਹੀਂ ਫੋਲੋ ਹੋ ਰਹੇ, ਬਹੁਤ ਪਾਵਰ ਹੈ, ਮਾਇਆ ਬਹੁਤ ਪਾਵਰਫੁਲ ਹੈ, ਫਿਰ ਪ੍ਰਮਾਤਮਾ ਦੀ ਮਦਦ ਲੈਣੀ ਪਊ। ਪ੍ਰਮਾਤਮਾ ਦੀ ਮਦਦ ਲੈਣ ਦਾ ਕੀ ਤਰੀਕਾ ਹੈ? ਦੇਖੋ, ਆਪ ਪਿਆਰ ਕਰਨਾ ਪਊ ਇਹਨੂੰ। ਪਰ ਅਸੀਂ ਵੀ ਤੇ ਲੋਕਾਂ ਨੂੰ ਪਿਆਰ ਕਰਦੇ ਹੀ ਆ ਨਾ, ਕਿ ਮਾਂ ਪਿਓ, ਇੱਕ ਧੀਆਂ ਪੁੱਤ, ਭੈਣ ਭਰਾ, ਪਤੀ ਪਤਨੀ, ਸਾਰੇ ਆਪਾਂ ਪਿਆਰ ਹੀ ਕਰਦੇ ਹਾਂ। ਇਹ ਪਿਆਰ ਨਹੀਂ ਜੋ ਸਹੀ, ਇਹ ਪਿਆਰ ਦੇ ਪਿੱਛੇ ਸਾਡੀ ਡਿਮਾਂਡ ਬੈਠੀ ਹੈ। ਬਿਲਕੁਲ ਬੈਠੀ ਹੈ, ਬਿਲਕੁਲ ਬੈਠੀ ਹੈ ਗੁਰਕੀ ਸਾਹਿਬ, ਬਿਲਕੁਲ ਬੈਠੀ ਹੈ। ਹਾਂ, ਇਹ ਪਿਆਰ ਨਹੀਂ ਪਰਮਾਤਮਾ ਨੂੰ ਚਾਹੀਦਾ। ਇਹ ਤੇ ਨਕਲੀ ਪਿਆਰ ਆ, ਇਹ ਤੇ ਭੌਤਿਕ ਪਿਆਰ ਹੈ। ਇਹਦੇ ਪਿੱਛੇ ਅਸੀਂ ਚਾਹੁੰਦੇ ਹਾਂ ਕੁਛ ਅਗਲੇ ਤੋਂ, ਉਹ ਦਿੱਤਾ ਤੇ ਪਿਆਰ ਆ। ਮੁੜ ਕੇ ਉਸੇ ਪਿਆਰ ਨੇ ਨਫ਼ਰਤ ਚ ਚੱਲ ਜਾਣਾ। ਮੁੜ ਕੇ
ਸਹੀ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਹੈ ਗੋਰਖੀ ਸਾਹਿਬ, ਜੇ ਚਾਹੀਦਾ ਤੇ ਆਪਾਂ ਬਾਣੀ ਦੇ ਸਕਦੇ ਹਾਂ ਇਹਦੇ ਉੱਤੇ, ਬਿਲਕੁਲ ਮਤਲਬ ਜਿਹੜੀ ਹੈਗੀ ਆ ਮਹਾਰਾਜ ਨੇ ਜਿਹੜਾ ਹੈਗਾ ਇਹਦੇ ਬਾਰੇ ਜਿਹੜਾ ਹੈਗਾ ਇਹ ਪਿਆਰ ਕਾਹਦਾ ਹੈਗਾ ਸਾਰਾ ਦਾ ਸਾਰਾ ਮਹਾਰਾਜ ਨੇ ਦੱਸਿਆ ਇਹਦੇ ਬਾਰੇ ਪੂਰਾ ਦਾ ਪੂਰਾ, ਕਿ ਭਾਈ ਜਿਹੜੇ ਰੋ ਰਹੇ ਆ, ਜਿਨ੍ਹਾਂ ਦਾ ਕੋਈ ਮਰ ਗਿਆ ਆ, ਉਹ ਰੋ ਰਹੇ ਆ, ਤੇ ਉਹ ਕਿਉਂ ਰੋ ਰਹੇ? ਉਹ ਵੀ ਸੱਚੇ ਨਹੀਂ ਰੋ ਰਹੇ, ਕਿਉਂਕਿ ਉਹਨਾਂ ਦਾ ਕੋਈ ਨਾ ਕੋਈ ਕਿਤੇ ਨਾ ਕਿਤੇ ਕੰਮ ਜਿਹੜਾ ਉਹਦੇ ਨਾਲ ਸੀਗਾ, ਤੇ ਤਾਂ ਉਹਨਾਂ ਦਾ ਮੋਹ ਸੀਗਾ ਨਾ, ਉਹਨਾਂ ਦਾ ਸਬਰ ਰਿਹਾ ਸੀ, ਤਾਂ ਉਹ ਰੋ ਰਹੇ ਆ। ਤੇ ਦੂਸਰੇ ਜਿਹੜੇ ਆ ਕੇ ਜਿਹੜੇ ਹੈਗੇ ਉਹ ਜਿਹੜੇ ਹੈਗੇ ਅਫਸੋਸ ਕਰ ਰਹੇ ਆ, ਉਹ ਤਾਂ ਕਹਿੰਦੇ ਹਾਂ ਵੈਸੇ ਹੀ ਜਿਹੜੇ ਹੈਗੇ ਉਹਨਾਂ ਦਾ ਤਾਂ ਕੋਈ, ਉਹ ਤਾਂ ਅੰਦਰੋਂ ਕੋਈ ਪ੍ਰੋਬਲਮ ਨਹੀਂ, ਅੰਦਰੋਂ ਪੂਰੇ ਖੁਸ਼ ਹੈਗੇ, ਬਾਹਰੋਂ ਹੀ ਅਫਸੋਸ ਕਰ ਰਹੇ। ਪੰਜਵੀਂ ਪਾਤਸ਼ਾਹੀ ਦਾ ਸ਼ਬਦ ਨਿੱਜਾ ਸਾਹਿਬ ਜਿਹੜੇ ਵੈਨ ਪਾਉਂਦੇ ਤੇ ਉਹ ਵੀ ਤੇ ਦੱਸਦੇ ਆ ਨਾ ਕਿ ਤੇਰੀਆਂ ਮੱਝਾਂ ਕੌਣ ਸਾਂਭੂ, ਤੇਰੀ ਪੈਲੀ ਕੌਣ ਵਾਹੂ, ਬਿਲਕੁਲ ਆਪਣੇ ਬੱਚਿਆਂ ਨੂੰ ਸਕੂਲੇ ਕਿੱਥੋਂ ਕੌਣ ਛੱਡ ਕੇ ਆਊ। ਉਹਦੇ ਜਿਹੜੇ ਕੰਮ ਆ ਨਾ ਜਦੋਂ ਕਰਦਾ ਸੀ, ਉਹ ਕੰਮਾਂ ਨੂੰ ਰੋਂਦੇ ਨੇ ਲੋਕ। ਹਾਂ ਬਿਲਕੁਲ ਸਹੀ ਗੱਲ। ਜਿਹੜੀ ਤਨਖਾਹ ਲਿਆਂਦਾ ਸਾ, ਉਹ ਤਨਖਾਹ ਕੌਣ ਲੈ ਕੇ ਆਉ? ਹਾਂ ਜੇ ਸਰਕਾਰੀ ਨੌਕਰੀ ਆ ਫਿਰ ਤੇ ਕਿਤੇ ਚੰਗਾ, ਸਗੋਂ ਪੈਨਸ਼ਨ ਆ ਜਾਊਗੀ, ਪੈਨਸ਼ਨ ਆਈ ਜਾਊਗੀ, ਕੋਈ ਗੱਲ ਨਹੀਂ, ਕਰ ਲਾਂਗੇ ਸਬਰ, ਸਾਡੇ ਮੁੰਡੇ ਨੂੰ ਨੌਕਰੀ ਦੇ ਦਿਓ। ਕਹਿਣ ਤੋਂ ਭਾਵ ਸੋਚੋ ਇਹ ਸੰਸਾਰ ਹੈ, ਏਦਾਂ ਹੀ ਹੈ ਪ੍ਰਮਾਤਮਾ ਨੇ ਮਾਇਆ। ਔਰ ਇਹਦੇ ਬਾਵਜੂਦ ਵੀ ਬੰਦੇ ਦੀਆਂ ਅੱਖਾਂ ਤੇ ਏਦਾਂ ਪੜਦਾ ਹੈ, ਦੇਖ ਲਓ ਬੰਦੇ ਨੂੰ ਨਹੀਂ ਪਤਾ ਲੱਗਦਾ, ਵਿਚਾਰੇ ਨੂੰ ਨਹੀਂ ਪਤਾ ਲੱਗਦਾ, ਬਹੁਤ ਵੱਡਾ ਬੇਵਕੂਫ ਹੈ। ਉਹ ਦੇਖਿਆ ਤੁਸੀਂ ਉਹ ਬਾਲਮੀਕੀ ਵਾਲਾ ਸਾਹਿਬ, ਬਾਲਮੀਕੀ ਦੀ ਜਿਹੜੀ ਕਹਾਣੀ ਹੈ ਨਾ, ਸੱਚ ਗਲਤ, ਉਹ ਸਾਨੂੰ ਸਮਝਾਉਣ ਵਾਸਤੇ ਆ। ਬਾਲਮੀਕੀ ਨੇ ਕੀਤਾ ਲੁੱਟਿਆ ਲੋਕਾਂ ਨੂੰ ਤੇ ਨਹੀਂ ਲੁੱਟਿਆ, ਪਰ ਉਹ ਸਾਨੂੰ ਸਮਝਾਉਣ ਵਾਸਤੇ ਆ ਕਿ ਅਸੀਂ ਸੰਸਾਰ ਨੂੰ ਲੁੱਟਦੇ ਪਏ ਆ। ਉਹ ਬਾਲਮੀਕੀ ਨੂੰ ਤੇ ਚਲੋ ਇਹਨਾਂ ਨੇ ਕਿਰਦਾਰ ਨੂੰ ਯੂਜ਼ ਕੀਤਾ, ਇੱਕ ਕਰੈਕਟਰ ਹੈ ਉਹ। ਪੁਰਾਣੇ ਜ਼ਮਾਨਿਆਂ ਇਹ ਜਿਹੜੀਆਂ ਕਹਾਣੀਆਂ ਹੁੰਦੀਆਂ ਨੇ, ਇਤਿਹਾਸ ਹੁੰਦੇ ਨੇ, ਸਾਨੂੰ ਸਮਝਾਉਣ ਵਾਸਤੇ ਕਿ ਬਾਲਮੀਕੀ ਵਾਂਗੂ ਤੂੰ ਦੁਨੀਆ ਨੂੰ ਠੱਗਾ ਮਾਰੀ ਜਾਂਦੇ, ਲੁੱਟੀ ਜਾਂਦਾ, ਕਿਸੇ ਦੀ ਧੌਣ ਵੱਢ ਲੈਣਾ, ਕਿਸੇ ਦੀ ਲੱਤ ਵੱਢ ਲੈਣਾ, ਕਿਸੇ ਦਾ ਗੁੱਟ ਵੱਢ ਲੈਣਾ, ਕੀ ਕਰੀ ਜਾ ਰਿਹਾ ਹੈ। ਕੱਲ ਨੂੰ ਲੇਖਾ ਦੇਣਾ ਕੋ ਪੁੱਛੂਗਾ ਕਿ ਇਹ ਤੇਰੇ ਨਾਲ ਹਿੱਸਾ ਲੈਣਗੇ। ਬਿਲਕੁਲ ਹਾਂ, ਕਿਸੇ ਨੇ ਤੁਹਾਡੇ ਲਾਗੇ ਲੱਗਣਾ, ਉਦੋਂ ਵੇਲਣ 'ਚ ਤੁਹਾਡੀ ਬਾਂਹ ਫਸਣੀ ਆ, ਤੇ ਉਹ ਵੇਲਣ 'ਚ ਤੁਸੀਂ ਲੰਘਣਾ ਹੋਣਾ, ਕਿਉਂਕਿ ਵਕਤ ਇੱਕ ਵੇਲਣਾ ਕਿ ਹੈਗਾ ਨਿੱਜਾ ਸਾਹਿਬ। ਆਪ ਜਸਟ ਸੋਚੋ, ਜੋ ਆਪਾਂ ਕਰਮ ਕਰਦੇ ਆ, ਇਹ ਸਾਰੇ ਗੰਨੇ ਵਾਂਗੂ ਸਾਡੇ ਨਾਲ ਚਿੰਬੜ ਜਾਣੇ ਆ। ਔਰ ਜਦੋਂ ਅਸੀਂ ਉਹ ਪ੍ਰੋਸੈਸ 'ਚ ਜਾਣਾ ਹੈ, ਇਹ ਤੁਸੀਂ ਮਰਨ ਤੋਂ ਬਾਅਦ ਤੇ ਬੜੀ ਦੂਰ ਦੀ ਗੱਲ ਆ, 80-90% ਬੰਦਾ ਜਿਉਂਦੇ ਭੋਗ ਕੇ ਜਾਂਦਾ। ਇਹ ਸੱਚ ਹੈਗਾ ਕਿ ਬਿਲਕੁਲ ਝੂਠ ਨਹੀਂ ਆ। ਪ੍ਰਕਿਰਤੀ ਕੁਝ ਚੀਜ਼ਾਂ ਜਿਹੜੀਆਂ ਇੱਥੇ ਹਿਸਾਬ ਤੋਂ ਲਾ ਲੈਂਦੀ ਹੈ। ਪਹਿਲੀ ਗੱਲ, ਤੁਸੀਂ ਕਿਸੇ ਨੂੰ ਮਾੜਾ ਕਹਿ ਕੇ ਵੇਖ ਲਓ, ਕਿਤੇ ਕ੍ਰੋਧ ਕਰਕੇ ਵੇਖ ਲਓ, ਤੁਹਾਡਾ 2-4 ਦਿਨ ਹਿਰਦੇ ਨਹੀਂ ਸ਼ਾਂਤ ਰਹਿਣਾ, ਤੁਸੀਂ ਅੰਦਰੋਂ ਕਲਪਦੇ ਰਹਿਣਾ, ਪਰੇਸ਼ਾਨ ਰਹਿਣਾ। ਇਹ ਚੀਜ਼ਾਂ ਤੁਹਾਡੇ ਅੰਦਰ, ਜਿਹੜਾ ਬੰਦਾ ਠੱਗੀਆਂ ਮਾਰਦਾ, ਚੋਰੀਆਂ ਕਰਦਾ ਹੈ ਜਾਂ ਮਾੜਾ ਕੰਮ ਕਰਦਾ ਹੈ, ਤੁਸੀਂ ਦੇਖੋ ਤੁਹਾਡੀ ਆਤਮਾ ਜਿਹੜੀ ਹੈਗੀ ਨਾ, ਕਿੱਦਾਂ ਤੁਹਾਡੇ ਤੇ ਫਟਕਾਰਾਂ ਪਾਉਂਦੀ ਹੈ। ਨਿੱਜਰ ਸਾਹਿਬ ਬਿਲਕੁਲ ਪਾਉਂਦੀ ਹੈ ਜੀ, ਬਿਲਕੁਲ ਪਾਉਂਦੀ ਹੈ। ਹਾਂ, ਤੁਹਾਨੂੰ ਬਹੁਤ ਮਾੜਾ ਗੁੱਸਾ। ਪਰ ਸਾਧਕ ਜੇ ਤੁਸੀਂ ਕਹਿੰਦਾ ਮਾੜਾ ਕਰਕੇ ਵੇਖ ਲਿਓ, ਜਦ ਤੱਕ ਤੁਸੀਂ ਮਾਫੀ ਨਾ ਮੰਗ ਲੈਂਦੇ, ਤੁਹਾਡੀ ਆਤਮਾ ਨੇ ਤੁਹਾਨੂੰ ਬਹਿਣ ਨਹੀਂ ਦੇਣਾ। ਪਹਿਲਾਂ ਗੱਲ ਵੱਖਰੀ ਸੀ, ਜੋ ਮਰਜੀ ਬੋਲਿਆ ਤੁਸੀਂ ਕਹਿ ਕੇ ਨਿਕਲ ਗਏ, ਉਹ ਕਹਾਣੀ ਹੋ ਰਿਹਾ। ਜਿਹੜਾ ਸਾਧਨਾ ਕਰ ਗਿਆ ਨਾ 4-5 ਮਹੀਨੇ, ਉਹਦੀ ਸਮੱਸਿਆ ਖੜੀ ਹੋ ਜਾਣੀ ਆ, ਉਹ ਨਹੀਂ ਲੰਘ ਸਕਦਾ, ਉਹਨੂੰ ਵਾਪਸ ਆਉਣਾ ਪੈਣਾ, ਫਿਰ ਉਹ ਕਰੂਗਾ, ਫਿਰ ਗਾਂ ਚੱਲੂਗਾ। ਹਾਂਜੀ ਨਿੱਜਾ ਸਾਹਿਬ, ਅਗਲੀ ਤੋਂ ਬੋਲੋ। ਹਾਂਜੀ, ਇਹ ਨਾ ਰਿਕਾਰਡਿੰਗ ਜਿਹੜੀ ਹੈ ਲੇਟ ਹੋਈ, ਉਹ ਅੱਧੀ ਰਿਕਾਰਡਿੰਗ ਥੋੜੀ ਜਿਹੀ ਕੱਟ ਗਈ ਸੀਗੀ, ਦੁਬਾਰਾ ਮੈਂ ਸ਼ਬਦ ਬੋਲ ਦੇਣਾ। ਆਸਾ ਹਮ ਕਰ ਸੂਤ ਤਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਤੁਮੇ ਤੋਂ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੈ ਹਮਾਰੇ। ਕਹਿੰਦੇ ਮੇਰੇ ਘਰ ਦੇ ਵਿੱਚ ਤਾਂ ਇਹ ਸੂਤ ਦਾ ਤਾਨਾ ਜਿਹੜਾ ਹੈਗਾ ਇੰਨਾ ਜ਼ਿਆਦਾ ਹੈਗਾ, ਨਿਤ ਜਿਹੜਾ ਹੈਗਾ ਅਸੀਂ 24 ਘੰਟੇ ਜਿਹੜਾ ਹੈਗਾ ਸੂਤ ਹੀ ਤਣਿਆ ਜਾਂਦਾ ਹੈ, ਸੂਤ ਹੀ ਜਿਹੜਾ ਬਣਾਇਆ ਜਾਂਦਾ ਹੈ। ਤੇ ਤੇਰੇ ਕੋਲ 3 ਧਾਗੇ ਹੈਗੇ ਆ, ਜਨੇਊ ਪਾ ਕੇ, ਤੇ ਤੂੰ ਜਿਹੜਾ ਹੈਗਾ ਜਿਹੜਾ ਬਣ ਗਿਆ ਹੈ, ਤੂੰ ਜਿਹੜਾ ਹੈਗਾ ਗਿਆਨੀ ਬਣ ਗਿਆ ਹੈ, ਔਰ ਸਾਨੂੰ ਹੱਕਣ ਲੱਗ ਗਿਆ ਹੈ, ਤੂੰ ਦੁਨੀਆ ਨੂੰ ਹੱਕ ਰਿਹਾ ਹੈ। ਤੁਮੇ ਤੋਂ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੇ ਹਮਾਰੇ। ਕਹਿੰਦੇ ਤੂੰ ਤਾਂ ਵੇਦ ਪੜਦਾ ਹੈ, ਗਾਇਤਰੀ ਮੰਤਰ ਪੜਦਾ ਹੈ, ਪਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਮੇਰੇ ਹਿਰਦੇ ਦੇ ਵਿੱਚ ਹੈਗਾ। ਮੇਰੀ ਜੇਵਾ ਬਿਸ਼ਨ ਨੈਣ ਨਾਰਾਇਣ, ਹਿਰਦੇ ਬਸੇ ਗੋਬਿੰਦਾ। ਮੇਰੀ ਜੀਭ ਤੇ ਵੀ ਤੇ ਮੇਰੇ ਨੈਣਾਂ ਦੇ ਵਿੱਚ ਵੀ ਹਰੇਕ ਮੈਨੂੰ ਜਿਹੜਾ ਹੈਗਾ, ਹਰੇਕ ਦੇ ਵਿੱਚ ਮਾਲਕ ਪਰਮਾਤਮਾ ਨਜ਼ਰ ਆਉਂਦਾ ਹੈ। ਮੇਰੇ ਹਿਰਦੇ ਦੇ ਵਿੱਚ ਵੀ ਉਹ ਗੋਬਿੰਦ ਵਸਦਾ ਹੈ। ਜਮ ਦੁਆਰ ਜਬ ਪੁੱਛਸ ਬਵਰੇ, ਤਬ ਕਿਆ ਕਹਿਸ ਮੁਕੰਦਾ। ਜਦ ਜਮ ਦੁਆਰ ਦੇ ਉੱਤੇ ਜਦ ਧਰਮਰਾਜ ਨੇ ਪੁੱਛਿਆ, ਹੇ ਬੌਰੇ, ਹੇ ਪਾਗਲਾ,
ਉਹ ਮਾਲਕ ਪਰਮਾਤਮਾ ਮੁਕੁੰਦ ਜਿਹੜਾ ਹੈਗਾ ਉਹਦੇ ਕਾਨੂੰਨ ਦੇ ਹਿਸਾਬ ਦੇ ਨਾਲ, ਤੇ ਉੱਥੇ ਤੂੰ ਕੀ ਜਵਾਬ ਦੇਵੇਂਗਾ? ਰਹਾਓ। ਇੱਥੇ ਤੱਕ ਹੋ ਗਿਆ ਸੀਗਾ। ਹੁਣ ਅੱਗੇ ਜਿਹੜਾ ਹੈਗਾ ਕਬੀਰ ਜੀ ਕਹਿ ਰਿਹਾ, ਹਮ ਗੋਰੂ ਤੁਮ ਗੁਆਰ ਗੁਸਾਈ। ਕਹਿੰਦੇ ਤੁਸੀਂ ਤਾਂ ਜਿਹੜੇ ਹੈਗੇ ਆ ਗਿਆਨੀਓ, ਬ੍ਰਾਹਮਣੋ, ਤੁਸੀਂ ਤਾਂ ਜਿਹੜੇ ਹੈਗੇ ਆ, ਤੁਸੀਂ ਤਾਂ ਸਾਈਂ ਬਣੇ ਹੋਏ ਆ ਸਾਡੇ। ਅਸੀਂ ਤੁਹਾਡੀਆਂ ਜਿਹੜੀਆਂ ਹੈਗੀਆਂ ਗਊਆਂ ਹੈਗੀਆਂ, ਤੇ ਤੁਸੀਂ ਜਿਹੜੇ ਹੈਗੇ ਗਵਾਲੇ ਬਣੇ ਹੋਏ ਆ, ਰਾਖੇ ਸਾਡੇ। ਜਨਮ ਜਨਮ ਰਖਵਾਰੇ, ਜਨਮਾਂ ਤੋਂ ਜਿਹੜਾ ਇਹੀ ਚੱਲੀ ਆ ਰਿਹਾ ਬਈ ਗਿਆਨੀ ਪੰਡਤ ਜਿਹੜੇ ਹੈਗੇ ਜਿਸ ਤਰ੍ਹਾਂ ਕਹਿੰਦੇ ਆ, ਲੁਕਾਈ ਦੁਨੀਆ ਕਰੀ ਜਾਂਦੀ ਹੈ। ਹਮ ਗੋਰੂ ਤੁਮ ਗੁਆਰ ਗੁਸਾਈ, ਤੁਸੀਂ ਗੁਆਰ ਮਤਲਬ ਗਵਾਲੇ, ਸਾਨੂੰ ਸਾਡੀ ਰੱਖਿਆ ਕਰਨ ਵਾਲੇ, ਜਨਮਾਂ ਤੋਂ ਰੱਖਿਆ ਕਰਨ ਵਾਲੇ। ਹਮ ਗੋਰੂ ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ, ਕਬੂ ਨਾ ਪਾਰ ਉਤਾਰ ਚੜਾਇਓ, ਕੈਸੇ ਖਸਮ ਹਮਾਰੇ। ਮੈਂ ਨਹੀਂ ਮੰਨਦਾ ਹੁਣ ਤੈਨੂੰ, ਮੈਂ ਨਹੀਂ ਮੰਨਦਾ ਇਹਨਾਂ ਗੱਲਾਂ ਨੂੰ। ਹੁਣ ਕਹਿੰਦੇ ਕਦੀ ਵੀ ਤਾਂ ਪਾਰ ਨਹੀਂ ਉਤਾਰਿਆ, ਇੰਨੇ ਜਨਮ ਤਾਂ ਹੋ ਗਏ ਤੁਹਾਡੇ ਪਿੱਛੇ ਲੱਗ ਕੇ। ਕਬੂ ਨਾ ਪਾਰ ਉਤਾਰ ਚਰਾਇਓ, ਕੈਸੇ ਖਸਮ ਹਮਾਰੇ। ਤੁਸੀਂ ਕਾਦੇ ਰਾਖੇ ਹੋ, ਕਾਦੇ ਖਸਮ ਹੋ, ਕਾਦੇ ਗਵਾਲੇ ਹੋ ਤੁਸੀਂ ਕੀ ਰੱਖਿਆ ਕੀਤੀ ਹੈ? ਹਰ ਵਾਰੀ ਤਾਂ ਫੇਲ ਹੋ ਗਏ ਅਸੀਂ, ਮਨੁੱਖਾ ਜੂਨ ਲਈ ਆ, ਹਰ ਵਾਰੀ ਗਵਾ ਦਿੰਨੇ ਆ ਅਸੀਂ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਇੱਥੇ ਫਿਰ ਕਬੀਰ ਜੀ ਵੱਡੀ ਗੱਲ ਕਰ ਰਹੇ, ਉਹ ਕਹਿੰਦੇ ਕਿ ਤੁਸੀਂ ਚੌਧਰੀ ਬਣੇ ਫਿਰਦੇ। ਹਾਂ, ਤੁਸੀਂ ਮੱਝਾਂ ਵਾਂਗੂ, ਭੇਡਾਂ ਵਾਂਗੂ ਝੁੰਡਾਂ ਦੇ ਝੁੰਡ ਬਣਾਏ, ਲੱਖ ਕਰੋੜ ਬੰਦਾ ਤੁਹਾਡੇ ਮਗਰ ਤੁਰਿਆ ਫਿਰਦਾ ਹੈ। ਬੰਦਾ ਤੇ ਕੋਈ ਚੜਦਾ ਨਹੀਂ ਪਿਆ ਅਗਲੇ ਬੰਨੇ। ਹਾਂ, ਤੇ ਤੁਸੀਂ ਕਦੇ ਗਵਾਲੇ ਜੋ ਐਵੇਂ ਭੀੜਾਂ ਇਕੱਠੀਆਂ ਕੀਤੀਆਂ, ਐਵੇਂ ਰੌਲਾ ਵਾ। ਕਾਹਦਾ ਰੌਲਾ? ਕੋਈ ਬ੍ਰਹਮ ਗਿਆਨੀ ਤੇ ਤੁਹਾਡੇ ਚ ਤਾਂ ਬਣਦਾ ਨਹੀਂ ਪਿਆ। ਨਾ ਤੁਸੀਂ ਬਣੇ ਆ, ਨਾ ਤੁਹਾਡਾ ਅੱਗੇ ਬਣਿਆ, ਨਾ ਕੋਈ ਪਿੱਛੇ ਬਣਿਆ। ਜੇ ਕੋਈ ਹੈਗਾ ਤੇ ਦੱਸੋ ਸਾਨੂੰ। ਬਿਲਕੁਲ ਹੈਗਾ ਨਹੀਂ ਹੈਗਾ ਜੀ। ਭੀੜ ਚ ਤੇ ਖਾਸ ਕਰਕੇ ਨਹੀਂ ਹੈਗਾ, ਇਹ ਖਾਸ ਕਰਕੇ ਇਹਨਾਂ ਗਵਾਲਿਆਂ ਕੋ ਨਹੀਂ ਹੈਗਾ। ਚਲੋ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਤੁਸੀਂ ਸਿਆਣੇ ਜੋ, ਸਾਰੇ ਸਮਝਦੇ ਜੋ। ਇੱਥੇ ਬੇਵਕੂਫੀ ਵਾਸਤੇ ਦੁੱਖੀ ਜਿੰਨੀ ਜਗ੍ਹਾ ਨਹੀਂ ਹੈਗੀ। ਜੇ ਹੈਗੀ ਆ ਨਾ ਤਾਂ ਬਾਣੀ ਪੜੋ। ਬਾਣੀ ਤੁਹਾਨੂੰ ਤਸਦੀਕ ਕਰ ਦੇਗੀ, ਤੁਹਾਡੇ ਅੰਦਰ ਹੱਥ ਚ ਜੋ ਕੁਝ ਵੀ ਅਸਲੀ ਹੈਗਾ ਨਾ ਇੱਕਦਮ ਨਿਤਾਰ ਦੇਗੀ, ਬਾਣੀ ਪ੍ਰਗਟ ਕਰ ਦੇਗੀ ਤੁਹਾਡੇ ਗਿਆਨ ਨੂੰ। ਤੁਹਾਡੇ ਕੋਲ ਅਸਲੀ ਹੀਰਾ ਕਿ ਨਕਲੀ ਹੈਗਾ ਤਾਂ ਛੁੱਟ ਦੇ ਉਹਨੂੰ, ਟੈਨਸ਼ਨ ਨਹੀਂ ਲੈਣੀ, ਫਿਰ ਅਸਲੀ ਵੀ ਮਿਲ ਜਾਏਗਾ। ਪਰ ਜੇ ਨਕਲੀ ਪੜੇ ਰੱਖਾ ਨਾ ਤਾਂ ਅਸਲੀ ਨਹੀਂ ਜੋ ਮਿਲਣਾ। ਅੱਛਾ, ਇਹ ਤੇ ਕਹਿੰਦੇ ਨੇ ਕਿ ਤੁਸੀਂ ਉਤਲੀ ਤੁਕ, ਫਿਰ ਮੈਂ ਵਾਪਸ ਆ ਜਾਂਦਾ, ਕਹਿੰਦੇ ਕਿ ਜਿਹੜਾ ਤੁਸੀਂ ਗੱਲ ਚ ਜਨੇਊ ਪਾਈ ਫਿਰਦੇ ਜੋ, ਸਾਡੇ ਘਰ ਤੇ ਬਹੁਤ ਗਏ ਆ। ਦੂਜੀ ਗੱਲ ਤੁਸੀਂ ਕਹਿੰਦੇ ਤੁਮ ਤੋਂ ਵੇਦ ਪੜੋ ਗਾਇਤਰੀ, ਤੂੰ ਵੇਦਾਂ ਵਿੱਚ ਗਾਇਤਰੀ ਮੰਤਰ ਪੜ੍ਹਦੇ ਜੋ। ਉਹ ਕਹਿੰਦੇ ਰਿਤੇ, ਗੋਬਿੰਦ ਰਿਤੇ ਹਮਾਰੇ। ਤੈਨੂੰ ਪਤਾ ਉਹ ਜਿਹੜਾ ਤੂੰ ਮੰਤਰ ਪੜ੍ਹੀ ਜਾਂਦਾ ਉਹਦੇ ਅੱਖਰਾਂ ਦਾ ਮੰਤਰ ਆ, ਜਿਹੜਾ ਰਿਤੇ ਚ ਗੋਬਿੰਦ ਆ, ਉਹ ਮੇਰੇ ਅੰਦਰ ਪ੍ਰਗਟ ਹੋ ਗਿਆ ਵਾ। ਹੁਣ ਪ੍ਰਗਟ ਹੋ ਗਿਆ ਤੇ ਫਿਰ ਅੱਗੇ ਕੀ ਹੁੰਦਾ ਉਹਦੇ ਨਾਲ? ਅਗਲੀ ਤੋਂ ਬੋਲ ਨਹੀਂ ਜਾਂਦਾ, ਮੇਰੀ ਜਿਹਵਾ ਬਿਸਨ ਨੈਣ ਨਾਰਾਇਣ, ਹਿਰਦੇ ਬਸੇ ਗੋਬਿੰਦਾ। ਕਹਿੰਦੇ ਮੇਰੀ ਜੀਭ ਦੇ ਉੱਤੇ ਵੀ ਤੇ ਮੇਰੇ ਅੱਖਾਂ ਦੇ ਵਿੱਚ ਵੀ ਚਾਰੋਂ ਪਾਸੇ ਮੈਨੂੰ ਨਾਰਾਇਣ ਹੀ ਦਿਸਦਾ ਹਰੇਕ ਦੇ ਵਿੱਚ, ਤੇ ਮੇਰੇ ਹਿਰਦੇ ਚ ਵੀ ਬਸ ਰਿਹਾ ਹੈ ਗੋਬਿੰਦ ਮਾਲਕ। ਆਹੋ, ਕਹਿੰਦੇ ਕਿ ਜਦੋਂ ਮੇਰੇ ਅੰਦਰੋਂ ਪ੍ਰਗਟ ਹੋ ਗਿਆ ਤੇ ਫਿਰ ਕਿਉਂ ਮੇਰੀ ਜੇਬਾ, ਮੇਰੀ ਜ਼ੁਬਾਨ ਚ ਮੈਂ ਸੱਚ ਬੋਲਦਾ ਵਾਂ, ਮਿੱਥਿਆ ਨਹੀਂ ਬੋਲਦਾ। ਜਿਹੜਾ ਨਹੀਂ ਮੈਨੂੰ ਪਤਾ ਨਹੀਂ ਮੈਂ ਬੋਲਦਾ, ਮੈਂ ਕੇਵਲ ਉਹ ਬੋਲਦਾ ਜੋ ਮੈਂ ਜਾਣਿਆ। ਮੈਂ ਕੁਛ ਏਦਾਂ ਦਾ ਨਹੀਂ ਬੋਲਦਾ ਜਿਹਦੇ ਨਾਲ ਕਿਸੇ ਦਾ ਹਿਰਦਾ ਦੁਖੇ। ਮੈਂ ਝੂਠ ਨਹੀਂ ਕਰਦਾ, ਮੈਂ ਨਿੰਦਿਆ ਨਹੀਂ ਕਰਦਾ, ਮੈਂ ਚੁਗਲੀ ਨਹੀਂ ਕਰਦਾ, ਮੈਂ ਅਪਸ਼ਬਦ ਨਹੀਂ ਬੋਲਦਾ, ਮੈਂ ਮਾੜਾ ਨਹੀਂ ਬੋਲਦਾ, ਮੈਂ ਏਦਾਂ ਦਾ ਕੋਈ ਲਫ਼ਜ਼ ਨਹੀਂ ਬੋਲਦਾ ਜਿਹਦੇ ਕਰਕੇ ਕਿਸੇ ਦੀ ਇੱਜ਼ਤ ਘਟ ਜੇ। ਮੈਂ ਕਿਸੇ ਦੇ ਦੂਸ਼ਣ ਨਹੀਂ ਲਾਉਂਦਾ, ਦੇਖ ਕੇ ਨਿੱਠ ਕਰਦਾ। ਉਹ ਕਹਿੰਦੇ, ਫਿਰ ਅਗਲੇ ਕਹਿੰਦੇ ਨੈਣ, ਮੇਰੇ ਨੈਣ ਪਵਿੱਤਰ ਹੋ ਗਏ ਨੇ। ਜਦੋਂ ਹਿਰਦੇ ਚ ਮੇਰਾ ਗੋਬਿੰਦ ਆ ਕੇ ਵਸਿਆ ਤੇ ਨੈਣ ਪਵਿੱਤਰ ਹੋ ਜਾਣੇ ਤੁਹਾਡੇ, ਕਿਉਂਕਿ ਜਿਹੜਾ ਅੰਦਰ ਤੁਹਾਡੇ ਮਸ਼ੀਨ ਜਿਹੜੀ ਹੈਗੀ ਆ ਉਹਨੇ ਸਾਫ਼ ਹੋ ਜਾਣਾ। ਉਹ ਸਾਫ਼ ਹੋ ਗਈ, ਤੁਹਾਡੀਆਂ ਅੱਖਾਂ ਦਾ ਆਪਰੇਸ਼ਨ ਹੋ ਗਿਆ। ਦੇਖੋ ਇੱਕ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਜਦੋਂ ਸਾਨੂੰ ਨਹੀਂ ਦਿਖਦਾ ਤੇ ਅਸੀਂ ਕਿਸੇ ਨੂੰ ਕਹਾਂਗੇ ਵੀਰ ਜੀ ਦੱਸੋ ਸਾਹਮਣੇ ਭਲਾ ਕੀ ਲਿਖਿਆ, ਠੀਕ ਹੈ? ਉਹਨੇ ਕਹਿਣਾ ਬਈ ਉਹ ਰਣਜੀਤ ਉੱਤੇ ਨਾ ਫਲਾਨੀ ਗੱਲ ਲਿਖੀ ਹੈ। ਸਟੇਸ਼ਨ ਤੇ ਆਪਾਂ ਗਏ ਆ, ਕਿਹੜੀ ਟ੍ਰੇਨ ਹੈ ਜੀ? ਉਹ ਜੀ ਟ੍ਰੇਨ ਹੈ ਹਾਵੜਾ ਹੈਗੀ ਆ ਤੇ ਆ ਜੰਮੂ ਐਕਸਪ੍ਰੈਸ ਆ, ਏਦਾਂ। ਠੀਕ ਹੈ, ਬੜੀ ਮਿਹਰਬਾਨੀ ਭਾਜੀ। ਹੁਣ ਮੇਰੀਆਂ ਅੱਖਾਂ ਠੀਕ ਹੋ ਗਈਆਂ, ਫਿਰ ਮੈਨੂੰ ਕੀ ਲੋੜ ਪਈ ਕਿਸੇ ਕੋ ਪੁੱਛਣ ਦੀ? ਭਾਈ ਉੱਥੇ ਕੀ ਲਿਖਿਆ, ਮੈਂ ਖੁਦ ਪੜੂੰਗਾ। ਬਿਲਕੁਲ।
ਪਰ ਜਦੋਂ ਮੈਂ ਖੁਦ ਪੜੂੰਗਾ ਤੇ ਮੈਨੂੰ ਗਿਆਨ ਵੀ ਹੋਵੇਗਾ। 50 ਸੈਕਿੰਡ ਹੈਂਡ ਇਨਫੋਰਮੇਸ਼ਨ ਕੀ ਤਾਂ ਮੈਨੂੰ ਗਲਤ ਨਹੀਂ ਦੱਸੀ ਜਾਂਦਾ ਕਿ ਗਲਤੀ ਟ੍ਰੇਨ ਤੇ ਚੜ੍ਹਦੇ ਮੈਨੂੰ। ਪਰ ਜਦੋਂ ਮੇਰੀ ਨਜ਼ਰ ਠੀਕ ਹੋ ਗਈ ਨਾ ਤੇ ਫਿਰ ਮੈਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ। ਫਿਰ ਇਸੇ ਲਈ ਬਾਣੀ ਚ ਕਹਿੰਦੇ ਕਿ ਜਦੋਂ ਮੇਰੇ ਹਿਰਦੇ ਚ ਗੋਬਿੰਦ ਆ ਕੇ ਵਸ ਗਿਆ, ਜਿਹੜਾ ਤੁਸੀਂ ਆਜ ਗਾਇਤਰੀ ਮੰਤਰ ਪੜ੍ਹ ਰਹੇ ਜੋ, ਉਹ ਤੁਹਾਨੂੰ ਤੇ ਹਜੇ ਤੇ ਅੰਦਾਜ਼ੇ ਤੇ ਹਵਾ ਚ ਤੀਰ ਮਾਰਨ ਦੇ ਜੋ ਉਹ ਚੀਜ਼ ਮੰਤਰ ਪ੍ਰਗਟ ਕਰ ਲਈ ਹੈ। ਤੁਸੀਂ ਤੇ ਹਜੇ ਮਿਸ ਪਟਾਕੇ ਚਲਾਉਂਦੇ ਜੋ, ਹਜੇ ਆਈਡੀਆ ਲਾਉਂਦੇ ਜੋ ਕਿ ਇਹ ਨਦੀ ਚ ਲੰਘ ਜਾਗੇ, ਭਵ ਸਾਗਰ ਤੋਂ ਪਾਰ ਲੰਘ ਜਾਗੇ, ਮੈਂ ਤੇ ਜਿਉਂਦੇ ਜੀ ਮੁਕਤ ਹੋ ਗਿਆ ਵਾਂ। ਉਹ ਮੈਂ ਉਹਦਾ ਹਰੀ ਉਹਨੂੰ ਪ੍ਰਗਟ ਕੀਤਾ, ਔਰ ਉਹਨੂੰ ਪ੍ਰਗਟ ਹੋਣ ਦੇ ਨਾਲ ਫਿਰ ਕੀ ਸਬੂਤ ਨੇ? ਉਹ ਸਬੂਤ ਦੇ ਰਹੇ ਨੇ ਕਬੀਰ ਜੀ ਸਾਹਿਬ। ਬਿਲਕੁਲ ਐਵੇਂ ਗੱਪਾਂ ਹੀ ਨਹੀਂ ਰਹਿ ਗਈਆਂ। ਉਹ ਕਹਿੰਦੇ ਆ ਮੇਰੀ ਜੇਬਾ, ਮੇਰੇ ਨੈਣ ਔਰ ਮੇਰੇ ਹਿੱਸੇ ਚੋਂ ਪ੍ਰਮਾਤਮਾ ਆ ਗਿਆ। ਮੇਰੇ ਜਿਹੜੇ ਇੰਦਰੀ ਆ ਨਾ ਉਹ ਸ਼ੁੱਧ ਹੋ ਗਏ ਨੇ, ਪਵਿੱਤਰ ਹੋ ਗਏ। ਹੁਣ ਪ੍ਰਮਾਤਮਾ ਦਾ ਹੀ ਰੂਪ ਮੈਨੂੰ ਦਿਖਦਾ ਹੈ, ਮੈਨੂੰ ਕੋਈ ਇਨਸਾਨ ਨਹੀਂ ਦਿਖਦਾ। ਔਰ ਜੇ ਮੇਰੀ ਪ੍ਰਮਾਤਮਾ ਨੇ ਡਿਊਟੀ ਲਾਈ ਹੈ, ਵਧੀਆ ਡਿਊਟੀ ਲੱਗੀ ਹੈ। ਕਬੀਰ ਜੀ ਦੇਖੋ, ਆਪ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖੋ, ਆਪ ਜਸਟ ਨੋਟਿਸ ਕਰੋ, ਉਹਨਾਂ ਨੇ ਦਿੱਤਾ ਹੈ, ਲਿੱਤਾ ਨਹੀਂ ਆ। ਜਿਹੜੇ ਲੈਣ ਵਾਲੇ ਬੰਦੇ ਸਹੀ ਥੋੜੀ ਹੈਗੇ ਆ ਤੁਹਾਡੇ ਨਿੱਜਰ ਸਾਹਿਬ। ਬਿਲਕੁਲ ਆਪ ਜਸਟ ਕਬੀਰ ਜੀ ਕੀ ਕਰ ਰਿਹਾ, ਸੂਤ ਵੱਟਦੇ ਨੇ, ਮਾਂ ਗਾਲਾਂ ਕੱਢ ਰਹੀ ਹੈ, ਨਿਪੂਤ ਪੈਦਾ ਹੋ ਗਿਆ, ਟੋਟਲ ਲਾਸ ਕਰ ਰਿਹਾ, ਸਾਰਾ ਦਿਨ ਸੂਤ ਕੱਟਦਾ ਹੈ, ਸਾਨੂੰ ਕਮਾਈ ਨਹੀਂ ਦੇ ਰਿਹਾ। ਅਸੀਂ ਤੇ ਇਹਦੇ ਕੋਲ ਰਹਿਣਾ ਇਹ ਪਸੰਦ ਨਹੀਂ ਕਰਦੇ। ਇਹ ਨਿਜਰ ਸਾਹਿਬ ਬਿਲਕੁਲ ਸਹੀ ਹੈ। ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ, ਬਿਲਕੁਲ ਸ਼ਬਦ ਆਉਂਦੇ ਆ। ਉਹ ਕਹਿੰਦੇ ਇਹੋ ਜਿਹੇ ਬੰਦੇ ਕਹਿੰਦੇ ਜਬ ਤੇ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਪਿਓ, ਇਸ ਤਰ੍ਹਾਂ ਦਾ ਸ਼ਬਦ ਆਉਂਦਾ ਹੈ ਕਬੀਰ ਜੀ ਦਾ। ਆਓ ਕਹਿੰਦੇ ਤੇ ਬੰਦਾ ਬੜਾ ਏਦਾਂ ਦਾ ਬੰਦਾ ਵਾ, ਇਹ ਸਗੋਂ ਇੰਨੀ ਭੀੜ ਇਕੱਠੀ ਹੁੰਦੀ ਹੈ, ਸਗੋਂ ਇਹਨੂੰ ਤੇ ਚੜਾਵਾ ਲੈਣਾ ਚਾਹੀਦਾ ਪੰਡਤਾਂ ਨੂੰ। ਇਹ ਕੀ ਕਰ ਰਿਹਾ, ਆਪਣਾ ਸੂਤ ਹੀ ਵੇਚ ਦਿੰਦਾ। ਔਰ ਕਹਿੰਦੇ ਆ ਦੇਖੋ, ਕਹਿੰਦੇ ਦੋ ਚਾਰ ਜਿਹੜੇ ਹੈਗੇ ਘਰ ਆ ਕੇ ਬੈਠੇ ਹੋਏ ਸਤਸੰਗੀ, 2-4 ਰਸਤੇ 'ਚ, 2-4 ਹਾਲੇ ਘਰੋਂ ਤੁਰਨ ਵਾਲੇ ਆ, ਤੇ ਸਾਨੂੰ ਜਿਹੜਾ ਹੈਗਾ ਸੌਣ ਵਾਸਤੇ ਜਿਹੜਾ ਹੈਗਾ ਜ਼ਮੀਨ ਮਿਲਦੀ ਆ, ਉਹਨਾਂ ਨੂੰ ਮੰਜੇ ਦੇ ਦਿੰਦਾ ਹੈ। ਸਾਨੂੰ ਖਾਣ ਵਾਸਤੇ ਜਿਹੜਾ ਹੈਗਾ ਇਹ ਜਿਹੜੇ ਛੋਲੇ ਮਿਲਦੇ ਆ ਭੁੱਜੇ ਹੋਏ, ਉਹਨਾਂ ਨੂੰ ਜਿਹੜਾ ਹੈਗਾ ਰੋਟੀਆਂ ਦੇ ਦਿੰਦਾ। ਆਪ ਜਸਟ ਦੇਖੋ, ਗੱਲਾਂ 'ਚ ਮੈਟਰ ਨਹੀਂ। ਹੁਣ ਤੁਸੀਂ ਕਹੋਗੇ ਜੀ ਉਹ ਫਲਾਨਾ ਬੜਾ ਉੱਥੇ ਬੜੀ ਸੇਵਾ ਚੱਲਦੀ ਆ, ਉਹ ਸੇਵਾ ਤੇ ਚੱਲਦੀ ਆ, ਉਹਨੂੰ ਕਿਹਾ ਭਰਾਵਾ ਆਪਣੇ ਘਰੋਂ ਕਿੰਨੇ ਕੁ ਪੈਸੇ ਲਾਏ ਤੂੰ? ਇੰਨਾ ਲਾਏ, ਉਹ ਵੇਖੋ ਉਹਨਾਂ ਦੀ ਬਾਣੀ, ਵੇਖੋ ਨਾ ਜੀ। ਉਹ ਗੱਲਾਂ ਤੱਕ ਨਹੀਂ ਰਹਿ ਗਏ, ਗੱਲੀਆਂ ਅਸੀਂ ਚੰਗੀਆਂ, ਅਚਾਰੀ ਬੁਰੀਆਂ। ਆਪ ਜਸਟ ਦੇਖੋ, ਅਚਾਰਾਂ ਨੇ ਪ੍ਰਗਟ ਕਰਨਾ ਹੈ ਤੁਹਾਨੂੰ, ਤੁਹਾਡਾ ਵੀ ਗਿਆਨ, ਤੁਹਾਡੀ ਭਗਤੀ, ਉਹ ਤੁਹਾਡੇ ਐਕਸ਼ਨ 'ਚ ਆਉਣੀ ਆ, ਕਰਮਾਂ 'ਚ। ਕਰਮ ਤੇ ਉੱਤੇ ਕਰਮਾਂ 'ਚ ਤੇ ਉਹ, ਕਿਉਂਕਿ ਪ੍ਰਕਿਰਤੀ ਨੇ ਕਰਮ ਹੀ ਤੇ ਬਣਾਇਆ। ਕਰਮ ਗਿਆਨ ਹੋਇਆ ਤੇ ਸਾਡੇ ਕਰਮ ਸਿੱਧੇ ਹੋਣੇ। ਭਗਤੀ ਨੇ ਕੀ ਕਰਨਾ, ਆਪਾਂ ਸਧਾਰਨ ਤੌਰ ਤੇ ਪਿਆਰ ਕਰਦੇ ਹਾਂ। ਮੰਨ ਲਓ ਨਿੱਜਰ ਸਾਹਿਬ ਨਾਲ ਮੇਰੀ ਦੋਸਤੀ ਪੈ ਗਈ, ਬੜੀ ਯਾਰੀ ਸਾਡੀ, ਬਹੁਤ ਪਿਆਰ ਹੋ ਗਿਆ, ਤੇ ਮੇਰਾ ਇਰਾਦਾ ਬਣਿਆ ਕਿ ਨਿੱਜਰ ਸਾਹਿਬ ਮੇਰਾ ਕੈਨੇਡਾ ਦਾ ਵੀਜ਼ਾ ਲਵਾ ਦੇਣ। ਠੀਕ ਹੈ ਜੀ। ਤੇ ਨਿੱਜਰ ਸਾਹਿਬ ਨੇ ਵੀ ਮੈਨੂੰ ਕਿਹਾ ਚਰਨਜੀਤ ਕੋਈ ਨਹੀਂ, ਮਹੀਨੇ ਤੱਕ ਤੈਨੂੰ ਲਵਾ ਦਿੰਦਾ, ਰਾਹਦਾਰੀ ਭੇਜਦਾ। ਸਾਲ ਹੋ ਗਿਆ, ਬੀਤ ਗਿਆ, 1.5 ਸਾਲ ਹੋ ਗਿਆ, ਪਿਆਰ ਥੋੜਾ ਘੱਟ ਲੈ ਪੈਣਾ। ਫਿਰ ਹੌਲੀ ਹੌਲੀ ਮੈਂ ਲੋਕਾਂ ਨੂੰ ਕੰਪਲੇਂਟ ਕਰੂੰਗਾ ਕਿ ਨਿੱਜਰ ਸਾਹਿਬ ਨੇ ਰਾਹਦਾਰੀ ਨਹੀਂ ਭੇਜੀ। ਇੱਕ ਸਮਾਂ ਆਉਣਾ ਫਿਰ ਮੈਂ ਨਿੱਜਰ ਸਾਹਿਬ ਦੇ ਬਰਖਲਾਫ ਪ੍ਰਚਾਰ ਕਰਨਾ ਸ਼ੁਰੂ ਕਰ ਦੇਣਾ। ਉਹ ਨਹੀਂ ਜੋ ਬੰਦਾ ਸਹੀ, ਮੈਨੂੰ 1.5-2 ਸਾਲ ਮੇਰੇ ਨੂੰ ਲਾਰੇ ਲਾਉਂਦਾ ਰਿਹਾ, ਮੈਨੂੰ ਰਾਹਦਾਰੀ ਭੇਜੂਗਾ, ਭੇਜੀ। ਆਪਣਾ ਪਿਆਰ ਏਦਾਂ ਦਾ ਵਾ, ਪਿੱਛੇ ਕੁਛ ਲੁਕਿਆ ਹੋਇਆ ਹੈ, ਸਮੇਂ ਤੋਂ ਬਾਅਦ ਪ੍ਰਗਟ ਹੋਏਗਾ। ਪਰ ਇੱਥੇ ਕਰਦੇ ਨੇ ਪ੍ਰੇਮਾ ਭਗਤੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮਾ ਭਗਤੀ ਦੇ ਵਿੱਚ ਹੁੰਦਾ ਹੈ ਕਿ ਅਸੀਂ ਪ੍ਰਮਾਤਮਾ ਦੀ ਭਗਤੀ ਤੇ ਕਰਦੇ ਹਾਂ, ਪਰ ਸਾਡੀ ਕੋਈ ਇੱਛਾ ਨਹੀਂ ਹੈਗੀ ਨਿੱਜਰ ਸਾਹਿਬ। ਬਿਲਕੁਲ। ਪਰ ਜਦ ਤੱਕ ਇੱਛਾ ਹੈਗੀ ਨਾ, ਉਹ ਤੁਹਾਡੇ ਤੇ ਪ੍ਰਮਾਤਮਾ ਦੇ ਵਿੱਚ ਕੁਝ ਹੈਗਾ ਜੀ, ਤਦ ਤੱਕ ਗਤੀ ਹੈਗੀ। ਜਦ ਤੱਕ ਇੱਛਾ ਹੈਗੀ ਤਦ ਤੱਕ ਗਤੀ ਹੈਗੀ। ਆਪ ਜਸਟ ਸੋਚੋ, ਆਪ ਨਿੱਜਰ ਸਾਹਿਬ ਨੂੰ ਮੰਨ ਲਓ ਮੈਂ ਡਾਇਰੈਕਟ ਮਿਲਾਂ, ਪਰ ਮੈਂ ਜੇ ਵਿੱਚ ਵਿਚੋਲਾ ਪਾ ਲਿਆ, ਤੇ ਵਿਚੋਲੇ ਦਾ ਮਤਲਬ ਵਿੱਚ ਕੁਝ ਪਾ ਲਿਆ, ਗਿਫਟ ਗੁਫਟ ਵਗੈਰਾ, ਤੇ ਉਹ ਖਤਮ ਕਹਾਣੀ। ਉਹ ਵਿੱਚ ਆ ਗਿਆ ਨਾ ਸਾਡੇ ਦੋਨੋਂ, ਜਾਂ ਡਾਇਰੈਕਟ ਸੀ ਗੱਲ, ਇੱਕ ਜਾਂ ਮੰਗ ਵਿੱਚ ਆ ਗਈ ਹੁਣ। ਹਾਂਜੀ ਠੀਕ ਹੈ ਨਿੱਜਰ ਸਾਹਿਬ, ਅਗਲੀ ਤੋਂ ਬੋਲੋ। ਜਮ ਦੁਆਰ ਜਬ ਪੁੱਛਸ ਬਵਰੇ ਤਬ ਕਿਆ ਕਹਿਸ ਮੁਕੰਦਾ ਰਹਾਓ। ਆਓ ਕਹਿੰਦੇ ਜਦੋਂ ਤੈਨੂੰ ਜਮਾ ਦੇ ਦਰਵਾਜ਼ੇ ਤੇ ਕੇ ਖੜਿਆ, ਜਮ ਦਾ ਮਤਲਬ ਕੀ ਹੈ? ਭੋਗੀ ਯੂਨੀ 'ਚ ਜਾਣਾ ਪੈਣਾ ਤੈਨੂੰ, ਉੱਥੇ ਜਾ ਕੇ ਅਗਲੇ ਨੇ ਵੇਖਣਾ ਬਈ ਕਿ ਤੂੰ ਕੀ ਕੀਤਾ ਸੀ। ਤੇ ਤੁਸੀਂ ਕਹੋ ਗਾਇਤਰੀ ਜਨੇਊ ਪਾਇਆ ਸੀ, ਗਾਇਤਰੀ ਮੰਤਰ ਪੜਿਆ, ਤੇ ਉਹਨਾਂ ਕਹਿਣਾ ਕਿ ਠੀਕ ਹੈ ਤੂੰ ਗਾਇਤਰੀ ਮੰਤਰ ਪੜਿਆ, ਤੂੰ ਜਨੇਊ ਪਾਇਆ,
ਉਹ ਭਰਾਵਾ ਆ ਜਿਹੜਾ ਲੋਕਾਂ ਦਾ ਚੜਾਵਾ ਖਾਂਦਾ ਰਿਹਾ ਇਹ ਕੀ ਹੋਏ, ਤੂੰ ਕੰਮ ਕਿਉਂ ਨਹੀਂ ਕੀਤਾ? ਤੈਨੂੰ ਨਹੀਂ ਪਤਾ ਲੱਗਾ ਕਿ ਰੱਬ ਨੇ ਹੱਥ ਤੈਨੂੰ ਦਿੱਤੇ, ਤੂੰ ਫਿਰ ਉਹ ਕੰਮ ਲੋਕਾਂ ਨੂੰ ਕਹਿ ਕਰਨ ਵਾਸਤੇ ਪਰ ਤੂੰ ਖੁਦ ਕੀਤੇ। ਜਸਟ ਆ ਸੰਗਤ ਜੀ, ਜਸਟ ਬੀ ਕੇਅਰਫੁਲ। ਕੋਈ ਪ੍ਰਮਾਤਮਾ ਸਾਡੇ ਤੋਂ ਵੱਖ ਨਹੀਂ ਹੈ। ਜੇਕਰ ਸਾਡੀ ਨਜ਼ਰ 'ਚ ਉਹ ਚੀਜ਼ ਸਹੀ ਨਹੀਂ ਹੈਗੀ ਤੇ ਪ੍ਰਮਾਤਮਾ ਦੀ ਨਜ਼ਰ 'ਚ ਵੀ ਉਹ ਚੀਜ਼ ਸਹੀ ਨਹੀਂ ਹੈਗੀ। ਠੀਕ ਹੈ ਨਾ ਜੀ? ਬਿਲਕੁਲ। ਫਿਰ ਉਹ ਕਹਿੰਦੇ ਆ ਕਿ ਕਾਜੀ ਉਤਨੀ ਵੀ ਪਾਣੀ ਪਿਆ ਕਿ ਕਾਜੀ ਜਿਹੜਾ ਕੰਮ ਤੂੰ ਨਹੀਂ ਕਰ ਰਿਹਾ ਫਿਰ ਲੋਕਾਂ ਤੋਂ ਕਿੱਦਾਂ ਐਕਸਪੈਕਟ ਕਰ ਰਿਹਾ, ਕਿੱਦਾਂ ਸੋਚਦਾ ਕਿ ਲੋਕੀ ਕਰਨ। ਬਿਲਕੁਲ। ਹੁਣ ਇੱਥੇ ਤਾਂ ਧਰਮ ਪ੍ਰਚਾਰਕ ਤੇ ਕਹਿ ਦਿੰਦੇ ਨੇ ਕਿ ਏਦਾਂ ਕਰੋ ਏਦਾਂ ਕਰੋ। ਗਲਤੀ ਆ ਜਾਂਦੀ ਹੈ ਕਿ ਇਹਨਾਂ ਦੇ ਲਫ਼ਜ਼ਾਂ 'ਚ ਜਾਨ ਇਸ ਕਰਕੇ ਨਹੀਂ ਆ ਕਿਉਂਕਿ ਖੁਦ ਨਹੀਂ ਕਰਦੇ। ਬਾਣੀ ਤੇ ਕਹਿੰਦੀ ਆ ਅਵਰ ਉਪਦੇਸ਼, ਦੂਜਿਆਂ ਨੂੰ ਉਪਦੇਸ਼ ਕਰਦਾ ਤੂੰ ਖੁਦ ਨਹੀਂ ਕਰਦਾ ਤੇ ਤੈਨੂੰ ਆਉਣਾ ਪੈਣਾ ਤੇ ਜਾਣਾ ਪੈਣਾ। ਇਹ ਜਮਦੂਤਾਂ ਦੇ ਕੋਲ ਫਿਰ ਕਹਿ ਰਹੇ ਨੇ ਕਿ ਤੈਨੂੰ ਜਦੋਂ ਜਮ ਦੇ ਕੋਲ ਜਾਏਗਾ ਜਮਦੂਤਾਂ ਦੇ ਸਾਹਮਣੇ ਤੇਰੇ ਚਿੱਤ ਨੂੰ ਸਾਹਮਣੇ ਵੇਖਣਾ ਉਹਨਾਂ ਨੇ ਬਈ ਇਹ ਤੇ ਬੰਦਾ, ਇਹ ਤੇ ਕੇਵਲ ਲਕੋਟ ਸੰਖ ਸੀ। ਬਿਲਕੁਲ। ਬੋਲਣ ਵਾਲਾ ਪੋਪਟ। ਠੀਕ ਹੈ ਸਾਹਿਬ? ਬਿਲਕੁਲ। ਇਹਨੇ ਕੇਵਲ ਉਪਦੇਸ਼ ਹੀ ਦਿੱਤਾ ਹੈ, ਕਮਾਇਆ ਨਹੀਂ ਕੁਛ ਨਹੀਂ। ਨਿਜਰ ਸਾਹਿਬ ਕਮਾਇਆ ਨਹੀਂ ਹੈ। ਬਿਲਕੁਲ। ਇਹਨੇ ਉਪਦੇਸ਼ ਹੀ ਦਿੱਤਾ ਪਰ ਦਿੱਤਾ ਕੁਛ ਨਹੀਂ ਕਿਸੇ ਨੂੰ। ਗੱਲੀ ਬਸ ਕਹਿੰਦਾ ਹੀ ਲਕੋਟ ਸੰਖ। ਕਹਿੰਦਾ ਤੂੰ ਦਿੰਦਾ ਨਹੀਂ, ਕਹਿੰਦਾ ਮੈਂ ਤੇ ਦਿੰਦਾ ਤੂੰ ਲੈਂਦਾ ਨਹੀਂ। ਕਹਿੰਦਾ ਹੀ ਇਹ ਸੰਖ ਏਦਾਂ ਦਾ ਕੇਵਲ ਬੋਲਣ ਵਾਲਾ। ਜਿਹੜੇ ਬੋਲਣ ਵਾਲੇ ਸੰਖ ਬਹੁਤ ਹੈਗੇ ਨੇ ਉਹ ਕਹਿੰਦੇ ਆ ਤੂੰ ਦੇ, ਉਹ ਕਹਿੰਦਾ ਤੂੰ ਲੈ। ਦੇ ਇੱਕ ਮਕਾਨ ਦੇ, ਕਹਿੰਦਾ ਤੂੰ ਦੋ ਲੈ। ਕਹਿੰਦਾ ਦੋ ਮਕਾਨ ਦੇ, ਤੂੰ ਕਹਿੰਦਾ ਚਾਰ ਕਿਉਂ ਨਹੀਂ ਲੈ ਲੈਂਦਾ? ਉਹ ਕਹਿੰਦਾ ਤੂੰ ਚਾਰ ਮਕਾਨ ਦੇ, ਉਹ ਕਹਿੰਦਾ ਤੂੰ 8 ਕਿਉਂ ਨਹੀਂ ਲੈ ਲੈਂਦਾ? ਉਹ ਕਹਿੰਦਾ ਤੂੰ ਦਿੰਦਾ ਨਹੀਂ, ਉਹ ਕਹਿੰਦਾ ਮੈਂ ਤੇ ਦਿੰਦਾ ਤੂੰ ਲੈਂਦਾ ਨਹੀਂ। ਮਤਲਬ ਕਿ ਉਹ ਲਗੋਟ ਸੰਖ ਕੇਵਲ ਬੋਲਣ ਵਾਲਾ। ਬਿਲਕੁਲ। ਅੱਜ ਕੱਲ ਸਾਰੇ ਲੀਡਰ ਇਹੋ ਜਿਹੇ ਹੀ ਹੈਗੇ। ਆਹੋ ਬਸ ਉਹਨਾਂ ਨੇ ਤੁਹਾਨੂੰ ਮੁੰਡੇ ਹੀ ਦੇਣੇ, ਮੁੰਡੇ ਹੀ ਦਿੰਦੇ ਨੇ। ਕੋਈ ਕੁੜੀ ਲੈਣ ਨੂੰ ਕੋਈ ਤਿਆਰ ਨਹੀਂ। ਤੇ ਜਿਹੜੇ ਮੁੰਡੇ ਆ ਕਿਉਂਕਿ ਸਾਨੂੰ ਚਾਹੀਦਾ ਹੀ ਮੁੰਡਾ ਵਾ। ਅਸੀਂ ਤੇ ਚਾਹੁੰਦੇ ਕਿ ਸਿੱਧਾ ਸਵਰਗ 'ਚ ਚੱਲ ਜਾਈਏ, ਸਿੱਧਾ ਰੱਬ ਦੇ ਘਰ। ਉਹ ਕਹਿੰਦੇ ਫਿਰ ਜਨੇਊ ਪਾਲੋ, ਸਾਡੇ ਸ਼ਰਨ 'ਚ ਆ ਜਾਓ। ਸਾਡਾ ਇੱਥੇ ਬਾਬਾ ਹੈਗਾ, ਇਹ ਕੋ ਨਾਮ ਲੈ ਲਓ ਬਸ, ਤੁਹਾਨੂੰ ਮੁੰਡਾ ਮਿਲ ਗਿਆ, ਜਾਓ ਨਜ਼ਾਰੇ ਲਓ। ਫਿਰ ਕਬੀਰ ਜੀ ਤੇ ਕਹਿੰਦੇ ਆ ਕਿ ਇਹ ਮੁੰਡੇ ਦਾ ਫਾਇਦਾ ਕੋਈ ਨਹੀਂ, ਇਹਦਾ ਗੱਲ 'ਚ ਪਾਈ ਤੂੰ ਮੈਨੂੰ ਪਾਉਣ ਨੂੰ ਫਿਰਦਾ ਵਾ। ਬੰਦਾ ਪੁੱਛੇ ਮੈਨੂੰ ਪਾਉਂਦਾ ਫਿਰਦਾ ਤੇ ਇਹ ਤੇ ਮੇਰੇ ਘਰ ਮਨਾਂ ਦੇ ਹਿਸਾਬ ਨਾਲ ਪਿਆ, ਮੈਂ ਤੇ ਵੇਚਦਾ ਇਹਨੂੰ ਕਿਉਂਕਿ ਮੇਰੀ ਫੈਕਟਰੀ 'ਚ ਤਾਂ ਬੰਦਾ ਪਿਆ ਵਾ। ਬਿਲਕੁਲ। ਹਾਂ ਜਸਟ ਸੋਚੋ ਕਬੀਰ ਜੀ ਕੀ ਕਹਿ ਰਹੇ ਨੇ। ਬਹੁਤ ਗਹਿਰੀ ਗੱਲ, ਬਹੁਤ ਗਹਿਰੀ। ਹਾਂਜੀ ਨਿਜਰ ਸਾਹਿਬ ਅੱਗੇ ਚੱਲੀਏ। ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ। ਕਹਿੰਦੇ ਅਸੀਂ ਤਾਂ ਤੇਰੀਆਂ ਗਊਆਂ ਹੈਗੀਆਂ ਤੇ ਤੂੰ ਜਿਹੜਾ ਹੈਗਾ ਤੂੰ ਗਵਾਲਾ ਹੈਗਾ ਸਾਡੀ ਰੱਖਿਆ ਕਰਨ ਵਾਲਾ। ਜਨਮਾਂ ਜਨਮਾਂ ਤੋਂ ਆਹੀ ਸਿਲਸਿਲਾ ਚੱਲੀ ਆ ਰਿਹਾ ਹੈ। ਕਬੂ ਨਾ ਪਾਰ ਉਤਾਰ ਚੜਾਇਆ ਕੈਸੇ ਖਸਮ ਹਮਾਰੇ। ਤੂੰ ਕਿਹੇ ਜੇ ਖਸਮ ਹੈ ਭਾਈ, ਕਿਹੇ ਜੇ ਰਖਵਾਲੇ ਹੋ ਸਾਡੇ। ਕਦੀ ਵੀ ਤਾਂ ਪਾਰ ਨਹੀਂ ਉਤਾਰਿਆ, ਹਰ ਵਾਰੀ ਤਾਂ ਮੈਂ ਹਾਰ ਜਾਣਾ, ਫਿਰ ਮੈਨੂੰ ਤਾਂ ਜਾਣਾ ਤਾਂ ਜੂਨਾ 'ਚ ਹੀ ਪੈ ਜਾਣਾ। ਅਗਲਾ ਤਾਂ ਮੰਨਦਾ ਹੀ ਨਹੀਂ। ਅਗਲਾ ਤਾਂ ਕਹਿੰਦਾ ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਉਹ ਕਹਿੰਦਾ ਭਜਨ ਕੀਤਾ ਹੈ ਭਾਈ, ਧਿਆਨ ਸਿਮਰਨ ਕੀਤਾ ਹੈ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹਨਾਂ ਨੂੰ ਕਾਬੂ ਕੀਤਾ ਹੈ, ਦੂਜਿਆਂ ਦਾ ਭਲਾ ਕੀਤਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇਹ ਉਹ ਕਹਿ ਰਹੇ ਨੇ, ਉਹ ਕਹਿੰਦੇ ਆ ਕਿ ਤੁਸੀਂ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਮਝਦੇ ਹੋ। ਉਸ ਤੋਂ ਬਾਅਦ ਸਾਡੇ ਅਸੀਂ ਮੰਨ ਲਓ ਗਾਵਾਂ ਵਾਂ, ਭੇਡਾਂ ਵਾਂ, ਔਰ ਸਾਨੂੰ ਤੁਸੀਂ ਸਾਂਭੀ ਜਾਂਦੇ ਜੋ, ਸਾਨੂੰ ਤੁਸੀਂ ਸਮਝਾਈ ਜਾਂਦੇ ਜੋ, ਸਾਡੇ ਤੁਸੀਂ ਪਾਲਣਾ ਰਹੇ ਜੋ। ਉਹ ਤੁਹਾਡਾ ਗਿਆਨ ਸਾਡੇ ਕੰਮ ਕਿਉਂ ਨਹੀਂ ਆਉਣ ਦਿਆ? ਤੁਸੀਂ ਗਾਉਂ ਦਾ ਸਮਝਦੇ ਸਾਧ ਸੰਗਤ ਜੀ। ਮਤਲਬ ਇੱਥੇ ਅੰਮ੍ਰਿਤਸਰ ਦੇ ਵਿੱਚ ਕਬੀਲੇ ਹੈਗੇ ਆ, ਹਜ਼ਾਰਾਂ ਮੱਝਾਂ ਨੇ, ਹਜ਼ਾਰਾਂ ਗਾਵਾਂ ਨੇ, ਤੇ ਮਾਲਕ ਤੇ ਇੱਕ ਹੀ ਹੁੰਦਾ ਗਾ। ਉਹ ਕਹਿੰਦੇ ਕਿ ਤੁਸੀਂ ਗਾਵਾਂ ਮੱਝਾਂ ਵਾਂਗੂ ਸਾਨੂੰ ਸਾਹਮਣੇ ਬਹਾ ਕੇ ਪ੍ਰਚਾਰ ਤੇ ਦੇਈ ਜਾਂਦੇ ਜੋ। ਬਿਲਕੁਲ। ਸਾਨੂੰ ਮੁੰਡੇ ਵੀ ਦਿੰਦੇ ਜੋ, ਪਰ ਸਾਡੀ ਮੁਕਤੀ ਕਿਉਂ ਨਹੀਂ ਆਉਂਦੀ? ਉਹ ਸਵਾਲ ਕਰ ਰਹੇ ਨੇ ਉਹਨਾਂ ਤੋਂ। ਕਬੀਰ ਸਾਹਿਬ ਆਪ ਸੰਗਤ ਜੀ ਵਿਚਾਰ ਕਰੋ, ਤੁਸੀਂ ਸਵਾਲ ਕੀਤਾ ਕਿਤੇ ਕਿਸੇ ਕੋ? ਤੁਸੀਂ ਕੀਤਾ ਤਾਂ ਤੁਹਾਨੂੰ ਪਤਾ ਨਾ ਕੀ ਕਹਿਣਾ। ਤੁਹਾਡੇ 'ਚ ਸ਼ਰਧਾ ਦੀ ਕਮੀ ਹੈ। ਕਬੀਰ ਜੀ ਕਹਿੰਦੇ ਕਿੰਨੇ ਕੁ ਜਨਮ ਹੋ ਗਏ ਆ। ਕਬੀਰ ਜੀ ਤੇ ਉਹ ਭਗਤੀ ਕਰ ਕਰਕੇ ਕਹਿੰਦੇ ਕਿ ਬਈ ਤੂੰ ਜਿਹੜਾ ਤਰੀਕੇ ਨਾਲ ਸਾਨੂੰ ਹਿਸਾਬ ਦਾ ਲਾ ਕੇ ਦੱਸਣਿਆ ਵਾ, ਉੱਤੇ ਫਿਰ ਅਸੀਂ ਤੇ ਬਾਰ-ਬਾਰ ਤੇਰੇ ਕੋਲ ਸੁਣ ਕੇ ਥੱਕ ਗਏ ਆ, ਔਰ ਤੂੰ ਫਿਰ ਸਾਨੂੰ ਉਹੀ ਕੀ ਦੇਈ ਜਾਂਦਾ, ਪੁਰਾਣਾ ਹੀ ਫਾਰਮੂਲਾ। ਬਿਲਕੁਲ। ਤੇ ਉਹਦੀ ਆਊਟਪੁੱਟ ਕੁਛ ਨਿਕਲਦੀ ਨਹੀਂ ਪਈ। ਹਾਂਜੀ ਨੇ ਆਊਟਪੁੱਟ ਦਾ ਮਤਲਬ ਕਬੀਰ ਜੀ ਪਤਾ ਕੀ ਕਹਿ ਰਹੇ ਨੇ
ਫਿਰ ਵੇਖ ਲਓ ਔਗਣਾ ਤੋਂ ਮੁਕਤੀ ਨਹੀਂ ਹੋ ਰਹੀ। ਬਿਲਕੁਲ ਕਿਤੇ ਇਹ ਨਾ ਸੋਚਿਓ ਕਿ ਸਵਰਗ ਦੀ ਗੱਲ ਕਰ ਰਹੇ ਨੇ। ਉਹ ਕਹਿੰਦੇ ਆ ਕਿ ਜਿਹੜੀ ਦਵਾਈ ਤੂੰ ਦੇਣ ਆ ਸਾਡੀਆਂ ਬਿਮਾਰੀਆਂ ਨੇ ਠੀਕ ਹੋਣਦੀਆਂ। ਉਹ ਫਿਰ ਤੂੰ ਸਾਨੂੰ ਉਹ ਕੁੜੀ ਦੇਈ ਜਾਂਦਾ, ਕਿਹੜੀ ਕੁੜੀ ਇਹ ਬਾਰੀ ਪਹਿਰਾਵੇ ਦੀ, ਉਹ ਨਹੀਂ ਚਾਹੀਦੀ। ਸਹੀ ਹੈ ਨਾ ਜੀ ਸਾਹਿਬ, ਅੱਗੇ ਬੋਲੀਏ। ਕਿਉਂਕਿ ਜਿਹੜੀ ਦਵਾਈ ਖਾ ਰਹੇ ਹੈ ਉਹ ਕਾਮ ਕ੍ਰੋਧ ਲੋਭ ਅਹੰਕਾਰ ਤਾਂ ਉਸ ਤੋਂ ਜ਼ਿਆਦਾ ਵੱਧ ਰਹੇ ਹੈ ਭਾਈ, ਬਿਮਾਰੀ ਤਾਂ ਜ਼ਿਆਦਾ ਵਧੀ ਜਾ ਰਹੀ ਹੈ। ਹਾਂ, ਔਰ ਕਹਿੰਦੇ ਆ ਕਿ ਤੁਸੀਂ ਫਿਰ ਸਾਨੂੰ ਏਦਾਂ ਨਾ ਪਰੇਸ਼ਾਨ ਕਰੋ, ਇਹ ਜਿਹੜੀ ਗੱਲ ਕੰਮ ਦੀ ਉਹ ਕਰੋ। ਜੇ ਤੁਹਾਡੇ ਕੋਲ ਦਵਾਈ ਹੈਗੀ ਤਾਂ ਸਾਡੇ ਹੱਥ 'ਚ ਰੱਖੋ, ਸਾਨੂੰ ਦਓ। ਜਾਂ ਸਾਡੇ 'ਚ ਉਹ ਦਵਾਈ ਨੂੰ ਖਾਣ 'ਚ ਜਾਂ ਕੋਈ ਪਰਹੇਜ਼ ਕਰਨ 'ਚ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਜ਼ਿੰਮੇਵਾਰ ਹਾਂ, ਪਰ ਤੁਹਾਡੇ ਕੋਲ ਦਵਾਈ ਨਹੀਂ ਹੈਗੀ। ਹਾਂਜੀ ਨਾ ਜੋਸਾ। ਆਖਰੀ ਦੇ ਵਿੱਚ ਹੁਣ ਕਬੀਰ ਜੀ ਕਹਿ ਰਹੇ ਕਿ ਤੂੰ ਬਾਮਹਨ ਮੈਂ ਕਾਸਿਕ ਜੁਲਹਾ ਬੁਝੋ ਮੋਰ ਗਿਆਨਾ। ਕਹਿੰਦੇ ਤੂੰ ਬ੍ਰਾਹਮਣ ਆ, ਇੰਨੇ ਵੇਦ ਗਾਇਤਰੀ ਪੜ੍ਹੇ ਹੋਇਆ, ਇੰਨਾ ਤੂੰ ਜਿਹੜਾ ਹੈਗਾ ਸ਼ੁਰੂ ਤੋਂ ਜਨਮ ਤੋਂ ਜਿਹੜਾ ਹੈਗਾ ਤੂੰ ਗਿਆਨ ਲਈ ਜਾ ਰਿਹਾ ਆ, ਤੇ ਤੂੰ ਮੇਰੇ ਗਿਆਨ ਨੂੰ ਬੁੱਝ, ਜੋ ਮੈਂ ਕਹਿ ਰਿਹਾ ਮੇਰੀ ਗੱਲ ਨੂੰ ਬੁੱਝ। ਤੂੰ ਬਾਮਨ ਮੈਂ ਕਾਸਿਕ ਜੁਲਹਾ, ਮੈਂ ਤਾਂ ਕਾਸ਼ੀ ਦਾ ਜੁਲਾਹਾ ਹੈਗਾ ਆ, ਮੈਂ ਤਾਂ ਕੋਈ ਗਿਆਨੀ ਨਹੀਂ ਹੈਗਾ। ਤੂੰ ਬਾਮਨ ਮੈਂ ਕਾਸਿਕ ਜੁਲਹਾ ਬੂਝੋ ਮੋਰ ਗਿਆਨਾ, ਮੇਰੇ ਗਿਆਨ ਨੂੰ ਬੁੱਝ, ਮੈਂ ਕੀ ਕਹਿ ਰਿਹਾ ਉੱਪਰ, ਮੈਂ ਕਿਹੜੀਆਂ ਗੱਲਾਂ ਕੀਤੀਆਂ, ਇਸ ਨੂੰ ਬੁੱਝ ਲਾ ਤੇ ਤੂੰ ਵੀ ਪਾਰ ਹੋ ਜਾਏਗਾ। ਤੂੰ ਬਾਮਨ ਮੈਂ ਕਾਸਿਕ ਜੁਲਹਾ ਬੂਝੋ ਮੋਰ ਗਿਆਨਾ, तुम्हें तो जाचे भूपत राजे हर्ष्यो मोर ध्याना। कहते तू तो जिहड़ा हैगा तेरी डिमांड की है, तेरे हिरदे च की हैगा, तेरे हिरदे च हैगा अमीर जजमान मिल जाण मैनू ते उन्हां तो वधिया दक्षिणा मिले ते बस आपां ऐश करिए। तुम तो जाचे भूपत राजे, तू थोड़ी ना परमात्मा नू जाच रहा है, तेरी जाचना तेरी डिमांड, जाचना मतलब डिमांड, तेरी डिमांड तो परमात्मा दी है ही नहीं। तुम्हें तो जाचे भूपत राजे हर्ष्यो मोर ध्याना। कहते मेरा तो ध्यान परमात्मा दे नाल लग्या होया, आ मेरे ज्ञान नू बुझ ला प्यारिया ते तेरा भी काम हो जाऊगा। हाँ जी वीर जी। हाँ जी ठीक है जी निजा साहब, फिर तो को बोल दो कितने काम जा आ गया। तू बामन मैं कासिक जुल्हा बुझो मोर ज्ञाना। कहते तू तो ब्राह्मण हैगा आ, इन्ना अपने आप नू पवित्र समझ रहा, इन्ना ज्ञानी हैगा, इन्ना तू ज्ञान पढ़िया होया है। कहते मैं तो काशी का जुलाहा हैगा आ, सिर्फ जुलाहा हैगा। बूझो मोर ज्ञाना, मेरे ज्ञान नू बुझ, मैं की कह रहा है, मेरे ज्ञान नू मेरी गल जो ऊपर मैं तेरे नाल गल कीती आ इनू बुझ। तुम्हें तो जाचे भूपत राजे, तू की कर रहा, तेरे अंदर की हैगी, तेरी डिमांड की हैगी। तू ज्ञानी बनया, लोकां नू जिहड़ा धार्मिक बना रहा है, लोकां नू धर्म दा प्रचार दे रहा है। कहते तेरे अंदरों जिहड़ी हैगी, तू तो चाहुंदा है अमीर लोकी आउण, भूपति जमीन दे मालक या राजे आ जाण, जिहड़े हैगे ज्यादा पैसे वाले, ज्यादा दक्षिणा मिल जे ते वधिया ऐश करांगे आपां। तेरे अंदर तां जिहड़ी हैगी आ वो परमात्मा नू मिलण दी इच्छा ही नहीं हैगी आ। हर्ष्यो मोर ध्याना, कहंदे मेरा तां ध्यान वो मालक परमात्मा दे नाल हैगा भाई। आ मेरा ज्ञान हैगा, इनू बुझ ला, जो मैं गल कहती है तेनू, ते बुझ लेगा ते तेरा भी पार उतारा हो जाएगा। हाँ जी वीर जी। हाँ जी ठीक है साध संगत जी, वो फिर एक चीज नू समझा रहे ने। वो कहते हैं कि तेरे जिहड़े खास करके तेरे क्लोज चेले हैगे ना, वो कोई राजा है, अमीर आदमी जिन्ना को दुखियां ने। हाँ और तुसी ना इत्थे एक इंडिया च पता नहीं किहड़ा मंदिर हैगा, ते पता की है उत्थे एक सिस्टम है, उत्थे VIP लैन हैगी है। मान लो तुसी भीड़ च नहीं ना जाना चाहुंदे ते VIP लैन च पैसे दे दो ते तुहानू VIP च दर्शन करके दो। तिरुपति मंदिर हैगा आंध्रा दे विच, तिरुपति कई ने जी, कामाख्या टेंपल है, एक तिरुपति बालाजी है, इन्हां च इदां ही है सिस्टम। बिल्कुल, पैसे जिन्ने वध दोगे वो VIP लाइन च लग जाओ। बिल्कुल ठीक है। हाँ बस कहने तो फर्क है। मैं तो उत्थे जिहड़ा तिरुपति जाया है, 2 बार जाया है, क्योंकि साडी नूंह जिहड़ी हैगी आंध्रा दी हैगी एक। गोरकी साहब गुवाहाटी ਦੇ ਵਿੱਚ ਕਾਮਾਖਿਆ ਟੈਂਪਲ ਵੀ ਹੈ। ਹਾਂਜੀ 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 ਹਾਂਜੀ। ਹਾਂ ਤੁਸੀਂ ਇੱਕ ਸੈਕਿੰਡ ਕਥਾ ਕਰੋ, ਮੈਂ ਇੱਕ ਸੈਕਿੰਡ ਮੁੰਡਾ ਨਾ ਵਿਚਾਰਾ ਦਿਲ ਤੋਂ ਬੈਠਾ ਵਾ,
ਮੈਂ ਉਹਦੀ ਗੱਲ ਸੁਣਨਾ, ਉਹ ਗੱਲ ਬੜੀ ਜ਼ਰੂਰੀ। ਉਹਨੂੰ ਟ੍ਰੇਨ ਨਹੀਂ ਮਿਲਦੀ। ਆ ਵੇਖੋ, ਕਹਿੰਦੇ ਨੇ ਉਹ ਮੁੰਡਾ ਵਿਚਾਰਾ 5-6 ਮਹੀਨੇ ਦੇ ਘਰ ਬੈਠਾ ਤੇ ਵਿਚਾਰੇ ਨੂੰ ਨੌਕਰੀ ਮਿਲੀ ਆ। ਹੁਣ ਉਹਨੇ ਤੋਂ ਦਿੱਲੀੋਂ ਚੜਨਾ ਸੀ, ਕੱਲ ਦੀ ਫਲਾਈਟ ਆ। ਨਹੀਂ ਕੋਈ ਗੱਲ, ਕਿਸਾਨਾਂ ਨੇ ਰਾਹ ਬਲੌਕ ਕੀਤਾ। ਕੋਈ ਨਹੀਂ ਟ੍ਰੇਨਾਂ ਸਾਰੀਆਂ ਬੰਦ ਕੀਤੀਆਂ ਤੇ ਉਹ ਵਿਚਾਰਾ ਹੁਣ ਪਤਾ ਨਹੀਂ ਬਾਈ ਪਲੇਨ ਜਾਣਾ ਚਾਹੁੰਦਾ ਤੇ ਮੈਂ ਟਿਕਟ ਬੁੱਕ ਕਰਦਾ ਉਹਦੀ। ਦੇਖੋ ਸਾਧ ਸੰਗਤ ਜੀ, ਇੱਥੇ ਪਤਾ ਕੀ ਹੁੰਦਾ ਵਾ, ਇੱਥੇ ਤੇ ਧਰਮ ਸਾਡਾ ਇਹ ਸਮਝਾਉਂਦਾ ਹੈ ਠੀਕ ਹੈ ਪ੍ਰੋਟੈਸਟ ਕਰਨਾ ਕੋਈ ਮਾੜੀ ਚੀਜ਼ ਨਹੀਂ ਆ, ਪਰ ਆਮ ਬੰਦੇ ਨੂੰ ਪਰੇਸ਼ਾਨ ਕਰਨ ਦਾ ਵੀ ਤੇ ਕੁਝ ਸਿਆਣਪ ਨਹੀਂ ਨਾ। ਕੋਈ ਬੰਦਾ ਇੱਥੇ ਆ ਗਿਆ, ਮੰਨ ਲਓ ਹੁਣ ਟ੍ਰੇਨਾਂ ਬਲੌਕ ਕੀਤੀਆਂ, ਸੜਕਾਂ ਬਲੌਕ ਕੀਤੀਆਂ, ਇੰਨੀ ਮੁਸ਼ਕਲ ਹੋ ਜਾਂਦੀ। ਇਹ ਜਿਹੜੀ ਦੇਖੋ, ਇਹ ਧਰਮ ਦਾ ਮਤਲਬ ਇਹ ਆ ਕਿ ਗਿਆਨ। ਜੇ ਆਪਾਂ ਪ੍ਰੋਟੈਸਟ ਕਰ ਰਹੇ ਹਾਂ, ਆਪਾਂ ਚੀਜ਼ ਨੂੰ ਰੋਕ ਰਹੇ ਹਾਂ, ਪਰ ਏਦਾਂ ਮਤਲਬ ਆਹ ਚੀਜ਼ ਕਰਨੀ, ਇਹ ਕਿੱਥੋਂ ਸਿਆਣਪ ਆ। ਜੇ ਕੋਈ ਮਰੀਜ਼ ਆ ਜਾਂ ਕੋਈ ਅੰਮ੍ਰਿਤਸਰ ਇੱਥੇ ਦਰਸ਼ਨ ਕਰਨ ਆਇਆ, ਉਹਨੂੰ ਵਾਪਸ ਜਾਣਾ ਚਾਹਵੇ, ਤੁਸੀਂ ਸੜਕ ਬੰਦ ਕਰ ਦਿਓ, ਤੁਸੀਂ ਟ੍ਰੇਨ ਬੰਦ ਕਰ ਦਿਓ, ਉਹ ਬੰਦੇ ਕਿੱਥੇ ਜਾਣ? ਇਹ ਚੀਜ਼ ਸਾਨੂੰ ਸੋਚਣ ਦੀ ਲੋੜ ਆ। ਇਹ ਦੇਖੋ, ਇਹ ਕੋਈ ਸਹੀ ਚੀਜ਼ ਹੈ? ਇਦਾਂ ਦਾ ਕਰਨ ਦਾ ਇੱਕ ਤਰੀਕਾ ਬਿਲਕੁਲ ਹੀ, ਇਹ ਵੇਖੋ ਕਿੱਦਾਂ ਦੀ चीज है। मैं इतना करने जैसा बोलना। हाँ जी कोई गल नहीं, मैं अगला शब्द लेना जब तक। आशा जग जीवन ऐसा सुपने जैसा, जीवन सुपन समानंग। कबीर जी कह रहे भाई कि ये संसार का जिहड़ा जीवन हैगा, जिहड़ा तू आया है इत्थे, जिन्हों तू सच समझ के बैठा होया है, ते ये तो सुपना हैगा, ये तो सिर्फ सुपने जैसा है। जग जीवन ऐसा सुपने जैसा, जीवन सुपन समानंग। फिर दोबारा कह रहे हैं, समझ ला प्यारिया कि जीवन जिहड़ा सुपने वर्गा, बिल्कुल सुपने दे समान हैगा। जिवें जिहड़ा रात नूं सुपना देखिया ते कुछ हथ पैर कुछ नहीं आया, बई बथेरा जिहड़ा हैगा इन्ने लड्डू खाधे, इन्ने लड्डूआं दी टोकरी खा गया, कहंदे सवेरे पेट ते हथ फेरे ते भुखा दा भुखा ही। कहंदे इस तरह दा सुपना हैगा भाई, जीवन सुपन समानंग। साच कर हम गांठ दीनी, छोड़ परम निधानंग। पर प्रॉब्लम की हैगी, विडंबना की हैगी आ? कहंदे भाई असी की करदे आ, असी सच कर लिया, इनू सच करके गाठ बन लई आ बई असी तां मरना ही नहीं हैगा। असी तां जिहड़ा परिवार मेरा इस तरह ही रहना है, मैं तां मेरा शरीर इस तरह ही रहना, मैं तां इसे तरीके नाल जवान रहना है। ये सच करके कहंदे गठ बनी हुई आ। साच कर हम गांठ दीनी, छोड़ परम निधानंग। और वो परम निधान जिहड़ा हैगा सब तो कीमती धन, जिहड़ा नाम धन, जिहड़ा परमात्मा, ओनू परमात्मा दे दर्शन कहंदे ओनू छड्डता, छड्ड के आ चीज़ है सुपना जिहड़ा हैगा इहनू सच करके मान लिया और चंगी तरह गंठ बन ली। बाबा माया मोहित कीन, कहंदे माया दे नाल, मोह दे नाल, इहदे नाल ही प्यार है दरा। आ जिहड़ी माया हैगी, छल हैगा, धोखा हैगा, ये जिहड़ी आपां अटैच हैगे शरीरां दे नाल। और शरीर तां है नहीं कि शरीर तां अपनी अखां दे सामने कोई साड़ दिंदा है, कोई जिहड़ा हैगा पानी च रोड़ दिंदे आ, और कोई धरती ते गड़ दिंदे आ। माया बाबा माया मोह हित कीन, कहंदे इहदे नाल ही हित कीता होया है। जिन्हें ज्ञान रतन हिरलीन रहाओ, और ये माया मोह दे नाल हो की रहा है? इंसान दे अंदर ज्ञान ही नहीं हैगा, ब्रह्म ज्ञान है ही नहीं है। ब्रह्म ज्ञान चुरा लिया उन्हें, वो रतन है ब्रह्म ज्ञान, कहंदे वो चुरा लिया। रहा हाँ जी बेटी, एक धोखा। हाँ जी हाँ जी, जैसे सपना रहन का तैसा संसार। हाँ बिल्कुल, ਉਹਦਾ ਬਾਣੀ ਚ ਮਤਲਬ ਬਹੁਤ ਤੁਕਾਂ ਨੇ ਜੀ, ਵੀ ਉਹ ਰਾਤ ਦਾ ਸੁਪਨਾ, ਇਹ ਦਿਨ ਦਾ ਸੁਪਨਾ ਗਾ। ਹਾਂ ਉਹ ਵੀ ਸੱਚਾ ਨਹੀਂ ਹੁੰਦਾ, ਇਹ ਵੀ ਸੱਚਾ ਨਹੀਂ ਹੁੰਦਾ। ਬਿਲਕੁਲ, ਆ ਗੱਲ ਆਈ ਖਤਮ ਹੋ ਗਈ, ਪਾਸਟ ਖਤਮ ਹੋ ਗਈ, ਅਸਲੀਅਤ ਕੁਝ ਹੋਰ ਹੁੰਦੀ ਹੈ। ਹਾਂਜੀ ਬਿਲਕੁਲ, ਸੁਪਨੇ ਦੇ ਵਿੱਚ ਆਪਣਾ ਜਿਹੜਾ ਹੈਗਾ ਆਪਾਂ ਚਾਂਸ ਮਿਸ ਕਰ ਜਾਂਦੇ, ਮਨੁੱਖੀ ਜੂਨ ਮਿਲੀ ਹੋਈ ਹੈ, ਇਹ ਵੇਸਟ ਹੋ ਜਾਂਦੀ ਹੈ ਬਸ। ਹਾਂ, ਇਹ ਮਤਲਬ ਸਾਨੂੰ ਸੁੱਤੇ ਕਿਹਾ ਜੀ, ਜੀ ਸੁੱਤੇ ਜੀਵਨ ਬਤੀਤ ਰਹੇ ਹਾਂ ਜੀ, ਸੁੱਤੇ ਹੀ ਬਤੀਤ, ਜਾਗਦੇ ਨਹੀਂ ਹੈਗੇ, ਬਿਲਕੁਲ ਨਹੀਂ ਜਾਗਦੇ, ਬਿਲਕੁਲ ਠੀਕ ਹੈ ਜੀ। ਹਾਂਜੀ, ਤੇ ਉਹ ਜਾਗਾਂਗੇ ਤਾਂ ਜਦੋਂ ਸਤਿਗੁਰੂ ਮਿਲੂਗਾ, ਨਾਮ ਮਿਲੂਗਾ, ਉਦੋਂ ਜਾਗਾਂਗੇ। ਬਿਲਕੁਲ, ਮਨ ਮਾਇਆ ਸੋਇਆ ਬਿਸਮਾਦ, ਨੈਣ ਸੋਏ ਮਾਇਆ ਬਿਸਮਾਦ, ਪਰ ਰੂਪ
ਪਰ ਨਿੰਦ ਵਿੱਚ ਨੈਣ ਸੋਏ ਪਰ ਦ੍ਰਿਸ਼ਟ ਵਿਕਾਰ, परदृष्ट विकार है जी। मन सोया माया विस्मार। बिल्कुल, इस ग्रह में कोई जागृत है, स्लीपिंग है जी। बिल्कुल बेहोशी दी गल है। बिल्कुल, हाँ जी, बिल्कुल ठीक है जी। हाँ जी। बाबा माया मोह हित कीन जिन ज्ञान रतन हिर लीन रहाओ, क्योंकि मन एक हैगा, सुरत एक है, एक पासे जा सकती है पाए, चाहे जिधर मर्जी ला लो, भावे माया दे विच ला लो, सुपने दे विच ला लो, धोखे दे विच ला लो, भावे जिहड़ा हैगा ये परमात्मा दे वाल नूं ला लो। रहाओ नैन देख पतंग उड़दे पशु ना देखे आग, कहंदे जिवें पतंगा हुंदा है ओहदी दृष्टि दे विच जिहड़ी हैगी ਉਹ ਲਾਈਟ ਜਿਹੜੀ ਹੈ ਸੋਹਣੀ ਲੱਗਦੀ ਹੈ ਉਹਨੂੰ, ਉਹ ਜਾ ਕੇ ਉਸ ਤੇ ਜਿਹੜੇ ਘੁੰਮ ਫਿਰ ਕੇ ਆਪਣੇ ਖੰਭ ਜਿਹੜਾ ਸੜਾ ਦਿੰਦਾ ਹੈ ਔਰ ਇਸ ਤਰ੍ਹਾਂ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ। ਕਹਿੰਦੇ ਅੱਗ ਤਾਂ ਦੇਖਦਾ ਹੀ ਨਹੀਂ ਹੈ ਪਸ਼ੂ, ਨੈਣ ਦੇਖੇ ਪਤੰਗ ਉਰਜੇ ਪਸ ਨਾ ਦੇਖੇ ਆਗ। ਇਸੇ ਤਰੀਕੇ ਦੇ ਨਾਲ ਕਾਲ ਫਾਸ ਨਾ ਮੁਗਧ ਚੇਤੇ ਕਨਕ ਕਾਮਨੇ ਲਾਗ। ਦੇਖੋ ਕਿੰਨਾ ਜ਼ਬਰਦਸਤ ਗਿਆਨ ਹੈ। ਕਹਿੰਦੇ ਇਹ ਜਿਹੜਾ ਪਤੰਗਾ ਜਿਸ ਤਰ੍ਹਾਂ ਅੱਗ ਦੇ ਨਾਲ ਭਮੱਕੜ ਜਿਸ ਤਰ੍ਹਾਂ ਮਰਦਾ ਹੈ, ਉਸੇ ਤਰੀਕੇ ਦੇ ਨਾਲ ਆਪਾਂ ਇਹ ਧਨ ਦੌਲਤ ਔਰ ਜਿਹੜੀ ਹੈ ਕਾਮਨੀ ਘਰ ਵਾਲੀ ਬੱਚੇ ਜੋ ਵੀ ਜਿਹਦੇ ਨਾਲ ਵੀ ਮੋਹ ਪਾਇਆ ਹੋਇਆ ਆਪਾਂ ਨੇ ਪ੍ਰਾਪਰਟੀ, ਉਹ ਸਾਰੇ ਦੇ ਨਾਲ ਲੱਗ ਕੇ ਆਪਾਂ ਜਿਹੜੇ ਹੈਗੇ ਆ ਇਸੇ ਤਰੀਕੇ ਦੇ ਨਾਲ ਆਤਮਿਕ ਮੌਤ ਮਰ ਜਾਂਦੇ ਆ ਆਪਾਂ। ਇਹੀ ਕਾਲ ਦੀ ਫਾਂਸੀ ਪਈ ਹੋਈ ਆ। ਔਰ ਮੁਗਧ ਹੈਗਾ ਇਨਸਾਨ, ਮੋਇਆ ਹੋਇਆ ਪੂਰਾ। ਮੁਗਧ ਕਹਿੰਦੇ ਆ ਜਿਹੜਾ ਪੂਰਾ ਜਿਹੜਾ ਬਸ ਪੂਰਾ ਦਾ ਪੂਰਾ ਮੋਇਆ ਹੋਇਆ, ਉਹਨੂੰ ਹੋਰ ਕੋਈ ਚੀਜ਼ ਉਹਦੇ ਦਿਮਾਗ 'ਚ ਨਹੀਂ ਜਾ ਰਹੀ। ਕਾਲ ਫਾਸ ਨਾ ਮੁਗਧ ਚੇਤੈ ਕਨਕ ਕਾਮਨ ਲਾਗ, ਕਰ ਵਿਚਾਰ ਵਿਕਾਰ ਪਰ ਹਰ ਤਰਨ ਤਾਰਨ ਸੋਏ। ਕਹਿੰਦੇ ਵਿਚਾਰ ਕਰ ਲਾ ਪਿਆਰਿਆ, ਵਿਚਾਰ ਕਰ ਲਾ, ਇਹ ਬ੍ਰਹਮ ਬਾਣੀ ਨੂੰ ਵਿਚਾਰ ਕਰ ਲਾ, ਇਹ ਵਿਕਾਰਾਂ ਨੂੰ ਦੂਰ ਕਰ ਲਾ ਆਪਣੇ ਅੰਦਰੋਂ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਧਿਆਨ ਸਿਮਰਨ ਦੇ ਦੁਆਰਾ। ਆਹੀ ਹੈ ਤਰਨ ਤਾਰਨ ਦਾ ਤਰੀਕਾ, ਉਹੀ ਉਸੇ ਮਾਲਕ ਪਰਮਾਤਮਾ ਨੇ ਆਹੀ ਤਰੀਕਾ ਬਣਾਇਆ ਤਰਨ ਦਾ ਤਾਰਨ ਦਾ, ਉਹੀ ਹੈਗਾ ਤਰਨ ਤਾਰਨ ਵਾਲਾ ਮਾਲਕ ਪਰਮਾਤਮਾ। ਕਰ ਵਿਚਾਰ ਵਿਕਾਰ ਪਰ ਹਰ ਤਰਨ ਤਾਰਨ ਸੋਏ। ਤਰਨ ਕਹਿੰਦੇ ਆ ਜਹਾਜ਼ ਔਰ ਤਾਰਨ ਵਾਲਾ ਉਹ ਮਾਲਕ ਪਰਮਾਤਮਾ, ਔਰ ਉਹਨੇ ਆਹੀ ਤਰੀਕਾ ਰੱਖਿਆ ਹੋਇਆ। ਕਹਿ ਕਬੀਰ ਜਗ ਜੀਵਨ ਐਸਾ ਦੁਤੀਏ ਨਾਹੀ ਕੋਏ। ਕਹਿੰਦੇ ਜਗ ਦਾ ਜੀਵਨ ਉਹ ਮਾਲਕ ਪਰਮਾਤਮਾ ਔਰ ਆ ਸੰਸਾਰ ਜਿਹੜਾ ਹੈਗਾ ਇਹ ਉਸੇ ਮਾਲਕ ਪਰਮਾਤਮਾ ਦੇ ਵਿੱਚ ਹੀ ਹੈਗੇ ਆ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਨਿਰਗੁਣ ਤੇ ਸਰਗੁਣ ਦੋਨਾਂ ਰੂਪ ਦੇ ਵਿੱਚ ਉਹੀ ਮਾਲਕ ਪਰਮਾਤਮਾ ਹੈਗਾ, ਹੋਰ ਕੋਈ ਦੁਤੀਆ ਨਹੀਂ ਹੈਗਾ। ਕਹੇ ਕਬੀਰ ਜਗ ਜੀਵਨ ਐਸਾ ਦੁਤੀ ਨਾਹੀ ਕੋਏ। ਤੇ ਇਸ ਤੋਂ ਅੱਗੇ ਇੱਕ ਹੋਰ ਸ਼ਬਦ ਲੈ ਲੈਨੇ ਆਪਾਂ। ਆਸਾ ਜੌਮੈ ਰੂਪ ਕੀਏ ਬਹੁ ਤੇਰੇ ਅਬ ਫੁਨ ਰੂਪ ਨਾ ਹੋਈ। ਹੁਣ ਕਬੀਰ ਜੀ ਕਹਿੰਦੇ ਆ ਭਾਈ ਮੈਂ ਬਥੇਰੇ ਜਿਹੜੇ ਹੈਗੇ ਭਟਕ ਕੇ ਜਿਹੜੇ ਹੈਗੇ ਅਲੱਗ-ਅਲੱਗ ਜੂਨਾਂ ਦੇ ਵਿੱਚ ਕਿੰਨੀ ਵਾਰੀ ਜਾ ਚੁੱਕਾ ਹਾਂ, ਕਿੰਨੇ ਕੁ ਮੈਂ ਸਰੀਰ ਲੈ ਚੁੱਕਾ ਹਾਂ, ਅਲੱਗ-ਅਲੱਗ ਸਰੀਰ। ਜੌਮੈ ਰੂਪ ਕੀਏ ਬਹੁ ਤੇਰੇ, ਬਥੇਰੇ ਕਹਿੰਦੇ ਰੂਪ ਬਥੇਰੇ ਮੈਂ ਸਰੀਰ ਲੈ ਚੁੱਕਾ ਹਾਂ, ਅਬ ਫੁਨ ਰੂਪ ਨਾ ਹੋਈ। ਕਹਿੰਦੇ ਹੁਣ ਨਹੀਂ ਮੈਂ ਦੇ ਲੈਣੀ ਪਾਏ। ਜੌਮੈ ਰੂਪ ਕੀਏ ਬਹੁ ਤੇਰੇ ਅਬ ਫੁਨ ਰੂਪ ਨਾ ਹੋਈ। ਤਾਗਾ ਤੰਤ ਸਾਜ ਸਭ ਥਾਕਾ RAM ਨਾਮ ਬਸ ਹੋਈ। ਕਹਿੰਦੇ ਬਸ ਹੁਣ ਇਸ ਜਨਮ ਦੇ ਵਿੱਚ ਮੈਨੂੰ ਸਹੀ ਬ੍ਰਹਮ ਗਿਆਨ ਮਿਲ ਗਿਆ ਹੈ, RAM ਦੇ ਨਾਮ ਦੇ ਬਸ 'ਚ ਹੋ ਗਿਆ ਮੈਂ। ਕਹਿੰਦੇ ਮੇਰੇ RAM ਦਾ ਨਾਮ ਜਿਹੜਾ ਹੈਗਾ ਮੇਰੇ ਜੀਵਨ ਦੇ ਵਿੱਚ ਆ ਗਿਆ ਹੈ। ਤੇ ਆ ਜਿਹੜੇ ਮਾਇਆ ਦਾ ਜਿਹੜਾ ਤਾਗਾ ਸੀਗਾ ਮੋਹ ਦਾ, ਇਹ ਤੰਤ ਜਿਹੜਾ ਸੀਗਾ, ਇਹ ਮੋਹ ਦੀ ਤੰਤੀ ਇਹ ਜਿਹੜੀ ਹੈਗੀ ਆ ਜਿਹੜੀ ਵੱਜ ਰਹੀ ਸੀਗੀ। ਕਹਿੰਦੇ ਇੱਕ ਸਾਜ਼ ਜਿਹੜੇ ਮੋਹ ਦੇ ਸਾਜ਼ ਸਾਰੇ ਵਜਾ ਰਹੀ ਸੀ ਮਾਇਆ, ਕਹਿੰਦੇ ਸਭ ਥੱਕ ਗਏ। ਹੁਣ ਇਹ ਸਾਰੇ ਦੇ ਸਾਰੇ ਥੱਕ ਗਏ। ਹੁਣ ਤਾਂ RAM ਨਾਮ ਬਸ ਹੋਈ। RAM ਦਾ ਨਾਮ ਹੀ ਹੈਗਾ, RAM ਦਾ ਨਾਮ ਹੀ ਮੇਰੇ ਹਿਰਦੇ 'ਚ ਬਸਿਆ ਹੋਇਆ ਹੈ। ਅਬ ਮੋਹੇ ਨਾਚਨੋਂ ਨਾ ਆਵੈ ਮੇਰਾ ਮਨ ਮੰਦਰੀਆ ਨਾ ਬਜਾਵੈ ਰਹਾਓ। ਕਹਿੰਦੇ ਹੁਣ ਮੈਨੂੰ ਇਹ ਮਾਇਆ ਜਿਹੜੀ ਨਚਾਉਂਦੀ ਸੀ ਨਾ, ਹੁਣ ਮੈਨੂੰ ਇਹ ਨੱਚਣਾ ਨਹੀਂ ਆਉਂਦਾ, ਮਾਇਆ ਦਾ ਨੱਚਣਾ। ਮੈਨੂੰ ਇਹ ਮਾਇਆ ਜਿਹੜੀ ਮੋਹ ਦੇ ਨਾਚ, ਮੋਹ ਦੀਆਂ ਟਿਊਨਾਂ ਤੇ ਉੱਤੇ ਜਿਹੜੀ ਹੈਗੀਆਂ ਇਹ ਵਿਸ਼ੇ ਵਿਕਾਰਾਂ ਦੀਆਂ ਟਿਊਨਾਂ ਤੇ ਨਚਾਉਂਦੀ ਸੀਗੀ,
ਕਹਿੰਦੇ ਹੁਣ ਨਹੀਂ ਪਾਈ। ਹੁਣ ਮੇਰਾ ਮਨ ਜਿਹੜਾ ਹੈਗਾ ਇਹ ਢੋਲਕੀ ਨਹੀਂ ਵਜਾ ਸਕਦਾ, ਇਹ ਮੋਹ ਵਾਲੀ ਢੋਲਕੀ, ਇਹ ਮਾਇਆ ਵਾਲੀ ਢੋਲਕੀ ਹੁਣ ਨਹੀਂ ਵਜਾਉਂਦਾ। ਮੰਦਰੀਆ ਮਤਲਬ ਜਿਹੜੀ ਹੈ ਢੋਲਕੀ। ਅਬ ਮੋਹੇ ਨਾਚਨੋ ਨਾ ਆਵੇ, ਮੇਰਾ ਮਨ ਮੰਦਰੀਆ ਨਾ ਬਜਾਵੇ ਰਹਾਓ। ਕਾਮ ਕ੍ਰੋਧ ਮਾਇਆ ਲਹਿ ਜਾਰੀ, ਤ੍ਰਿਸ਼ਨਾ ਗਾਗਰ ਫੂਟੀ। ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੀ ਇਹ ਮਾਇਆ ਸੀਗੀ, ਮੈਂ ਇਹਨੂੰ ਸਾੜ ਦਿੱਤਾ। ਕਹਿੰਦੇ ਮੈਂ ਨਹੀਂ ਹੁਣ ਇਹਨਾਂ ਦੇ ਵਿੱਚ ਜਾਂਦਾ। ਤ੍ਰਿਸ਼ਨਾ ਜਿਹੜੀ ਸੀ ਮੇਰੇ ਅੰਦਰ ਪਦਾਰਥਾਂ ਦੀ, ਇਹ ਭੋਗਾਂ ਦੀ, ਆਕਾਰ ਦੀ, ਦ੍ਰਿਸ਼ਟੀ ਦੀ, ਸਾਰੀ ਕਹਿੰਦੀ ਖਿੱਚ ਰਸਾਂ ਦੀ ਜਿਹੜੀ ਹੈਗੀ ਆ, ਇਹ ਗਾਗਰ ਕਹਿੰਦੇ ਤ੍ਰਿਸ਼ਨਾ ਦੀ ਗਾਗਰ ਫੁੱਟ ਗਈ। ਹੁਣ ਕਾਮ ਚੋਲਨਾ ਪਿਆ ਪੁਰਾਣਾ, ਗਿਆ ਗਿਆ ਪਰਮ ਸਭ ਛੂਟੀ। ਕਹਿੰਦੇ ਕਾਮ ਦਾ ਵਾਸਨਾ ਦਾ ਜਿਹੜਾ ਹੁੰਦਾ, ਕਹਿੰਦੇ ਇਹਦੇ ਵਿੱਚ ਮੈਕਸਿਮਮ ਮੇਰਾ ਜਿਹੜੇ ਹੈਗੇ ਆ ਪ੍ਰਾਣ ਸ਼ਕਤੀ ਜਾਇਆ ਹੁੰਦੀ ਸੀਗੀ, ਕਹਿੰਦੇ ਇਹ ਵੀ ਪੁਰਾਣਾ ਹੋ ਗਿਆ। ਹੁਣ ਮੇਰਾ ਭਰਮ ਹੀ ਚਲਾ ਗਿਆ, ਗਿਆ ਭਰਮ ਸਭ ਛੂਟੀ। ਮੇਰੇ ਕੋਲੋਂ ਜਿਹੜੀ ਹੈਗੀ ਆ ਮੋਹ ਦੀਆਂ ਤਾਰਾਂ ਜਿਹੜੀਆਂ ਹੈਗੀਆਂ, ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਮੈਨੂੰ ਟਰੈਪ ਸੀਗਾ, ਮੇਰੇ ਗਲੇ 'ਚ ਸੰਗਲ ਪਾਏ ਸੀ, ਸਾਰੇ ਦੇ ਸਾਰੇ ਕਹਿੰਦੇ ਇਹ ਮੋਹ ਦੇ ਛੁੱਟ ਗਏ, ਮੋਹ ਦੀ ਫਾਹੀ ਛੁੱਟ ਗਈ। ਸਰਬਭੂਤ ਏਕੈ ਕਰ ਜਾਣਿਆ, ਚੁਕੇ ਬਾਦ ਵਿਵਾਦਾ। ਕਹਿੰਦੇ ਸਾਰਿਆਂ ਦੇ ਵਿੱਚ, ਭੂਤ ਦਾ ਮਤਲਬ ਜਿੰਨੇ ਵੀ ਸਰੀਰ ਹੈਗੇ ਆ, ਸਾਰਿਆਂ ਦੇ ਵਿੱਚ ਜਿਹੜਾ ਹੈਗਾ ਮੈਂ ਉਸ ਇੱਕ ਮਾਲਕ ਪਰਮਾਤਮਾ ਨੂੰ ਜਾਣਿਆ। ਸਰਬਭੂਤ ਏਕੈ ਕਰ ਜਾਣਿਆ, ਚੁਕੇ ਬਾਦ ਵਿਵਾਦਾ। ਮੇਰੇ ਬਾਦ ਵਿਵਾਦ ਜਿਹੜੇ ਹੈਗੇ ਆ, ਬਹਿਸ ਮਬੈਸਾ ਜਿਹੜਾ ਹੈਗਾ, ਸਾਰਾ ਦਾ ਸਾਰਾ ਝੁਕ ਗਿਆ। ਹਾਂਜੀ। ਕਹੇ ਕਬੀਰ ਮੈਂ ਪੂਰਾ ਪਾਇਆ, ਪਏ ਰਾਮ ਪ੍ਰਸਾਦਾ। ਕਹਿੰਦੇ ਮੈਂ ਉਹ ਮਾਲਕ ਪਰਮਾਤਮਾ ਪੂਰਾ ਜਿਹੜਾ ਹੈਗਾ ਮੇਰੇ ਹਿਰਦੇ 'ਚ ਪ੍ਰਗਟ ਹੋ ਗਿਆ, ਮੈਨੂੰ ਉਹ ਰਾਮ ਦੀ ਕਿਰਪਾ ਹੋ ਗਈ ਮੇਰੇ ਉੱਤੇ, ਮਾਲਕ ਪਰਮਾਤਮਾ ਦੀ। ਹਾਂਜੀ ਵੀਰ ਜੀ। ਹਾਂਜੀ, ਥੋੜਾ ਜਿਹਾ ਲਾ ਲਈਏ, ਹੈ ਟਾਈਮ? ਹਾਂਜੀ ਹਾਂਜੀ, ਇੱਕ ਆ ਸ਼ਬਦ ਜਿਹੜਾ ਹੈਗਾ ਇਹਨੂੰ ਆਪਾਂ ਲੈ ਲੈਨੇ। ਨਹੀਂ, ਤੁਹਾਡਾ ਪੂਰਾ ਹੋ ਗਿਆ ਕਿ ਚੱਲ ਰਿਹਾ ਹੈ? ਪੂਰਾ ਹੋ ਗਿਆ ਜੀ। ठीक है, आप तो को बोल दो थोड़ा सा, मैं कथा कर। हाँ जी। हासा जौमे रूप किए बहुत तेरे, अब फुने रूप ना होई। तागा तंत साज सब थाका, राम नाम बस होई। कहते जेड़ा मैं जेड़ा हैगा माया दे कारण जेड़ा हैगा, ये पदार्थां स्वादां दे कारण जन्मां जन्मां तो जेड़े शरीर लई जांदा सी, अलग अलग जूनां दे विच अलग अलग रूपां दे विच मैं जांदा सीगा। कबीर जी कहते हुण नहीं पाई, अब फुन रूप ना होई। हुण इस तो बाद नहीं कहते मैं शरीर लैना, इस तो बाद मैं कोई रूप नहीं लैना। तागा तंत साज सब थाका, राम नाम बस होई। कहते हुण माया दा तागा जिहड़ा सीगा, माया दा तंत जिहड़ी सी, तंती जिहड़ी सीगी, माया दा साज जिहड़ा सीगा, जे हुण कहते सारा थक गया। हुण जिहड़ा हैगा राम दा नाम है, मैं राम दे नाम दे बस दे विच है, मेरे हिरदे च राम दा नाम हैगा। हाँ जी वीर जी। हाँ जी, ठीक है जी। साध संगत जी, तागा तंत साज कहते कि जरा मोह दा धागा। हाँ जी बिल्कुल, मोह दा ही धागा, मोह दा ही साज, माया दा सारा। हाँ जी। हाँ, कहते जरा मोह सी ना, अज्ञान सी, भरम, कहते वो थक गया, टुट गया, हुण बह गया। ते हुण मेरा जदों दा मेरा नाम राम दे नाम दे नाल संबंध जुड़ गया। हाँ, ये बिल्कुल सही गल है। जदों भी तुहाडा एक चीज नूं आपने ध्यान रखना है, जदों भी तुसी राम दे कंटैक्ट च आ गए ना, मोह दा धागा टुट जाएगा। फिर संसार दे पदार्थ तुहानू अपने वाल आकर्षित नहीं कर सकते। जे तुहाडे मन च हजे भी आकर्षित हैगा है संसार, समझ लो कि राम दे नाल तुहाडा जे मोह नहीं जो पिया। सही है ना साहब? बिल्कुल ठीक है। और जे राम दे नाम दे नाल मोह पै गया, ते फिर आपां जिहड़े हैगे, फिर जिहड़ा हैगा प्रकृति दी कैद चों भी बाहर हो जावांगे। हाँ जी, ठीक है जी। अब मोहे नाचनो ना आवे, मेरा मन मंदरिया ना बजावे रहाओ। कहंदे हुण मैनू नहीं नचना आउंदा, ये माया जिहड़ी हैगी, माया मैनू नचाउंदी सी नाच जिहड़ी, और मैं जिहड़ा है बड़ा बजाई जांदा सी, स्वादां दा, रसां दा, कसां दा जिहड़ा तबला जिहड़ा बजाउंदा सी, ढोल। कहंदे हुण मेरा मन नहीं बजाउंदा वो मंदरिया। मंदरिया मतलब ढोलकी। हुण नहीं माया दी ढोलकी बजाउंदा मैं, मैनू वो माया दा नाच नहीं आउंदा हुण रहाओ। हाँ जी वीर, बिल्कुल ठीक है जी। हुण देखो, फिर वो ये बाहर हाथ पैर की गल नहीं कर रहे, कहते कि मेरा जो मन है ना शांत हो गया।
ਜਿਹੜਾ ਵਿਚਾਰਾਂ 'ਚ ਗਵਾਚਾ ਰਹਿੰਦਾ ਸੀ, ਕਾਂ ਦੀ ਢੁਲਕੀ ਜਾਂਦਾ ਸੀ, ਕਿਤੇ ਕ੍ਰੋਧ ਦੀ, ਕਿਤੇ ਲੋਭ ਦੀ, ਕਿਤੇ ਮੋਹ ਦੀ, ਕਿਤੇ ਹੰਕਾਰ ਦੀ, ਉਹ ਨਹੀਂ ਵਜਾਉਂਦਾ, ਉਹ ਸ਼ਾਂਤ ਹੋ ਗਿਆ, ਥੱਕ ਗਿਆ। ਸ਼ਾਂਤ ਨਹੀਂ ਕਹਿ ਸਕਦੇ, ਕਹਿੰਦੇ ਥੱਕ ਗਿਆ ਉਹ, ਹੁਣ ਨਹੀਂ ਵਜਾਉਂਦਾ। ਉਹ ਕਹਿੰਦਾ ਬਸ ਜੋ ਹੋਣਾ ਸੀ ਹੋ ਗਿਆ। ਇਹ ਬਿਲਕੁਲ ਸਹੀ ਗੱਲ ਹੈ। ਜਦੋਂ ਤੁਸੀਂ ਲਗਾਤਾਰ ਸਾਧਨਾ ਕੀਤੀ ਤਾਂ ਤੁਹਾਡਾ ਮਨ ਇੱਕਦਮ ਥੱਕ ਕੇ ਬਹਿ ਜਾਏਗਾ, ਫਿਰ ਇਹਨਾਂ ਔਗਣਾਂ 'ਚ ਨਹੀਂ ਜਾਵੇ, ਗਰੰਟੀ ਹੈ। ਰਾਮ ਦੇ ਨਾਮ ਤੋਂ ਬਹੁਤ ਸ਼ਕਤੀ ਹੈ। ਜਦੋਂ ਹੀ ਰਾਮ ਦਾ ਨਾਮ ਸਾਡੇ ਅੰਦਰ ਪ੍ਰਗਟ ਹੋ ਜਾਂਦਾ ਹੈ, ਰੱਬ ਦਾ ਨਾਮ, ਤੇ ਫਿਰ ਜਿਹੜਾ ਉਹ ਫਿਰ ਮਨ ਸ਼ਾਂਤ ਹੋ ਜਾਏ। ਮਨ ਜਿਹੜਾ ਕੰਮ ਕਰ ਰਿਹਾ ਸੀ ਉਹਨੂੰ ਸਟਾਪ ਕਰ ਦੇਗਾ, ਗਲਤ ਕੰਮ ਨੂੰ, ਸਹੀ ਕੰਮ ਨਹੀਂ ਬੰਦ ਕਰੇਗਾ। ਉਹ ਜਿਹੜਾ ਅੰਦਰ ਉਹ ਤੇ ਸਾਨੂੰ ਉਹ ਤੇ ਕਰਨਾ ਹੀ ਪਊਗਾ ਨਾ ਸੰਸਾਰ ਦੇ ਵਿੱਚ, ਉਹ ਤੇ ਸਾਡਾ ਇਮਤਿਹਾਨ ਹੈ। ਪਰ ਜਿਹੜਾ ਫਾਲਤੂ ਦਾ ਕੰਮ ਸੀ ਉਹ ਬੰਦ ਹੋ ਜਾਏ। ਹਾਂਜੀ ਜੀ ਸਾਹਿਬ। ਕਾਮ ਕ੍ਰੋਧ ਮਾਇਆ ਲੈ ਜਾਰੀ, ਤ੍ਰਿਸ਼ਨਾ ਗਾਗਰ ਫੂਟੀ। ਕਹਿੰਦੇ ਕਾਮ ਕ੍ਰੋਧ ਦੀ ਇਹ ਮਾਇਆ ਜਿਹੜੀ ਸੀਗੀ, ਮਾਇਆ ਜਿਹੜੀ ਹੈ ਛਲ ਕਪਟ ਸੀਗਾ, ਇਹ ਭਰਮ ਸੀਗਾ, ਇਹ ਰੱਸੀ ਨੂੰ ਸੱਪ ਸਮਝਿਆ ਹੋਇਆ ਸੀਗਾ। ਕਹਿੰਦੇ ਜਿਹੜੀ ਹੈਗੀ ਆ ਇਹ ਜਿਹੜੀ ਹੈ ਸੜ ਗਈ, ਹੁਣ ਇਹ ਸਾੜ ਦਿੱਤੀ ਮੈਂ। ਕਾਮ ਕ੍ਰੋਧ ਮਾਇਆ ਲੈ ਜਾਰੀ, ਇਹਦਾ ਕਾਮ ਕ੍ਰੋਧ ਦਾ ਮਾਇਆ ਦਾ ਜਿਹੜਾ ਹੈ ਜੋ ਮਾਇਆ ਸੀਗੀ, ਭਰਮ ਸੀਗਾ, ਉਹ ਸੜ ਗਿਆ। ਹੁਣ ਮੈਨੂੰ ਰਿਐਲਿਟੀ ਪਤਾ ਲੱਗ ਗਈ। ਤ੍ਰਿਸ਼ਨਾ ਗਾਗਰ ਫੂਟੀ, ਔਰ ਮੈਂ ਬਾਰ-ਬਾਰ ਮੇਰੀ ਤ੍ਰਿਸ਼ਨਾ ਸੀ, ਆ ਵੀ ਭੋਗ ਲਾਂ, ਆ ਵੀ ਲੈ ਲਾਂ, ਆ ਵੀ ਖਾ ਲਾਂ, ਆ ਵੀ ਪੀ ਲਾਂ, ਆ ਵੀ ਦੇਖ ਲਵਾਂ ਸਾਰਾ। ਕਹਿੰਦੇ ਤ੍ਰਿਸ਼ਨਾ ਮੇਰੀ ਜਿਹੜੀ ਹੈਗੀ, ਇਹ ਪਦਾਰਥਾਂ ਦੀ ਤ੍ਰਿਸ਼ਨਾ, ਇਹਦੀ ਵੀ ਗਾਗਰ ਫੁੱਟ ਗਈ ਭਾਈ। ਹੁਣ ਤ੍ਰਿਸ਼ਨਾ ਨਹੀਂ ਹੈਗੀ ਮੈਨੂੰ। ਕਾਮ ਚੋਲਨਾ ਪਿਆ ਹੈ ਪੁਰਾਣਾ। ਕਹਿੰਦੇ ਕਾਮ ਦਾ ਜਿਹੜਾ ਹੈਗਾ ਮੇਰੇ ਅੰਦਰ ਜਿਹੜਾ ਝੋਲਾ ਪਾਇਆ ਹੋਇਆ ਸੀਗਾ, ਇਹ ਕਹਿੰਦੇ ਪੁਰਾਣਾ ਹੋ ਗਿਆ। ਹੁਣ ਮੈਂ ਨਹੀਂ ਇਹਨੂੰ ਹੰਡਾਉਂਦਾ। ਕਾਮ ਚੋਲਨਾ ਪਿਆ ਹੈ ਪੁਰਾਣਾ, ਗਿਆ ਭਰਮ ਸਭ ਛੂਟੀ। ਕਹਿੰਦੇ ਮੇਰਾ ਭਰਮ ਜਿਹੜਾ ਹੈਗਾ, ਮੇਰਾ ਭਰਮ ਹੀ ਖਤਮ ਹੋ ਗਿਆ। ਮੈਨੂੰ ਪਤਾ ਲੱਗ ਗਿਆ ਮਾਇਆ ਜਿਹੜੀ ਹੈ ਇਹ ਤਾਂ ਧੋਖਾ ਹੈ, ਟਰੈਪ ਹੈਗੀ। ਇਹੀ ਤਾਂ ਟਰੈਪ ਪਾਈ ਹੋਈ ਹੈ ਮਾਲਕ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ। ਕਹਿੰਦੇ ਇਹ ਭਰਮ ਮੇਰਾ ਜਿਹੜਾ, ਮੈਨੂੰ ਸੱਚਾਈ ਪਤਾ ਲੱਗ ਗਈ। ਤੇ ਮੇਰੇ ਅੰਦਰ ਜਦ ਇਹ ਸੱਚਾਈ ਪਤਾ ਲੱਗ ਗਈ ਤੇ ਮਾਇਆ ਦੀਆਂ ਜਿਹੜੀਆਂ ਫਾਈਆਂ ਸੀਗੀਆਂ, ਜਿਹੜੀਆਂ ਮੇਰੇ ਅੰਦਰ ਗਲ ਦੇ ਵਿੱਚ ਫਾਈਆਂ ਪਾਈਆਂ ਸੀ ਮਾਇਆ ਨੇ ਮੋਹ ਦੀਆਂ, ਉਹ ਸਾਰੀਆਂ ਛੁੱਟ ਗਈਆਂ। ਕਹਿੰਦੇ ਹਾਂਜੀ ਵੀਰ ਜੀ। ਹਾਂਜੀ, ਫੇਰ ਕਬੀਰ ਜੀ ਨੁਕਤੇ ਦੀ ਗੱਲ ਕਰ ਰਹੇ। ਭਰਮ ਤੋਂ ਭਾਵ ਅਗਿਆਨ, ਅਵਿਦਿਆ। ਬਿਲਕੁਲ। ਸੱਚ ਨੂੰ ਝੂਠ ਸਮਝ ਲੈਣਾ, ਝੂਠ ਨੂੰ ਸੱਚ ਸਮਝ ਲੈਣਾ, ਰੱਸੀ ਨੂੰ ਸੱਪ ਸਮਝ ਲੈਣਾ, ਸੱਪ ਨੂੰ ਰੱਸੀ ਸਮਝ ਲੈਣਾ। ਪ੍ਰਕਾਸ਼ ਹੋ ਗਿਆ, ਗਿਆਨ ਹੋ ਗਿਆ, ਪਤਾ ਲੱਗ ਗਿਆ ਇਹ ਰੱਸੀ ਆ। ਪ੍ਰਕਾਸ਼ ਜਗਾਤਾ, ਲਾਈਟ ਜਾਗੀ, ਪਤਾ ਲੱਗ ਗਿਆ ਸੱਪ ਆ। ਹੈ ਦੋਨੋਂ ਸਹੀ ਹੈ, ਪਰ ਅਸਲੀ ਰੂਪ ਚ ਪਤਾ ਲੱਗ ਗਿਆ ਇਹ ਹੈ ਕੀ ਆ। ਪਹਿਲਾਂ ਹਨੇਰਾ ਜਿਹਾ ਸੀ, ਧੁੰਦ ਜੀ ਪਈ ਹੋਈ ਸੀ। ਧੁੰਦ ਦਾ ਮਤਲਬ ਉਹ ਬਾਹਰੀ ਕਰਮਕਾਂਡ। ਉਹ ਕਹਿੰਦਾ ਤੁਸੀਂ ਮੱਝਾਂ ਨੂੰ ਬਹੁਤ ਹਿੱਕਦੇ ਜੋ, ਉਸੇ ਤਰ੍ਹਾਂ ਸਾਨੂੰ ਹਿੱਕੀ ਜਾਂਦੇ ਜੋ, ਪਰ ਹੁਣ ਕੰਮ ਨਹੀਂ ਜੇ ਚੱਲਣਾ। ਬਹੁਤ ਵਾਰੀ ਮੈਂ ਕਈ ਵਾਰੀ ਤੇ ਬੇਵਕੂਫ ਬਣ ਚੁੱਕਿਆ, ਪਰ ਹੁਣ ਨਹੀਂ ਮੈਂ ਬਣਾਂਗਾ। ਕਿਉਂਕਿ ਕਬੀਰ ਜੀ ਨੇ ਸਾਧਨਾ ਦੇ ਨਾਲ ਆਪਣੇ ਕਈ ਜਨਮਾਂ ਦਾ ਗਿਆਨ ਪ੍ਰਾਪਤ ਕਰ ਲਿਆ। ਕੁਝ ਫਿਰ ਕਹਿੰਦੇ ਆ ਕਈ ਜਨਮ ਮੈਂ ਕੀ ਪਤੰਗਾ, ਕਈਆਂ ਦੇ ਮੈਂ ਘਰ ਦੀ ਬਣਿਆ, ਕਿਸੇ ਦਾ ਮੈਂ ਘਰ ਦਾ ਬਣਿਆ, ਕਿਸੇ ਦਾ ਬੱਚਾ ਬਣਿਆ, ਕਿਸੇ ਦਾ ਪਿਓ ਬਣਿਆ। ਏਦਾਂ ਕਰਕੇ ਨਾ ਪੂਰਾ ਲਿਖਿਆ ਹੈ। ਫਿਰ ਉਹ ਕਹਿੰਦੇ ਕਿ ਮੈਨੂੰ ਪਤਾ ਲੱਗਾ ਕਿ ਕਾਫੀ ਟਾਈਮ ਤੋਂ ਤੁਸੀਂ ਬੇਵਕੂਫ ਬਣਾਈ ਜਾਂਦੇ ਜੋ, ਔਰ ਹੁਣ ਨਹੀਂ ਮੈਂ ਬਣਨਾ। ਇਹ ਦੇਖੋ ਇਹ ਸਾਧ ਸੰਗਤ ਜੀ, ਕਬੀਰ ਜੀ ਦੇ ਲਫ਼ਜ਼ ਕਿ ਤੁਸੀਂ ਮੱਝਾਂ ਨੂੰ ਹਿੱਕੀ ਜਾਂਦੇ ਜੋ, ਗਿਆਨ ਪ੍ਰਚਾਰ ਕਰੀ ਜਾਂਦੇ ਜੋ, ਉਹ ਪ੍ਰਚਾਰ ਕਰਦੇ ਜੋ, ਉਹਦੇ ਨਾਲ ਔਗਣ ਤੇ ਖਤਮ ਨਹੀਂ ਹੋਣਦੇ, ਉਲਟਾ ਸਗੋਂ ਹੋਰ ਪ੍ਰਗਟ ਹੁੰਦੇ। ਉਤੋਂ ਸੁਖਮ ਹੋਮੇ ਦੀ ਦੇਤੀ ਆ, ਉਹਨੂੰ ਸੁਪੀਰੀਅਰ ਕੰਪਲੈਕਸ ਕਹਿੰਦੇ ਆਪਾਂ। ਕਿ ਤੁਸੀਂ ਭੀੜ ਤੋਂ ਵੱਖ ਜੋ, ਤੁਸੀਂ ਸੰਤ ਬਣ ਗਏ ਜੋ, ਤੁਹਾਡੇ ਤੇ ਸਟੈਂਪ ਲੱਗ ਗਈ ਆ, ਤੁਸੀਂ ਬਾਹਰੀ ਭੇਸ ਚੇਂਜ ਕਰ ਲਿਆ, ਇੰਨਾ ਕੰਮ ਕਰੀ ਜਾਓ, ਤੁਸੀਂ ਉਹ ਹੋਰ ਪੰਗਾ। ਔਰ ਆਪ ਜੀ ਦੇਖੋ, ਉਹ ਫਿਰ ਨਿੱਜਾ ਸਾਹਿਬ ਕਹਿੰਦੇ ਉਹ ਦੂਜੇ ਨੂੰ ਕੱਚੇ ਕਿੱਲੇ ਸਮਝੀ ਜਾਂਦੇ। ਤੇ ਆਪਣੀ ਕਿਸ਼ਤੀ ਤੇ ਸਗੋਂ ਪਹਿਲਾਂ ਇੱਕ ਦੀ ਰੱਸੀ ਹੀ ਅਗਿਆਨ ਦੀ। ਚਲੋ ਜਿਹੜੇ ਬੱਚੇ ਨੂੰ ਨਹੀਂ ਪਤਾ ਉਹਨੂੰ ਪ੍ਰਮਾਤਮਾ ਵੀ ਨਹੀਂ ਕੁਝ ਕਹਿੰਦਾ, ਪਰ ਜਿਹਨੂੰ ਪਤਾ ਹੈ ਤੇ ਫਿਰ ਵੀ ਗਲਤੀ ਕਰਦਾ ਹੈ, ਉਹ ਫਿਰ ਪ੍ਰਕਿਰਤੀ ਉਹਨੂੰ ਬਖਸ਼ਦੀ ਨਹੀਂ ਹੈ, ਉਹਨੂੰ ਮਾਫ ਨਹੀਂ ਕਰਦੀ। ਪਹਿਲਾਂ ਤੇ ਚਲੋ ਅਣਜਾਣ ਬੰਦਾ, ਉਹਨੂੰ ਤਾਂ ਪਤਾ ਹੀ ਨਹੀਂ ਵਿਚਾਰੇ ਨੂੰ, ਤੇ ਚਲੋ ਉਹਨੂੰ ਤੇ ਬੇਵਕੂਫ ਬਣਾਤਾ। ਪਰ ਕਈਆਂ ਨਕਲੀ ਗਿਆਨ ਦੇ ਦਿੰਦੇ ਨੇ, ਫਿਰ ਨਕਲੀ ਲੋਕੀ ਅਸਲੀ ਸਮਝ ਲੈਂਦੇ ਨੇ, ਉਹ ਵੀ ਗੜਬੜ ਕਰਦਾ ਹੈ। ਫਿਰ ਕਹਿੰਦੇ ਕਾਮ ਕ੍ਰੋਧ ਮਾਇਆ ਲੈ ਜਾਰੀ, ਤ੍ਰਿਸ਼ਨਾ ਗਾਗਰ ਫੂਟੀ, ਫੁੱਟ ਗਈ। ਗਾਗਰੀ ਜਿਹੜੀ ਸਭ ਤੋਂ ਖਤਰਨਾਕ ਹੈ ਉਹ ਫੁੱਟ ਜਾਏਗੀ। ਤੇ ਮਾਇਆ ਦਾ ਵੀ ਜਿਹੜਾ ਪਰਦਾ ਸੀ, ਜਿਹੜੀ ਸਾਡੀਆਂ ਅੱਖਾਂ ਤੇ ਐਨਕ, ਉਹਨੂੰ ਮੈਂ ਐਨਕ ਕਹਿਣਾ। ਉਹ ਐਨਕ ਦੇ ਵਿੱਚ ਕੁਛ ਏਦਾਂ ਦਾ ਤੱਤ ਆ ਜਿਹੜੀ ਸਾਨੂੰ ਸੱਚ ਨੂੰ ਦੇਖਣ ਨਹੀਂ ਦਿੰਦੀ।
ਅਸੀਂ ਫਿਰ ਉਹ ਚੀਜ਼ ਦੇਖਦੇ ਹਾਂ ਜਿਹੜੀ ਚੀਜ਼ ਚੰਗੀ ਹੈ, ਅਸੀਂ ਉਹ ਚੀਜ਼ ਨਹੀਂ ਦੇਖਦੇ ਜਿਹੜੀ ਚੰਗੀ ਹੈ ਜਾਂ ਸਾਡਾ ਜੀਵਨ ਉੱਚਾ ਚੁੱਕਣਾ ਚਾਹੁੰਦੀ ਹੈ। ਫਿਰ ਉਹ ਮਾਇਆ ਦੀ ਐਨਕ ਐਸੀ ਉਤਰ ਗਈ ਤੇ ਫਿਰ ਸਾਨੂੰ ਪਤਾ ਲੱਗ ਗਿਆ ਤ੍ਰਿਸ਼ਨਾ ਦੀ ਆਦਿ ਸੀ। ਐਵੇਂ ਪਤਾ ਨਹੀਂ ਕਿ ਚਿੰਬੜੀ ਜਾ ਰਹੇ ਸੀ ਆਪਾਂ, ਤਾਂ ਹੁਣ ਗਿਆਨ ਹੋ ਗਿਆ, ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਹਾਂਜੀ ਜੀ ਸਾਹਿਬ, ਤੁਹਾਡੀ ਆਵਾਜ਼ ਬਦਲ ਗਈ ਹੈ ਗੁਰਕੀ ਸਾਹਿਬ ਥੋੜਾ ਜਿਹਾ। ਅੱਛਾ, ਹੁਣ ਹਾਂ ਤੇ ਨਹੀਂ, ਹਾਂ ਠੀਕ ਹੈ। ਕਾਮ ਚੋਲਣਾ ਪਾਇਆ ਹੈ ਪੁਰਾਣਾ, ਗਿਆ ਭਰਮ ਸਭ ਛੂਟੀ। ਕਹਿੰਦੇ ਕਾਮ ਦਾ ਚੋਲਣਾ ਜਿਹੜਾ ਚੋਲਾ ਪਾਇਆ ਸੀ, ਹਮੇਸ਼ਾ ਮੈਂ ਇਹੀ ਕਾਮ ਦਾ ਚੋਲਣਾ ਪਾ ਕੇ ਜਿਹੜਾ ਹੈਗਾ ਇਹੀ ਹੰਡਾਈ ਜਾਂਦਾ ਸੀਗਾ। ਕਹਿੰਦੇ ਪੁਰਾਣਾ ਹੋ ਗਿਆ, ਹੁਣ ਨਹੀਂ, ਮੈਂ ਹੁਣ ਇਹ ਕਾਮ ਮੇਰੇ ਉੱਤੇ ਪ੍ਰਭਾਵ ਨਹੀਂ ਪਾਉਂਦਾ। ਕਹਿੰਦੇ ਮੇਰਾ ਭਰਮ ਚਲਾ ਗਿਆ ਔਰ ਮੇਰੀ ਸਾਰੀ ਜਿਹੜੀ ਹੈਗੀ ਆ ਮੇਰੇ 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 ਇਹ ਮਾਇਆ ਜਿਹੜੀ ਭਰਮ ਇਹਦੀ ਮੋਹ ਦੀ ਜਿਹੜੀ ਹੈਗੀ ਮੈਨੂੰ ਬੰਨਿਆ ਹੋਇਆ ਸੀਗਾ ਮਾਇਆ ਨੇ। ਕਹਿੰਦੀ ਉਹਦੀ ਪਕੜ ਮਾਇਆ ਦੀ ਜਿਹੜੀ ਹੈਗੀ ਮੇਰੇ ਉੱਤੇ ਜਕੜ ਛੁੱਟ ਗਈ। ਕਹਿੰਦੇ ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਲਾਸਟ ਤੇ ਫਿਰ ਉਹ ਕੰਮ ਦੀ ਗੱਲ ਕਰ ਰਹੇ ਨੇ। ਉਹ ਕਹਿੰਦੇ ਕਿ ਕਾਮ ਚੋਲਾਨਾ ਦਾ ਮਤਲਬ ਕੀ ਹੈ? ਚੋਲਾ ਕਾਮ ਦਾ ਚੋਲਾ ਪਾਇਆ। ਆਪਾਂ ਹਮੇਸ਼ਾ ਕਾਮ ਦਾ ਹੀ ਚੋਲਾ ਪਾ ਕੇ ਰੱਖਦੇ ਹਾਂ। ਮੈਕਸਿਮਮ ਜਿਹੜਾ ਪ੍ਰਾਣ ਸ਼ਕਤੀ ਕਾਮ ਦੇ ਵਿੱਚ ਹੀ ਜਾਂਦੀ ਹੈ। ਬਹੁਤ ਪੁਰਾਣਾ ਕਹਿੰਦੇ, ਬਹੁਤ ਪੁਰਾਣਾ। ਹੁਣ ਮਾਤਾ ਮੈਨੂੰ ਕਹਿੰਦੀ ਸੀ, ਕੱਲ ਗੱਲ ਕੀਤੀ ਸੀ, ਹੁਣ ਮਾਤਾ ਕਥਾ ਸੁਣਦੀ ਹੈ, ਮੇਰੀ ਸੱਸ ਵੀ ਵਿੱਚੇ ਬੈਠੀ ਹੈ। ਕਹਿੰਦੀ ਪੁੱਤ ਕਾਮ ਤੇ ਨਾ ਬਹੁਤੀ ਗੱਲ ਕਰਿਆ ਕਰ। ਮੈਂ ਕਿਹਾ ਇਹ ਬਾਣੀ ਚ ਲਿਖਿਆ, ਮੈਨੂੰ ਛੱਡਦਾ ਹੁਣ। ਕਹਿੰਦੇ ਬਹੁਤੀ ਡਿਟੇਲ ਚ ਨਹੀਂ ਜਾਈਦਾ। ਮੈਂ ਡਿਟੇਲ ਚ ਨਹੀਂ ਜਾਵਾਂਗੇ ਤੇ ਪਤਾ ਕਿੱਦਾਂ ਲੱਗੂਗਾ? ਇਹ ਜਿਹੜਾ ਇਹ ਸੰਸਾਰ ਉੱਥੇ ਬੈਠਾ ਵਾ, ਜਦ ਤੱਕ ਉਹਨੂੰ ਆਪਾਂ ਦੱਸਦੇ ਨਹੀਂ ਹਾਂ, ਉਹ ਇੱਕ ਔਗਣ ਆ ਜਿੱਥੇ ਸਾਡੀ ਚੇਤਨਾ ਬੈਠੀ ਹੈ। ਮੈਂ ਬਿਲਕੁਲ ਗੁਰਕੀ ਸਾਹਿਬ ਦੇਖੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਕਾਮ ਸਭ ਤੋਂ ਪਹਿਲੇ ਨੰਬਰ ਤੇ ਹੈਗਾ। ਉੱਥੋਂ ਤੇ ਪ੍ਰਕਿਰਤੀ ਦਾ ਜਨਮ ਹੋ ਰਿਹਾ, ਉੱਥੋਂ ਹੀ ਤੇ ਸਾਡੀ ਇੱਛਾ ਜ਼ਾਹਰ ਹੋ ਰਹੀ ਹੈ। ਨਿਜਰ ਸਾਹਿਬ, ਜਿਹੜੀ ਉੱਪਰ ਲਿਖਿਆ ਨਹੀਂ ਹੈ ਤ੍ਰਿਸ਼ਨਾ, ਉੱਥੇ ਤੇ ਤ੍ਰਿਸ਼ਨਾ ਬੈਠੀ ਹੋ। ਬਿਲਕੁਲ। ਉੱਥੇ ਜਿਹੜਾ ਆਪਾਂ ਪੈਦਾ ਕਰਦੇ ਹਾਂ ਉਹ ਕਾਮ ਤੋਂ ਪੈਦਾ ਹੁੰਦਾ, ਫਿਰ ਉਹਦੀ ਪੂਰਤੀ ਕਰਦੇ ਹਾਂ ਆਪਾਂ ਸਾਰੀ ਜਗ੍ਹਾ ਤੋਂ। ਇਹ ਦੇਖੋ ਸਾਧ ਸੰਗਤ ਜੀ, 95% ਬੰਦਾ ਦੀ ਚੇਤਨਾ ਇੱਥੇ ਰਹਿੰਦੀ ਹੈ। ਕੋਈ ਬੰਦਾ ਜਿਹੜਾ ਮਰਜੀ ਆ, ਬਾਹਰੋਂ ਭਾਵੇਂ ਮਰਜੀ ਕਰ ਲਿਆ, ਜਦ ਤੱਕ ਬੰਦਾ ਭਗਤੀ ਨਹੀਂ ਕਰੂਗਾ ਪ੍ਰਮਾਤਮਾ ਦੀ, ਉਹ ਵੀ ਆਮ ਬੰਦੇ ਦੀ ਨਹੀਂ, ਪ੍ਰਮਾਤਮਾ ਦੀ, ਕੋਈ ਮੁਕਤੀ ਦੀ ਨਹੀਂ, ਕੋਈ ਦੇਵੀ ਦੇਵਤੇ ਨਹੀਂ, ਕਿਉਂਕਿ ਦੇਵੀ ਦੇਵਤੇ ਤੇ ਖੁਦ ਫਸੇ ਉੱਥੇ। ਬਿਲਕੁਲ, ਉੱਥੇ ਉਹਦੀ ਭਗਤੀ ਕਰਨੀ ਪੈਣੀ ਪ੍ਰਮਾਤਮਾ ਦੀ, ਜਿਹਨੇ ਕਿਤੇ ਸਰੀਰ ਹੀ ਨਹੀਂ ਧਾਰਿਆ, ਉਹ ਕਿਹਨੂੰ ਮੁਕਤ ਕਰ ਸਕਦਾ ਸਾਨੂੰ? ਕਿਉਂਕਿ ਜਿਹੜਾ ਵਿਚਾਰਾ ਆਪ ਕਾਮ ਤੋਂ ਪੈਦਾ ਹੋਇਆ, ਉਹਨੇ ਸਾਨੂੰ ਕਿੱਥੋਂ ਮੁਕਤ ਕਰ ਲੈਣਾ? ਵਿਜੇ ਸਾਹਿਬ, ਇਹ ਜਸਟ ਦੇਖੋ, ਪਰਮਾਤਮਾ ਨਿਰਾਕਾਰ ਆ, ਉਹਦਾ ਪਿਓ ਹੀ ਨਹੀਂ ਹੈਗਾ, ਨਾ ਉਹਦੀ ਕੋਈ ਮਾਂ ਹੈਗੀ ਆ। ਜਦੋਂ ਉਹਦਾ ਮਾਂ ਨਹੀਂ, ਪਿਓ ਨਹੀਂ, ਫਿਰ ਉਹਦੀ ਭਗਤੀ ਕਰਾਂਗੇ ਤੇ ਫਿਰ ਇਸ ਕਾਮ ਤੋਂ ਮੁਕਤੀ ਮਿਲਣੀ ਆ, ਓਦਾਂ ਨਹੀਂ ਮਿਲਣੀ। ਉਹਦਾ ਭਗਤੀ ਕਰੋਗੇ ਤੇ ਉਹ ਭਗਤੀ ਦੇ ਪਦਾਰਥਾਂ ਦੀ ਆ, ਤਾਮਸਿਕ ਹੈ ਜਾਂ ਰਾਜਸਿਕ ਹੈ, ਉਹ ਤੇ ਇੱਕ ਅਲੱਗ ਚੀਜ਼ ਹੈ। ਹਾਂਜੀ ਨਿਜਰ ਸਾਹਿਬ, ਇਹ ਕਹਿੰਦੇ ਕਿ ਜਿਹੜਾ ਕਾਮ ਦਾ ਚੋਲਾ ਸੀ, ਚੋਲੇ ਦਾ ਮਤਲਬ ਸਾਧ ਸੰਗਤ ਜੀ, ਉਹ ਮੇਰੇ ਸਰੀਰ ਦਾ ਇੱਕ ਬਹੁਤ ਵੱਡਾ ਹਿੱਸਾ। ਇਸ ਤੋਂ ਬਿਨਾਂ ਮੈਂ ਘਰੋਂ ਨਿਕਲਦਾ ਹੀ ਨਹੀਂ ਹਾਂ। ਹੁਣ ਕੱਪੜੇ ਤੋਂ ਬਿਨਾਂ ਨਿਕਲਦੇ ਜੀ ਘਰੋਂ? ਬਿਲਕੁਲ ਨਹੀਂ। ਇਸੇ ਹੀ ਤਰ੍ਹਾਂ ਕਹਿੰਦਾ ਉਹ ਇੱਕ ਐਡਾ ਮੇਰਾ ਸੰਬੰਧ ਸੀ, ਉਸ ਤੋਂ ਬਿਨਾਂ ਤਾਂ ਮੈਂ ਘਰੋਂ ਨਿਕਲਦਾ ਹੀ ਨਹੀਂ। ਉਹ ਬਹੁਤ ਪੁਰਾਣਾ ਹੋ ਗਿਆ, ਮੇਰੇ ਕੰਮ ਦਾ ਨਹੀਂ ਰਹਿ ਗਿਆ। ਜਦੋਂ ਆਪਾਂ ਪੁਰਾਣਾ ਕੱਪੜਾ ਲਾ ਕੇ ਸੁੱਟ ਦਿੰਦੇ ਨਾ, ਕਹਿ ਦਿੰਦਾ ਜੀ ਬਸ ਬਹੁਤ ਪਾ ਲਿਆ। ਨਿਜਰ ਸਾਹਿਬ, ਬਿਲਕੁਲ। ਟੀ-ਸ਼ਰਟ ਹੁੰਦੀਆਂ ਨਾ ਜਿਆਦੀਆਂ ਪੁਰਾਣੀਆਂ ਹੋ ਜਾਂਦੀਆਂ, ਤੁਸੀਂ ਪਾਉਂਦੇ ਜੋ? ਕੋਈ ਵੀ ਨਹੀਂ ਪਾਉਂਦਾ। ਕਿਤੇ ਬਹੁਤ ਪੁਰਾਣੀਆਂ ਹੁਣ ਨਹੀਂ ਪਾਉਣੀ, ਬਸ ਖਤਮ, ਇਹਨੂੰ ਲਾ ਕੇ ਸੁੱਟ ਦਿਓ। ਉਹ ਕਹਿੰਦੇ ਪੁਰਾਣਾ ਹੋ ਗਿਆ, ਹੁਣ ਨਹੀਂ ਮੈਂ ਪਾਉਂਦਾ, ਕਿਉਂਕਿ ਤ੍ਰਿਸ਼ਨਾ ਦੀ ਗਾਗਰੀ ਫੁੱਟ ਗਈ ਹੈ। ਦੂਜੀ ਗੱਲ ਕਹਿੰਦੇ, ਜਿਹੜੀ ਤ੍ਰਿਸ਼ਨਾ ਦੀ ਸੀ, ਜਿਹੜੀ ਮੇਰੇ ਲਗਾਤਾਰ ਮੇਰੇ ਮਨ ਨੂੰ ਭਜਾਈ ਕਰਦੀ ਸੀ ਤ੍ਰਿਸ਼ਨਾ, ਇਹ ਵੀ ਪੜ੍ਹਨਾ, ਉਹ ਵੀ ਭੋਗ ਲਾਂ, ਆਹ ਖਾ ਲਾਂ, ਉਹ ਪੀ ਲਾਂ, ਉਹ ਵੀ ਸ਼ਾਂਤ ਹੋ ਗਿਆ, ਕਿਉਂਕਿ ਤ੍ਰਿਸ਼ਨਾ ਦੀ ਗਾਗਰੀ ਫੁੱਟ ਗਈ ਆ। ਠੀਕ ਹੈ ਨਾ ਜੀ ਸਾਹਿਬ, ਅੱਜ ਵਿਚਾਰ ਨਹੀਂ। ਇੱਕ ਸੈਕਿੰਡ ਗੌਰਵ ਸਾਹਿਬ, ਗਿਆ ਭਰਮ ਸਭ ਛੂਟੀ। ਹੁਣ ਦੇਖੋ ਇੱਥੇ ਕਹਿੰਦੇ ਵੀ ਸਾਰਾ ਹੋਇਆ ਕਿਵੇਂ? ਕਹਿੰਦੇ ਭਰਮ ਜਿਹੜਾ ਹੈਗਾ, ਮੇਰਾ ਭਰਮ ਖਤਮ ਹੋ ਗਿਆ, ਮੈਨੂੰ ਸੱਚਾਈ ਪਤਾ ਲੱਗ ਗਈ ਬਈ ਇਹ ਜਿਹੜਾ ਹੈਗਾ ਸੱਪ ਕੀ ਹੈ ਤੇ ਰੱਸੀ ਕੀ ਹੈ। ਇਹ ਮਾਇਆ ਜਿਹੜੀ ਹੈਗੀ ਇਹ ਝੂਠੀ ਸੀਗੀ, ਇਹ ਛਲ ਸੀਗਾ, ਇਹ ਫਰੇਬ ਸੀਗਾ। ਇਹ ਮੇਰਾ ਭਰਮ ਚਲਾ ਗਿਆ ਮਾਇਆ ਦਾ, ਵੀ ਮਾਇਆ ਤਾਂ ਕੁਝ ਨਹੀਂ, ਅਸਲੀ ਚੀਜ਼ ਤਾਂ ਪਰਮਾਤਮਾ ਹੈਗਾ, ਅਸਲੀ ਤਾਂ ਭਗਤੀ ਹੈਗੀ ਉਹਦੀ। ਤਾਂ ਜਿਹੜਾ ਹੈਗਾ ਇਹ ਸਾਰੇ ਮੋਹ ਦੇ ਬੰਧਨ ਛੁੱਟ ਗਏ। ਆਖਰੀ ਲਾਈਨ, ਸਰਬਭੂਤ ਏਕ ਹੈ ਕਰ ਜਾਣਿਆ। ਕਹਿੰਦੇ ਸਾਰੇ ਜਿੰਨੇ ਵੀ ਸਰੀਰ ਹੈਗੇ ਆ, ਸਾਰਿਆਂ ਦੇ ਨੂੰ ਮੈਂ
ਉਹਨਾਂ ਦੇ ਸਾਰਿਆਂ ਨੂੰ ਪਰਮਾਤਮਾ ਹੀ ਸਮਝਦਾ, ਉਹਨਾਂ ਦੇ ਵਿੱਚ ਸਾਰਿਆਂ ਨੂੰ ਪਰਮਾਤਮਾ ਦਾ ਰੂਪ ਸਮਝਦਾ, ਹਰੇਕ ਦੇ ਵਿੱਚ ਪਰਮਾਤਮਾ ਹੈਗਾ। ਸਰਬਭੂਤ ਏਕੇ ਕਰ ਜਾਣਿਆ ਚੁੱਕੇ ਬਾਦ ਵਿਵਾਦਾ। ਮੇਰਾ ਸਾਰਾ ਜਿਹੜਾ ਹੈਗਾ ਬਾਦ ਵਿਵਾਦ ਜਿਹੜਾ ਹੈਗਾ, ਲੜਾਈ ਝਗੜਾ ਬਹਿਸ ਮਬੈਸਾ ਸਾਰਾ ਖਤਮ ਹੋ ਗਿਆ, ਕਹਿੰਦੇ ਚੁੱਕ ਗਿਆ। ਕਹਿ ਕਬੀਰ ਮੈਂ ਪੂਰਾ ਪਾਇਆ ਭਏ ਰਾਮ ਪ੍ਰਸਾਦਾ। ਜਦ ਜਿਹੜਾ ਹੈਗਾ ਆਪਾਂ ਨੂੰ ਚਾਰ ਚੁਫੇਰੇ ਜਿਹੜਾ ਹੈਗਾ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਹੀ ਨਜ਼ਰ ਆ ਰਿਹਾ ਆ, ਤੇ ਵਿਚਾਰ ਕਿਹੜੇ ਪਾਸੇ ਨੂੰ ਜਾਣਗੇ ਆਪਣੇ, ਤੇ ਵਿਚਾਰ ਬੰਦ ਹੋਏ ਤੇ ਉਹ ਮਾਲਕ ਪਰਮਾਤਮਾ ਅੰਦਰ। ਕਹਿ ਕਬੀਰ ਮੈਂ ਪੂਰਾ ਪਾਇਆ ਭਏ ਰਾਮ ਪ੍ਰਸਾਦਾ। ਰਾਮ ਦਾ ਪ੍ਰਸਾਦ ਹੋ ਗਿਆ ਮੈਨੂੰ ਇਹ ਜਿਹੜਾ ਗੁਰ ਪ੍ਰਸਾਦ ਰਾਮ ਪ੍ਰਸਾਦ, ਇਹ ਜਿਹੜਾ ਹੈਗਾ ਉਹ ਜਿਹੜਾ ਹੈਗਾ ਪਰਮਾਤਮਾ ਦੀ ਮਿਹਰ ਹੋ ਗਈ ਮੇਰੇ ਉੱਤੇ, ਔਰ ਮੈਨੂੰ ਜਿਹੜਾ ਹੈਗਾ ਨਾਮ ਮੇਰੇ ਅੰਦਰ ਪ੍ਰਗਟ ਹੋ ਗਿਆ, ਮਾਲਕ ਪਰਮਾਤਮਾ ਪ੍ਰਗਟ ਹੋ ਗਿਆ, ਔਰ ਮੇਰੀ ਜਿਹੜੀ ਹੈ ਸੰਸਾਰ ਦੀ ਯਾਤਰਾ ਜਿਹੜੀ ਹੈਗੀ ਪੂਰੀ ਹੋ ਗਈ। ਕਹਿ ਕਬੀਰ ਮੈਂ ਪੂਰਾ ਪਾਇਆ, ਉਹ ਪੂਰਾ ਮਾਲਕ ਪਰਮਾਤਮਾ ਜਿਹੜਾ ਹੈਗਾ ਪੂਰਨ ਹੈਗਾ, ਉਹ ਮੈਂ ਪਾ ਲਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਉੱਪਰ ਕਹਿ ਰਹੇ ਨੇ ਕਾਮ ਦਾ ਚੋਲਾ ਉਤਰ ਗਿਆ ਤੇ ਤ੍ਰਿਸ਼ ਜਿਹੜੀ ਪੁਰਾਣਾ ਹੋ ਗਿਆ, ਭਰਮ ਟੂਟੀ, ਭਰਮ ਦੂਰ ਹੋ ਗਿਆ ਤੇ ਬੰਧਨ ਮਾਇਆ ਦੇ ਭਰਮ ਨਿਜਤਾ। ਹਾਂ ਨਿਜਤਾ ਭਰਮ ਦਾ ਮਤਲਬ ਉਹ ਜਿਹੜੀਆਂ ਨਕਲੀ ਭੇਡਾਂ ਵਾਲਾ ਜਿਹੜੇ ਤਬੇਲੇ 'ਚ ਵੜਿਆ ਫਿਰਦਾ ਉਹ ਵੀ ਭਰਮ ਸੀ, ਉਹ ਦੂਰ ਹੋ ਗਿਆ ਹੁਣ। ਬਿਲਕੁਲ। ਇਹ ਜਿੱਥੇ ਮੈਂ ਬੈਠਾ ਸੀ ਮੈਨੂੰ ਪਤਾ ਲੱਗ ਗਿਆ ਇਹਨਾਂ ਦੇ ਪੱਲੇ ਕੁਛ ਨਹੀਂ ਆ, ਮੈਂ ਆਪ ਤੱਤ ਨੂੰ ਲੱਭ ਲਿਆ। ਭਰਮ ਦਾ ਮਤਲਬ ਇਹ ਨਾ ਸੋਚਿਓ, ਭਰਮ ਤੇ ਸਾਨੂੰ ਉਦੋਂ ਹੀ ਦੂਰ ਹੋ ਜਾਣਾ ਜਦੋਂ ਸਾਨੂੰ ਚੰਗੀ ਸੰਗਤ ਮਿਲ ਗਈ। ਤੁਸੀਂ ਨਾ ਦੱਸ ਦੇਣਾ ਕਿ ਇਹ ਸਹੀ ਤੇ ਇਹ ਗਲਤੀ, ਬਾਕੀ ਫੈਸਲਾ ਤੇਰਾ ਵਾ, ਤੂੰ ਕਿਹੜਾ ਲੈਣਾ। ਠੀਕ ਹੈ, ਉਹ ਫਿਰ ਭਰਮ ਦੂਰ ਹੋਇਆ। ਜਦੋਂ ਭਰਮ ਦੂਰ ਹੋਇਆ ਤਾਂ ਫਿਰ ਕੀ ਹੋਇਆ, ਫਿਰ ਮੈਨੂੰ ਪਤਾ ਲੱਗਾ ਕਿ ਇਹ ਕੋਈ ਜਾਤ ਜੂਤ ਵੱਡੀ ਹੋਣ ਦੇ ਨਾਲ ਛੋਟੀ ਹੋਣ ਦੇ ਨਾਲ ਫਰਕ ਨਹੀਂ ਪੈਂਦਾ, ਇਹ ਤੇ ਸਾਰਿਆਂ ਚ ਪਰਮਾਤਮਾ ਵਾ। ਜਿਹੜਾ ਸੁਪੀਰੀਅਰ ਕਹਿੰਦੇ ਨਾ ਕਿ ਤੂੰ ਬੜਾ ਉੱਚਾ ਵਾ, ਇਹ ਨੀਵਾਂ ਹੈ, ਸ਼ੂਦਰ ਹੈ, ਇਹ ਪੰਡਤ ਹੈ, ਇਹ ਵੈਸ਼ ਆ, ਇਹ ਮੈਨੂੰ ਪਤਾ ਲੱਗ ਗਿਆ ਕਿ ਕੋਈ ਵੈਸ਼ ਵੂਸ਼ ਨਹੀਂ ਹੈਗਾ, ਕੋਈ ਪੰਡਿਤ ਨਹੀਂ ਹੈਗਾ, ਸਾਰੇ ਇੱਕੋ ਹੈਗੇ ਆ, ਔਰ ਸਾਰਿਆਂ ਦੇ ਵਿੱਚ ਪਰਮਾਤਮਾ ਵਸਦਾ। ਮੈਂ ਕਿਸੇ ਨੂੰ ਇਹ ਜਾਤਾਂ ਦੇ ਸਿਰ ਤੇ ਮੈਂ ਨਹੀਂ ਕਿਸੇ ਨੂੰ ਟ੍ਰੀਟ ਕਰਦਾ, ਮੈਂ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਨੂੰ ਦੇਖ ਰਿਹਾ। ਹਾਂਜੀ ਜਦੋਂ ਔਰ ਇਸ ਕਰਕੇ ਫਿਰ ਮੇਰੇ ਬਾਦ ਵਿਵਾਦ ਖਤਮ ਹੋ ਗਏ। ਪਹਿਲਾਂ ਮੈਂ ਉਹ ਜਿਹੜਾ ਮੈਨੂੰ ਸਿਖਾਇਆ ਗਿਆ ਸੀ ਹੁਣ ਉਹ ਤਕੜੀ ਨਹੀਂ ਹੈਗੀ ਮੇਰੇ ਕੋਲ, ਇਸ ਕਰਕੇ ਸਾਰੇ ਜਿਹੜੀਆਂ ਪ੍ਰੋਬਲਮ ਹੈਗੀਆਂ ਸੋਲਵ ਹੋ ਗਈਆਂ, ਹੁਣ ਕੋਈ ਸਮੱਸਿਆ ਨਹੀਂ ਹੈਗੀ। ਹਾਂਜੀ ਜਦੋਂ ਆਖਰੀ ਕਹਿੰਦੇ ਫਿਰ ਮਾਲਕ ਮੇਰੇ ਬਸ ਜਦ ਉਹ ਪੂਰਨ ਪਰਮਾਤਮਾ ਵਰਗਾ ਜਿਆਦੇ ਅੰਦਰੋਂ ਜਿਹੜੇ ਹੈਗੇ ਅਵਗੁਣ ਖਤਮ ਹੋ ਗਏ ਤੇ ਉਹ ਮਾਲਕ ਹੀ ਰਹਿ ਗਿਆ। ਜਦ ਮੈਂ ਮੇਰੀ ਜਿਹੜੀ ਹੈਗੀ ਆ ਖਤਮ ਹੋ ਗਈ ਸਰੀਰ ਦੀ ਪਕੜ, ਤੇ ਕਹਿ ਕਬੀਰ ਮੈਂ ਪੂਰਾ ਪਾਇਆ, ਕਹਿੰਦੇ ਉਹ ਮਾਲਕ ਪਰਮਾਤਮਾ ਅੰਦਰ ਮੇਰੇ ਪ੍ਰਗਟ ਹੋ ਗਿਆ, ਉਹ ਮੇਰੇ ਉੱਤੇ ਰਾਮ ਦੀ ਕਿਰਪਾ ਹੋ ਗਈ, ਮਾਲਕ ਪਰਮਾਤਮਾ ਦੀ। ਹਾਂਜੀ ਬਿਲਕੁਲ ਸਹੀ ਹੈ ਜੀ। ਹੁਣ ਲਾਸਟ ਤੇ ਕਬੀਰ ਜੀ ਕਹਿ ਰਹੇ ਨੇ ਕਿ ਇਹ ਸਾਰਾ ਕੁਝ ਮੈਂ ਕਰਤਾ ਤੇ ਫਿਰ ਕੀ ਹੋਇਆ, ਪਰਮਾਤਮਾ ਪ੍ਰਗਟ ਹੋ ਗਿਆ, ਹੋਰ ਕੀ ਬਾਕੀ ਰਹਿ ਗਿਆ। ਬਿਲਕੁਲ। ਪਰ ਨਕਲੀ ਜਿਹਨੇ ਉਹਨੂੰ ਕੋਲ ਲਾਉਣਾ ਪੈਣਾ ਜੀ, ਵਹਿਮਾਂ ਭਰਮਾਂ ਚ ਨਹੀਂ ਪਈਦਾ। ਕਬੀਰ ਜੀ ਦੀ ਬਾਣੀ ਬਾਰ-ਬਾਰ ਸਾਨੂੰ ਇਸੇ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਆ, ਜਿੱਥੇ ਨਕਲੀ ਆ ਉੱਥੇ ਨਾ ਰੁਕੋ। ਕਬੀਰ ਜੀ ਨੂੰ ਕਿਉਂ ਕਹਿਣ ਦੀ ਲੋੜ ਪਈ ਹੈ ਸਭ? ਅੱਜ ਮੇਰਾ ਵਾਵਾ ਟਾਈਮ ਲੱਗ ਗਿਆ, ਜੋ ਵੀ ਕੰਮ ਹੀ ਏਦਾਂ ਦਾ। ਮਤਲਬ ਕਬੀਰ ਜੀ ਤੇ ਆਪ ਚੱਲ ਗਏ, ਇਹ ਮਸਲਾ ਹੁਣ ਸਾਡਾ ਜੇ, ਤੇ ਆਪਾਂ ਕੀ ਕਰਦੇ ਹਾਂ, ਬਾਣੀ ਨੂੰ ਪੜ੍ਹ ਕੇ ਗੁੜਕੇ ਦੇ ਅੰਦਰ ਸਾਂਭ ਕੇ ਰੱਖ ਦਿੰਦੇ ਹਾਂ, ਪਰ ਉਹਦੇ ਨਾਲ ਗੱਲ ਨਹੀਂ ਬਣੇ। ਉਹਨੂੰ ਤੁਸੀਂ ਪ੍ਰੈਕਟੀਕਲ ਕਰੋਗੇ, ਅਸੀਂ ਵੀ ਕਰ ਰਹੇ ਹਾਂ, ਤੁਸੀਂ ਵੀ ਕਰੋ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਅੱਜ ਕਬੀਰ ਜੀ ਨੇ ਗੋਰਖੀ ਸਾਹਿਬ ਅੱਜ ਜਿਹੜਾ ਹੈਗਾ ਪੰਡਿਤ ਦੇ ਬਾਰੇ, ਹਿੰਦੂ ਧਰਮ ਦੇ ਬਾਰੇ, ਆਪਣੇ ਬਾਰੇ ਗਿਆਨ ਦਿੱਤਾ ਹੈ। ਕੱਲ ਨੂੰ ਜਿਹੜਾ ਹੈਗਾ ਕੱਲ ਦਾ ਸ਼ਬਦ ਮੁਸਲਮਾਨਾਂ ਦਾ, ਉਹਨਾਂ ਦੇ ਬਾਰੇ ਗਿਆਨ ਦੇਣਗੇ ਕੱਲ ਨੂੰ। ਹਾਂ, ਉਹ ਫਿਰ ਉਹਨਾਂ ਨੇ A to Z ਜਿੱਥੇ ਭਰਮ ਹੈਗਾ ਨਾ ਉਹਦੇ ਵਿੱਚ ਵੜ ਜਾਣਾ ਵਾ, ਫਿਰ ਉਹਦੇ ਪੋਤੜੇ ਕੱਢਣੇ ਬਾਹਰ ਉਹਨਾਂ ਨੇ। ਬਿਲਕੁਲ ਬਿਲਕੁਲ, ਬਹੁਤ ਡੀਪ ਜਾ ਕੇ, ਔਰ ਉਹਦੇ ਵਿੱਚੋਂ ਜਿਹੜਾ ਸੱਚਾਈ ਪੂਰੀ ਦੀ ਪੂਰੀ ਤੇ ਝੂਠ ਤੇ ਸੱਚ ਦਾ ਨਿਤਾਰਾ ਕਰ ਦਿੰਦੇ ਆ। ਬਿਲਕੁਲ, ਇਹ ਬੜੀ ਗਹਿਰੀਆਂ ਗੱਲਾਂ ਨੇ। ਇਹ ਤੇ ਸਿੱਖਿਆ ਵਾ, ਬਾਕੀ ਜਿਹੜਾ ਚੁੱਕੂਗਾ ਪ੍ਰਸ਼ਾਦਾ ਉਹਦੇ ਢਿੱਡੀ ਨੇ ਤ੍ਰਿਪਤ ਹੋਣਾ। ਜੇ ਜਿੰਨੇ ਗੱਲਾਂ ਕਰ ਛੱਡਣੀਆਂ ਵਾ ਉਹ ਤੇ ਫਿਰ ਸਵਾਦ ਨੂੰ ਜਿਹੜਾ ਮਰਜ਼ੀ ਸਵਾਦ ਲਈ ਜਾਓ। ਗੱਲਾਂ ਦਾ ਕੀ ਜਾਂਦਾ, ਗੱਲਾਂ ਕਰਨ ਦਾ ਟੈਕਸ ਲੱਗਦਾ, ਜੋ ਕੋ ਮਰਜ਼ੀ ਬੋਲਦਾ। ਪਰ ਜਦੋਂ ਕਰਨ ਜਾਂਦਾ ਨਾ ਬੰਦਾ, ਫਿਰ ਪਤਾ ਲੱਗਦਾ ਆਪਣੀ ਦਿਹਾੜੀ ਤੋੜਨੀ ਪੈਂਦੀ ਹੈ, ਫਿਰ ਦੂਜੇ ਦਾ ਕੰਮ ਤੋਰਦਾ ਹੈ। ਬਿਲਕੁਲ, ਕੰਮ ਤੇ ਇੱਕ ਹੀ ਹੋਣਾ, ਇਸ ਲਈ ਹੈ। ਠੀਕ ਹੈ ਜੀ? ਹਾਂਜੀ, ਅੱਜ ਦੀ ਵਿਚਾਰ ਸਮਾਪਤ ਕਰ। ਹਾਂਜੀ।
ਆਪੋ ਉਸ ਬੱਚੀ ਦੀ ਅਰਦਾਸ ਵੀ ਕਰਨੀ ਹੈ ਨਾ। ਹਾਂਜੀ ਹਾਂਜੀ ਬਿਲਕੁਲ ਜੀ। ਉਹ ਹਸਪੀਟਲ 'ਚ ਹੈਗੀ ਗੋਰਕੀ ਸਾਹਿਬ। ਹਾਂਜੀ ਠੀਕ ਹੈ ਜੀ।